ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਮਰਾਠਿਆਂ ਦਾ ਸਰਦਾਰ, ਜਿਸ ਨੂੰ ਸ਼ਿਵਾਜੀ ਮਰਹੱਟਾ ਅਤੇ ਛਤਰਪਤੀ ਸ਼ਿਵਾਜੀ ਕਿਹਾ ਜਾਂਦਾ ਹੈ, ਬਾਰੇ ਜਾਣਕਾਰੀ ਸਾਂਝੀ ਕਰਾਂਗੀ। ਉਹ ਸ਼ਿਵਨੇਰ, ਪੂਨਾ ਵਿੱਚ 19 ਫਰਵਰੀ 1630 ਈਸਵੀ ਨੂੰ ਸ਼ਾਹ ਜੀ ਅਤੇ ਜੀਜਾਬਾਈ ਦੀ ਕੁੱਖੋਂ ਪੈਦਾ ਹੋਇਆ। 17ਵੀਂ ਸਦੀ ਵਿੱਚ ਭਾਰਤ ਦੇ ਬਹੁਤ ਵੱਡੇ ਹਿੱਸੇ ਵਿੱਚ ਮਰਾਠਾ ਰਾਜ ਸੀ। ਉਸ ਦੇ ਕੋਲ ਜ਼ਬਰਦਸਤ ਮਿਲਟਰੀ ਅਤੇ ਜਲ ਸੈਨਾ ਸੀ। ਉਸਨੇ ਸਵਰਾਜ ਅਤੇ ਮਰਾਠਾ ਦੀ ਵਿਰਾਸਤ ਨੂੰ ਅਖੀਰ ਤੱਕ ਕਾਇਮ ਰੱਖਿਆ। ਉਸ ਨੂੰ ਉਸ ਦੀਆਂ ਵਧੀਆ ਜੰਗੀ ਤਕਨੀਕਾਂ ਕਰਕੇ ਅੱਜ ਵੀ ਕਿਸੇ ਦੇਵਤੇ ਵਾਂਗ ਪੂਜਿਆ ਜਾਂਦਾ ਹੈ। ਸ਼ਿਵਾਜੀ ਮਰਹੱਟਾ ਬਾਰੇ ਮਹੱਤਵਪੂਰਨ ਜਾਣਕਾਰੀ ਜਿਹੜੀ ਹਰ ਭਾਰਤੀ ਨੂੰ ਪਤਾ ਹੋਣੀ ਚਾਹੀਦੀ ਹੈ, ਉਹ ਇਸ ਤਰ੍ਹਾਂ ਹੈ। ਉਹ ਪੈਦਾਇਸ਼ੀ ਲੀਡਰ ਸੀ ਅਤੇ ਉਸ ਨੂੰ ਭਾਰਤੀ ਜਲ ਸੈਨਾ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸਨੇ ਬੜੇ ਹੀ ਸੁਚੱਜੇ ਢੰਗ ਨਾਲ ਤੱਟ ਰੇਖਾ ਦੇ ਆਲੇ ਦੁਆਲੇ ਜੈਗੜ੍ਹ, ਵਿਜੇਗੜ੍ਹ ਅਤੇ ਸੁੰਦਰਗੜ੍ਹ ਕਿਲ੍ਹੇ ਸਥਾਪਿਤ ਕੀਤੇ। ਉਹਦੀ ਮਾਤਾ ਨੇ ਉਹਦਾ ਨਾਂ ਸ਼ਿਵਾਈ ਦੇਵੀ ਤੋਂ ਰੱਖਿਆ। ਉਹ ਧਰਮ ਨਿਰਪੱਖ ਰਾਜਾ ਸੀ ਅਤੇ ਉਸ ਦੀ ਫੌਜ ਵਿੱਚ ਮੁਸਲਮਾਨ ਫੌਜਾਂ ਦੀ ਵੱਡੀ ਗਿਣਤੀ ਸੀ। ਉਹ ਔਰਤਾਂ ਦਾ ਵੱਡਾ ਸਮਰਥਕ ਸੀ ਅਤੇ ਔਰਤਾਂ 'ਤੇ ਕਿਸੇ ਵੀ ਜ਼ੁਲਮ ਦੇ ਸਖਤ ਵਿਰੁੱਧ ਸੀ। ਉਸਨੇ ਆਪਣੀਆਂ ਫੌਜਾਂ ਵਿੱਚ ਵੱਡੀ ਗਿਣਤੀ ਵਿੱਚ ਵਾਧਾ ਕੀਤਾ ਅਤੇ ਉਹ ਸਹੀ ਅਤੇ ਚੰਗੇ ਦਾ ਚੰਗਾ ਪਾਰਖੂ ਸੀ। ਔਰਤਾਂ ਦੇ ਵਿਰੁੱਧ ਜੇ ਕੋਈ ਜ਼ੁਲਮ ਕਰਦਾ ਫੜਿਆ ਜਾਂਦਾ ਤਾਂ ਉਸ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ। ਉਸ ਦੀਆਂ ਕੁਝ ਮਹੱਤਵਪੂਰਨ ਗੱਲਾਂ ਇਸ ਤਰ੍ਹਾਂ ਹਨ। ਆਜ਼ਾਦੀ ਤਾਂ ਇੱਕ ਵਰ ਹੈ ਜਿਸ ਨੂੰ ਪ੍ਰਾਪਤ ਕਰਨਾ ਹਰ ਇੱਕ ਦਾ ਹੱਕ ਹੈ। ਆਪਣੇ ਦੁਸ਼ਮਣ ਨੂੰ ਕਦੀ ਕਮਜ਼ੋਰ ਨਾ ਸਮਝੋ। ਔਰਤਾਂ ਦੇ ਸਾਰਿਆਂ ਹੱਕਾਂ ਵਿੱਚ ਸਰਵੋਤਮ ਹੱਕ ਮਾਂ ਬਣਨਾ ਹੈ। ਜ਼ਰੂਰੀ ਨਹੀਂ ਕਿ ਅਸੀਂ ਆਪਣੀਆਂ ਹੀ ਗਲਤੀਆਂ ਤੋਂ ਸਿੱਖੀਏ, ਅਸੀਂ ਦੂਸਰਿਆਂ ਦੀਆਂ ਗਲਤੀਆਂ ਤੋਂ ਵੀ ਸਿੱਖ ਸਕਦੇ ਹਾਂ। ਭਾਵੇਂ ਸਾਰਿਆਂ ਦੇ ਹੱਥਾਂ ਵਿੱਚ ਤਲਵਾਰ ਹੋਵੇ ਤਾਂ ਵੀ ਅਸੀਂ ਆਪਣੀ ਇੱਛਾ ਸ਼ਕਤੀ ਅਤੇ ਜ਼ਬਰਦਸਤ ਇੱਛਾ ਸ਼ਕਤੀ ਨਾਲ ਰਾਜ ਕਰ ਸਕਦੇ ਹਾਂ। ਆਪਣਾ ਸਿਰ ਕਦੀ ਨਾ ਝੁਕਾਓ, ਇਸ ਨੂੰ ਹਮੇਸ਼ਾ ਉੱਚਾ ਰੱਖੋ। ਆਓ ਮਹੱਤਵਪੂਰਨ ਜਾਣਕਾਰੀ ਹਾਸਲ ਕਰਦੇ ਹਾਂ। ਸ਼ਿਵਾਜੀ ਮਰਹੱਟਾ। ਸ਼ਿਵਾਜੀ ਮਰਹੱਟਾ ਦੱਖਣੀ ਭਾਰਤ ਵਿੱਚ ਬੰਬਈ ਅਤੇ ਪੂਨੇ ਦੇ ਆਲੇ ਦੁਆਲੇ ਦੇ ਇਲਾਕੇ ਨੂੰ ਮਹਾਰਾਸ਼ਟਰ ਕਹਿੰਦੇ ਹਨ ਅਤੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਮਰਹੱਟੇ। ਇਹ ਥਾਂ ਹੀ ਸ਼ਿਵਾਜੀ ਦੀ ਜਨਮ ਭੂਮੀ ਹੈ। ਸ਼ਿਵਾਜੀ ਦਾ ਜਨਮ 1627 ਈਸਵੀ ਵਿੱਚ ਸ਼ਿਵਨੇਰੀ ਦੇ ਪਹਾੜੀ ਕਿਲ੍ਹੇ ਵਿੱਚ ਹੋਇਆ। ਸ਼ਿਵਾਜੀ ਦੇ ਪਿਤਾ ਦਾ ਨਾਂ ਸ਼ਾਹ ਜੀ ਅਤੇ ਮਾਤਾ ਦਾ ਨਾਂ ਜੀਜਾਬਾਈ ਸੀ। ਇਹਦੀ ਗੋਤ ਭੌਂਸਲੇ ਸੀ ਅਤੇ ਇਹ ਇੱਕ ਰਾਜਪੂਤ ਰਾਜਕੁਲ ਵਿੱਚੋਂ ਸੀ। ਸ਼ਿਵਾਜੀ ਦੇ ਵੱਡੇ ਵਡੇਰੇ ਮੇਵਾੜ ਤੋਂ ਆਏ ਸਨ। ਜਦੋਂ 1303 ਈਸਵੀ ਵਿੱਚ ਅਲਾਉਦੀਨ ਖਿਲਜੀ ਨੇ ਚਿਤੌੜ 'ਤੇ ਹਮਲਾ ਕੀਤਾ ਤਾਂ ਉੱਥੇ ਬੜੀ ਭਿਆਨਕ ਲੜਾਈ ਹੋਈ। ਉਸ ਲੜਾਈ ਵਿੱਚ ਬੜੇ ਰਾਜਪੂਤ ਯੋਧੇ ਮਾਰੇ ਗਏ। ਮੇਵਾੜ ਦੇ ਰਾਜੇ ਨੇ ਆਪਣੇ ਪੁੱਤਰ ਸੱਜਣ ਸਿੰਘ ਨੂੰ ਥੋੜ੍ਹੇ ਜਿਹੇ ਸੈਨਿਕ ਦੇ ਕੇ ਆਪਣੀ ਕਿਸਮਤ ਅਜ਼ਮਾਉਣ ਲਈ ਦੱਖਣ ਵੱਲ ਭੇਜ ਦਿੱਤਾ। ਸੱਜਣ ਸਿੰਘ ਨੇ ਆਪਣੀ ਬਹਾਦਰੀ ਦੇ ਕਾਰਨ ਸਫਲਤਾ ਪ੍ਰਾਪਤ ਕੀਤੀ ਅਤੇ ਉਹ ਅਹਿਮਦਨਗਰ ਦੇ ਮੁਸਲਮਾਨ ਬਾਦਸ਼ਾਹ ਦੀ ਫੌਜ ਵਿੱਚ ਅਫਸਰ ਬਣ ਗਿਆ। ਇਸੇ ਸਰਦਾਰ ਦੀ ਵੰਸ਼ ਵਿੱਚੋਂ ਸ਼ਿਵਾਜੀ ਦਾ ਪਿਤਾ ਸ਼ਾਹ ਜੀ ਸੀ। ਸ਼ਾਹ ਜੀ ਅਤੇ ਜੀਜਾਬਾਈ ਨਾਲ ਵਿਆਹ ਬਾਰੇ ਇਉਂ ਦੱਸਿਆ ਜਾਂਦਾ ਹੈ ਕਿ ਅਹਿਮਦਨਗਰ ਦਰਬਾਰ ਵਿੱਚ ਲੱਖੋ ਜੀ ਯਾਦਵ ਰਾਓ ਦਾ ਇੱਕ ਵੱਡਾ ਮਰਹੱਟਾ ਸਰਦਾਰ ਸੀ। ਜਦੋਂ ਸ਼ਾਹ ਜੀ ਛੋਟਾ ਜਿਹਾ ਸੀ ਤਾਂ ਇੱਕ ਦਿਨ ਹੋਲੀ ਦੇ ਤਿਉਹਾਰ 'ਤੇ ਲੱਖੋ ਜੀ ਨੇ ਸ਼ਾਹ ਜੀ ਦੇ ਪਿਤਾ ਮਾਲੋ ਜੀ ਨੂੰ ਆਪਣੇ ਘਰ ਹੋਲੀ ਖੇਡਣ ਲਈ ਸੱਦਿਆ। ਸ਼ਾਹ ਜੀ ਵੀ ਉਹਦੇ ਨਾਲ ਹੀ ਗਿਆ। ਸ਼ਾਹ ਜੀ ਅਤੇ ਲੱਖੋ ਜੀ ਦੀ ਲੜਕੀ ਜੀਜਾਬਾਈ ਉਮਰ ਵਿੱਚ ਇੱਕੋ ਜਿਹੇ ਸਨ, ਇਸ ਲਈ ਉਹ ਆਪਣੇ ਵੱਡਿਆਂ ਵਾਂਗ ਇੱਕ ਦੂਜੇ 'ਤੇ ਰੰਗ ਸੁੱਟਣ ਲੱਗ ਪਏ। ਉਹਨਾਂ ਦੋਹਾਂ ਨੂੰ ਆਪਸ ਵਿੱਚ ਹੋਲੀ ਖੇਡਦਿਆਂ ਵੇਖ ਕੇ ਲੱਖੋ ਜੀ ਦੇ ਮੂੰਹੋਂ ਹੱਸਦਿਆਂ ਹੱਸਦਿਆਂ ਇਹ ਨਿਕਲ ਗਿਆ, ਵੇਖੋ ਕਿੱਡੀ ਪਿਆਰੀ ਜੋੜੀ ਏ। ਮਾਲੋ ਜੀ ਨੇ ਇਹ ਸੁਣਦਿਆਂ ਹੀ ਝੱਟ ਗੱਲ ਨੂੰ ਬੋਚ ਲਿਆ ਅਤੇ ਹੋਰਨਾਂ ਸਾਰਿਆਂ ਸਾਹਮਣੇ ਕਹਿਣ ਲੱਗਾ, ਲੱਖੋ ਜੀ ਨੇ ਆਪਣੀ ਲੜਕੀ ਜੀਜਾਬਾਈ ਦੀ ਮੰਗਣੀ ਸ਼ਾਹ ਜੀ ਨਾਲ ਕਰ ਦਿੱਤੀ ਏ। ਲੱਖੋ ਜੀ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮਾਲੋ ਜੀ ਉਸ ਤੋਂ ਛੋਟੀ ਪਦਵੀ ਦਾ ਅਫਸਰ ਸੀ। ਜਦੋਂ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਮਾਲੋ ਜੀ ਨੂੰ 5000 ਦੀ ਪਦਵੀ ਦੇ ਕੇ ਉਹਨੂੰ ਪੂਨੇ ਅਤੇ ਸੂਬੇ ਦੀ ਜਗੀਰ ਦੇ ਦਿੱਤੀ। ਹੁਣ ਲੱਖੋ ਜੀ ਨਾ ਕਰ ਸਕਿਆ, ਸੋ ਸ਼ਾਹ ਜੀ ਅਤੇ ਜੀਜਾਬਾਈ ਦਾ ਬੜੀ ਧੂਮ-ਧਾਮ ਨਾਲ ਵਿਆਹ ਹੋ ਗਿਆ। ਮਾਲੋ ਜੀ ਦੀ ਮੌਤ ਦੇ ਪਿੱਛੋਂ ਸ਼ਾਹ ਜੀ ਕੁਝ ਚਿਰ ਲਈ ਅਹਿਮਦਨਗਰ ਦੇ ਬਾਦਸ਼ਾਹ ਪਾਸ ਨੌਕਰੀ ਕਰਦਾ ਰਿਹਾ, ਪਰ ਜਦੋਂ ਉਹਨੇ ਵੇਖਿਆ ਕਿ ਅਹਿਮਦਨਗਰ ਦੀ ਹਾਲਤ ਬਹੁਤ ਵਿਗੜ ਚੁੱਕੀ ਹੈ ਤਾਂ ਉਹ ਅਹਿਮਦਨਗਰ ਛੱਡ ਕੇ ਬੀਜਾਪੁਰ ਦੇ ਬਾਦਸ਼ਾਹ ਪਾਸ ਆ ਗਿਆ। ਹੁਣ ਸ਼ਾਹ ਜੀ ਨੂੰ ਬੀਜਾਪੁਰ ਦੇ ਦਰਬਾਰ ਵਿੱਚ ਰਹਿਣਾ ਪੈਂਦਾ ਸੀ। ਉਹ ਜੀਜਾਬਾਈ ਅਤੇ ਸ਼ਿਵਾਜੀ ਨੂੰ ਪੂਨੇ ਛੱਡ ਆਇਆ, ਇਸ ਲਈ ਸ਼ਿਵਾਜੀ ਦੀ ਪਾਲਣਾ ਉਹਨਾਂ ਦੀ ਮਾਤਾ ਜੀਜਾਬਾਈ ਦੀ ਦੇਖ ਰੇਖ ਹੋਈ। ਸ਼ਾਹ ਜੀ ਨੇ ਬੀਜਾਪੁਰ ਵਿੱਚ ਇੱਕ ਹੋਰ ਵਿਆਹ ਕਰਾ ਲਿਆ। ਇਸ 'ਤੇ ਜੀਜਾਬਾਈ ਨੂੰ ਬੜਾ ਦੁੱਖ ਹੋਇਆ, ਪਰ ਫਿਰ ਵੀ ਉਹ ਸ਼ਾਹ ਜੀ ਦੇ ਬੁਲਾਉਣ 'ਤੇ ਸ਼ਿਵਾਜੀ ਨਾਲ ਬੀਜਾਪੁਰ ਚਲੀ ਗਈ। ਇਸ ਵੇਲੇ ਸ਼ਿਵਾਜੀ ਦੀ ਉਮਰ ਲਗਭਗ 10 ਸਾਲਾਂ ਦੀ ਸੀ ਅਤੇ ਉਹ ਇੱਕ ਸੋਹਣਾ ਜਵਾਨ ਨਿਕਲ ਰਿਹਾ ਸੀ। ਸ਼ਾਹ ਜੀ ਆਪਣੇ ਪੁੱਤਰ ਨੂੰ ਮਿਲ ਕੇ ਬੜਾ ਖੁਸ਼ ਹੋਇਆ ਅਤੇ ਉਹਨੇ ਉਹਦੀ ਸ਼ਾਦੀ ਸਾਈ ਬਾਈ ਨਾਲ ਕਰ ਦਿੱਤੀ। ਸ਼ਿਵਾਜੀ ਦੀ ਮਾਤਾ ਉਹਨੂੰ ਮਹਾਭਾਰਤ ਦੇ ਪੁਰਾਣੇ ਸੂਰਬੀਰਾਂ ਦੀਆਂ ਕਹਾਣੀਆਂ ਸੁਣਾਉਂਦੀ ਹੁੰਦੀ ਸੀ।
ਉਹਨੂੰ ਉਹ ਹਮੇਸ਼ਾ ਦੱਸਦੀ ਰਹਿੰਦੀ ਸੀ ਕਿ ਉਹ ਇੱਕ ਉੱਚੀ ਰਾਜਪੂਤ ਰਾਜਕੁਲ ਵਿੱਚੋਂ ਹੈ ਅਤੇ ਉਹਦਾ ਨਾਨਾ ਦੇਵਗਿਰੀ ਦੇ ਯਾਦਵ ਮਹਾਰਾਜਿਆਂ ਵਿੱਚੋਂ ਸੀ। ਇਸ ਤਰ੍ਹਾਂ ਸ਼ਿਵਾਜੀ ਦੀਆਂ ਰਗਾਂ ਵਿੱਚ ਪੁਰਾਣੇ ਯੋਧਿਆਂ ਦਾ ਖੂਨ ਠਾਠਾਂ ਮਾਰਦਾ ਰਹਿੰਦਾ ਸੀ। ਜਦੋਂ ਸ਼ਾਹ ਜੀ ਸ਼ਿਵਾਜੀ ਨੂੰ ਰਾਜ ਦਰਬਾਰ ਵਿੱਚ ਲੈ ਕੇ ਗਿਆ ਤਾਂ ਸ਼ਿਵਾਜੀ ਨੇ ਮੁਸਲਮਾਨ ਬਾਦਸ਼ਾਹ ਨੂੰ ਝੁਕ ਕੇ ਸਲਾਮ ਕਰਨ ਤੋਂ ਨਾ ਕਰ ਦਿੱਤੀ। ਸ਼ਾਹ ਜੀ ਇਸ ਗੱਲ 'ਤੇ ਸ਼ਿਵਾਜੀ ਨਾਲ ਗੁੱਸੇ ਹੋ ਗਿਆ ਕਿਉਂਕਿ ਇਸ ਨਾਲ ਰਾਜ ਦਰਬਾਰ ਵਿੱਚ ਉਹਦੀ ਤਰੱਕੀ ਰੁਕਣ ਦਾ ਡਰ ਸੀ। ਕੁਝ ਸਮੇਂ ਮਗਰੋਂ ਸ਼ਿਵਾਜੀ ਨੇ ਗਾਈਆਂ ਮਾਰਨ ਵਾਲੇ ਬੁੱਚੜਾਂ ਵਿਰੁੱਧ ਫਸਾਦ ਕਰਵਾ ਦਿੱਤਾ। ਇਸ 'ਤੇ ਸ਼ਾਹ ਜੀ ਹੋਰ ਵੀ ਜ਼ਿਆਦਾ ਨਾਰਾਜ਼ ਹੋ ਗਿਆ ਅਤੇ ਉਹਨੇ ਜੀਜਾ ਬਾਈ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਫੌਰਨ ਪੂਨੇ ਚਲੀ ਜਾਏ। ਸ਼ਾਹ ਜੀ ਦੀ ਪੂਨੇ ਵਾਲੀ ਜਗੀਰ ਦੀ ਹਾਲਤ ਬੜੀ ਭੈੜੀ ਸੀ, ਇਸ ਲਈ ਉਸ ਤੋਂ ਇਤਨੀ ਆਮਦਨ ਦੀ ਆਸ ਨਹੀਂ ਸੀ ਜਿਸ ਨਾਲ ਜੀਜਾ ਬਾਈ ਅਤੇ ਸ਼ਿਵਾਜੀ ਆਪਣਾ ਗੁਜ਼ਾਰਾ ਕਰ ਸਕਦੇ। ਸ਼ਾਹ ਜੀ ਨੇ ਜੀਜਾ ਬਾਈ ਨਾਲ ਇੱਕ ਬੜੇ ਸਿਆਣੇ ਬ੍ਰਾਹਮਣ ਦਾਦਾ ਜੀ ਕੌਂਡਦੇਵ ਨੂੰ ਘੱਲਿਆ, ਜਿਹੜਾ ਜ਼ਮੀਨ ਦੀ ਦੇਖਭਾਲ ਅਤੇ ਮਾਮਲਾ ਉਗਰਾਣ ਵਿੱਚ ਬੜਾ ਤਜਰਬੇਕਾਰ ਸੀ। ਦਾਦਾ ਜੀ ਨੇ ਪੁਣੇ ਆ ਕੇ ਵੇਖਿਆ ਕਿ ਸਭ ਕਿਸਾਨ ਪੁਣੇ ਤੋਂ ਚਲੇ ਗਏ ਹਨ ਅਤੇ ਥਾਂ ਥਾਂ ਜੰਗਲੀ ਜਾਨਵਰਾਂ ਦਾ ਵਾਸ ਹੈ। ਸੋ ਉਹਨੇ ਆਪਣੀ ਯੋਗਤਾ ਨਾਲ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ 'ਤੇ ਮੁੜਾ ਆਣ ਵਸਾਇਆ ਅਤੇ ਆਪਣੇ ਕੋਲੋਂ ਖਰਚ ਕਰਕੇ ਸ਼ਿਕਾਰੀਆਂ ਤੋਂ ਆਲੇ ਦੁਆਲੇ ਦੀਆਂ ਥਾਵਾਂ ਨੂੰ ਬਘਿਆੜਾਂ, ਚੀਤਿਆਂ ਅਤੇ ਸ਼ੇਰਾਂ ਤੋਂ ਸਾਫ਼ ਕਰਵਾਇਆ। ਇਸੇ ਤਰ੍ਹਾਂ ਉਹਨੇ ਹਥਿਆਰਬੰਦ ਪਹਾੜੀਆਂ ਨੂੰ ਨੌਕਰ ਰੱਖ ਕੇ ਡਾਕੂ ਅਤੇ ਉਚੱਕਿਆਂ ਨੂੰ ਭਜਾ ਦਿੱਤਾ। ਥੋੜ੍ਹੇ ਹੀ ਸਮੇਂ ਵਿੱਚ ਪੁਣੇ ਦੀ ਜਗੀਰ ਤੋਂ ਖਾਸੀ ਆਮਦਨ ਆਉਣ ਲੱਗ ਪਈ। ਸ਼ਿਵਾਜੀ ਨੂੰ ਇੱਕ ਬੇਮਿਸਾਲ ਯੋਧਾ ਬਣਾਉਣ ਵਿੱਚ ਦਾਦਾ ਜੀ ਦਾ ਵੀ ਬੜਾ ਹੱਥ ਸੀ। ਉਹ ਇੱਕ ਬੜਾ ਵਿਦਵਾਨ ਪੰਡਤ ਸੀ। ਉਹਨੇ ਸ਼ਿਵਾਜੀ ਨਾਲ ਉਹਦੇ ਹਾਨ ਦੇ ਹੋਰ ਮੁੰਡੇ ਇਕੱਠੇ ਕਰ ਦਿੱਤੇ, ਜਿਨ੍ਹਾਂ ਵਿੱਚੋਂ ਤਾਨਾ ਜੀ ਮਲੂਸਰੇ, ਬਾਜੀ ਪਲੁਸਕਰ ਅਤੇ ਜੇਸਾ ਜੀ ਕੰਕ ਨੇ ਤੋੜ ਤੱਕ ਸ਼ਿਵਾਜੀ ਦਾ ਸਾਥ ਦਿੱਤਾ। ਇਹਨਾਂ ਨੂੰ ਨਾਲ ਲੈ ਕੇ ਉਹ ਦੂਰ ਦੂਰ ਜੰਗਲਾਂ ਅਤੇ ਘਾਟੀਆਂ ਵਿੱਚ ਨਿਕਲ ਜਾਂਦਾ ਸੀ ਅਤੇ ਇਹਨਾਂ ਨੂੰ ਸ਼ਸਤਰਾਂ ਦੀ ਵਰਤੋਂ ਸਿਖਾਉਂਦਾ ਸੀ। ਸ਼ਾਮ ਨੂੰ ਉਹ ਬਾਕੀ ਕੰਮਕਾਰਾਂ ਤੋਂ ਵਿਹਲੇ ਹੋ ਕੇ ਅਤੇ ਇਹਨਾਂ ਨੂੰ ਨਾਲ ਲੈ ਕੇ ਇੱਕ ਬੰਨੇ ਬੈਠ ਜਾਂਦਾ ਸੀ ਅਤੇ ਮਹਾਂਭਾਰਤ ਵਿੱਚੋਂ ਪ੍ਰਾਚੀਨ ਯੋਧਿਆਂ ਦੇ ਕਾਰਨਾਮੇ ਪੜ੍ਹ ਕੇ ਸੁਣਾਉਂਦਾ ਸੀ, ਜਿਨ੍ਹਾਂ ਨੂੰ ਸੁਣ ਕੇ ਉਹਨਾਂ ਸਾਰਿਆਂ ਦੇ ਦਿਲ ਜੋਸ਼ ਨਾਲ ਭਰ ਜਾਂਦੇ ਅਤੇ ਉਹ ਆਪਣਾ ਆਪ ਦੇਸ਼ ਅਤੇ ਧਰਮ ਤੋਂ ਉੱਤੇ ਵਾਰਨ ਲਈ ਤਿਆਰ ਹੋ ਜਾਂਦੇ। ਸ਼ਿਵਾਜੀ ਦਾ ਕਿਲਿਆਂ 'ਤੇ ਕਬਜ਼ਾ। ਸਮੇਂ ਦੇ ਨਾਲ ਨਾਲ ਸ਼ਿਵਾਜੀ ਜਵਾਨ ਹੁੰਦਾ ਗਿਆ ਅਤੇ ਨਾਲ ਹੀ ਉਹਦੀ ਆਤਮਾ ਵੀ ਪੂਰੀ ਤਰ੍ਹਾਂ ਪਲਦੀ ਰਹੀ। ਉਹਦੇ ਦਿਲ ਵਿੱਚ ਦਾਦਾ ਜੀ ਦੀ ਸਿੱਖਿਆ ਅਤੇ ਜੀਜਾ ਬਾਈ ਦੀ ਪਾਲਣਾ ਨੇ ਐਸਾ ਆਤਮ ਵਿਸ਼ਵਾਸ ਭਰ ਦਿੱਤਾ ਕਿ ਉਹ ਅਜੇ 19 ਸਾਲਾਂ ਦਾ ਹੀ ਸੀ ਕਿ ਉਹ ਆਪਣੇ ਦੇਸ਼ ਅਤੇ ਮਰਹੱਟਾ ਕੌਮ ਨੂੰ ਆਜ਼ਾਦ ਕਰਾਉਣ ਦੇ ਸੁਪਨੇ ਲੈਣ ਲੱਗ ਪਿਆ। ਸ਼ਿਵਾਜੀ ਦੀ ਜਗੀਰ ਚਾਰੇ ਪਾਸਿਓਂ ਕਿਲਿਆਂ ਨਾਲ ਘਿਰੀ ਹੋਈ ਸੀ, ਜਿਨ੍ਹਾਂ ਵਿੱਚ ਬੀਜਾਪੁਰ ਸਰਕਾਰ ਦੀਆਂ ਫੌਜਾਂ ਰਹਿੰਦੀਆਂ ਸਨ। ਇੱਕ ਤਾਂ ਇਹ ਕਿਲੇ ਦੇ ਇਸ ਰਾਜ ਦੀ ਉੱਤਰੀ ਸੀਮਾ ਦੀ ਰਾਖੀ ਕਰਦੇ ਸਨ ਅਤੇ ਦੂਜੇ ਜਨਤਾ 'ਤੇ ਦਬਦਬਾ ਰੱਖਦੇ ਸਨ। ਸ਼ਿਵਾਜੀ ਨੇ ਸੋਚਿਆ ਕਿ ਆਪਣੀ ਤਾਕਤ ਵਧਾਉਣ ਲਈ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਇਹਨਾਂ ਕਿਲਿਆਂ ਨੂੰ ਕਾਬੂ ਕੀਤਾ ਜਾਏ। ਉਹਦੀ ਨਜ਼ਰ ਪਹਿਲਾਂ ਸਭ ਤੋਂ ਨੇੜੇ ਦੇ ਕਿਲੇ 'ਤੇ ਪਈ। ਇਹਦਾ ਨਾਂ ਤੋਰਨ ਸੀ। ਬਰਸਾਤੀ ਮੌਸਮ ਵਿੱਚ ਉੱਥੇ ਝੜੀ ਲੱਗ ਜਾਂਦੀ ਸੀ। ਕਿਲੇ ਦੀਆਂ ਕੰਧਾਂ ਟੁੱਟੀਆਂ ਹੋਣ ਕਰਕੇ ਵਿਚਾਰੇ ਸਿਪਾਹੀ ਮੀਂਹ ਵਿੱਚ ਭਿੱਜ ਜਾਂਦੇ ਸਨ। ਇਸ ਲਈ ਬਰਸਾਤਾਂ ਵਿੱਚ ਕਿਲੇ ਦਾ ਹਾਕਮ ਫੌਜ ਸਮੇਤ ਪਹਾੜ ਤੋਂ ਥੱਲੇ ਆ ਜਾਂਦਾ ਸੀ ਅਤੇ ਬਰਸਾਤਾਂ ਮੁੱਕਣ 'ਤੇ ਉਹ ਫਿਰ ਕਿਲੇ ਵਿੱਚ ਚਲਾ ਜਾਂਦਾ ਸੀ। 1646 ਦੇ ਬਰਸਾਤੀ ਮੌਸਮ ਵਿੱਚ ਸ਼ਿਵਾਜੀ ਇਸ ਮੌਕੇ ਦੀ ਤਾੜ ਵਿੱਚ ਰਿਹਾ ਅਤੇ ਜਿਵੇਂ ਹੀ ਕਿਲੇਦਾਰ ਕਿਲਾ ਖਾਲੀ ਕਰਕੇ ਮੈਦਾਨੀ ਇਲਾਕੇ ਵੱਲ ਗਿਆ ਤਾਂ ਸ਼ਿਵਾਜੀ ਆਪਣੇ 3 ਸਾਥੀਆਂ ਤਾਨਾ ਜੀ ਮਲੂਸੁਰੇ, ਬਾਜੀ ਪੁਲਸਕਰ, ਯੇਸਾ ਜੀ ਕੰਕ ਨੂੰ ਨਾਲ ਲੈ ਕੇ ਖਾਲੀ ਕਿਲੇ ਵਿੱਚ ਜਾ ਵੜਿਆ। ਇਹਨਾਂ ਨਾਲ ਲਗਭਗ 1000 ਹਥਿਆਰਬੰਦ ਪਹਾੜੀਏ ਸਨ। ਕਿਲੇ ਵਿੱਚ ਦਾਖਲ ਹੁੰਦਿਆਂ ਹੀ ਸ਼ਿਵਾਜੀ ਨੇ ਮੋਰਚਿਆਂ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ। ਮੁਰੰਮਤ ਕਰਦਿਆਂ ਸ਼ਿਵਾਜੀ ਨੂੰ ਉੱਥੇ ਦੱਬਿਆ ਹੋਇਆ ਬਹੁਤ ਸਾਰਾ ਖਜ਼ਾਨਾ ਮਿਲਿਆ। ਉਸ ਦਾ ਕੁਝ ਹਿੱਸਾ ਤਾਂ ਉਹਨੇ ਆਪਣੇ ਸਾਥੀਆਂ ਵਿੱਚ ਵੰਡ ਦਿੱਤਾ ਅਤੇ ਬਾਕੀ ਦੇ ਹਿੱਸੇ ਨਾਲ ਉਹਨੇ ਉਸ ਕਿਲੇ ਨੂੰ ਮਜ਼ਬੂਤ ਕਰ ਲਿਆ। ਉੱਧਰ ਸ਼ਿਵਾਜੀ ਨੇ ਕਿਲਾ ਕਾਬੂ ਕਰਦਿਆਂ ਹੀ ਆਪਣੀ ਸਫਾਈ ਪੇਸ਼ ਕਰਨ ਲਈ ਬੀਜਾਪੁਰ ਦੇ ਬਾਦਸ਼ਾਹ ਨੂੰ ਇੱਕ ਪੱਤਰ ਭੇਜਿਆ। ਇਸ ਵਿੱਚ ਉਹਨੇ ਦੱਸਿਆ ਕਿ ਕਿਲੇਦਾਰ ਇਤਨਾ ਆਰਾਮ ਪਸੰਦ ਅਤੇ ਲਾਪਰਵਾਹੀ ਆਦਮੀ ਹੈ ਕਿ ਉਹ ਆਪਣੇ ਆਰਾਮ ਦੀ ਖਾਤਰ ਕਿਲੇ ਨੂੰ ਖਾਲੀ ਕਰਕੇ ਛੱਡ ਕੇ ਚਲਾ ਗਿਆ ਹੈ। ਸ਼ਿਵਾਜੀ ਨੇ ਬੇਨਤੀ ਕੀਤੀ ਕਿ ਜੇ ਉਹਨੂੰ ਹੀ ਕਿਲੇ ਦਾ ਹਾਕਮ ਬਣਾ ਦਿੱਤਾ ਜਾਏ ਤਾਂ ਉਹ ਹਰ ਸਮੇਂ ਪੂਰੀ ਵਫਾਦਾਰੀ ਨਾਲ ਕਿਲੇ ਦੀ ਰੱਖਿਆ ਕਰੇਗਾ ਅਤੇ ਤੋਰਨ ਦੀ ਭੂਮੀ ਤੋਂ ਪਹਿਲਾਂ ਨਾਲੋਂ ਵੀ ਵੱਧ ਮਾਮਲਾ ਇਕੱਠਾ ਕਰਕੇ ਭੇਜਿਆ ਕਰੇਗਾ। ਇਸ ਚਿੱਠੀ ਦੇ ਨਾਲ ਹੀ ਉਹਨੇ ਬਾਦਸ਼ਾਹ ਦੇ ਵਜ਼ੀਰਾਂ ਨੂੰ ਰਿਸ਼ਵਤ ਵਜੋਂ ਬਹੁਤ ਕੀਮਤੀ ਤੋਹਫੇ ਭੇਜ ਦਿੱਤੇ। ਉੱਧਰ ਕਿਲੇਦਾਰ ਨੇ ਵੀ ਬਾਦਸ਼ਾਹ ਨੂੰ ਸ਼ਿਵਾਜੀ ਦੀ ਇਸ ਹਰਕਤ ਦੇ ਵਿਰੁੱਧ ਰੋਸ ਪ੍ਰਗਟ ਕੀਤਾ, ਪਰ ਬਾਦਸ਼ਾਹ ਨੇ ਨਾਰਾਜ਼ ਹੋ ਕੇ ਕਿਲੇਦਾਰ ਨੂੰ ਨੌਕਰੀਓਂ ਕੱਢ ਦਿੱਤਾ ਅਤੇ ਉਹਦੀ ਥਾਂ ਸ਼ਿਵਾਜੀ ਨੂੰ ਨਿਯਤ ਕਰ ਦਿੱਤਾ ਅਤੇ ਨਾਲ ਹੀ ਉਹ ਸਾਰਾ ਇਲਾਕਾ ਸ਼ਿਵਾਜੀ ਦੇ ਪਿਤਾ ਸ਼ਾਹ ਜੀ ਦੀ ਜਗੀਰ ਵਿੱਚ ਰਲਾ ਦਿੱਤਾ। ਆਪਣੇ ਪਿਤਾ ਦੀ ਜਗੀਰ ਦੀ ਦੱਖਣੀ ਸੀਮਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨ ਲਈ ਸ਼ਿਵਾਜੀ ਨੇ ਤੋਰਨ ਤੋਂ 6 ਮੀਲ ਦੀ ਦੂਰੀ 'ਤੇ ਇੱਕ ਹੋਰ ਕਿਲੇ 'ਤੇ ਜ਼ਬਰਦਸਤੀ ਕਬਜ਼ਾ ਕਰ ਲਿਆ। ਫਿਰ ਇਸ ਕਿਲੇ ਨੂੰ ਚੰਗੀ ਤਰ੍ਹਾਂ ਮਜ਼ਬੂਤ ਬਣਾ ਕੇ ਇਸ ਦਾ ਨਾਂ ਰਾਜਗੜ੍ਹ ਰੱਖ ਦਿੱਤਾ। ਪਰ ਇਹ ਗੱਲ ਦਾਦਾ ਜੀ ਨੂੰ ਚੰਗੀ ਨਾ ਲੱਗੀ। ਉਹਨਾਂ ਨੂੰ ਡਰ ਪੈ ਗਿਆ ਕਿ ਮੁੰਡੇ ਖੁੰਡੇ ਰਲ ਕੇ ਕੋਈ ਐਸੀ ਹਰਕਤ ਨਾ ਕਰ ਬੈਠਣ ਜਿਸ ਨਾਲ ਸਾਰਿਆਂ ਨੂੰ ਯੱਬ ਪੈ ਜਾਏ। ਉਹਨੇ ਸ਼ਿਵਾਜੀ ਨੂੰ ਤਾੜਿਆ ਅਤੇ ਇਸ ਬਾਰੇ ਸ਼ਾਹ ਜੀ ਨੂੰ ਵੀ ਲਿਖ ਦਿੱਤਾ, ਪਰ ਸ਼ਿਵਾਜੀ 'ਤੇ ਇਸ ਦਾ ਕੋਈ ਅਸਰ ਨਾ ਹੋਇਆ।
शिवा जी ਨੂੰ ਪੁਨੇ ਦੀ ਜਗੀਰ ਤਾਂ ਮਿਲ ਗਈ, ਪਰ ਸੂਬੇ ਦੀ ਜਗੀਰ ਤੇ ਸ਼ਾਹ ਜੀ ਦੀ ਦੂਜੀ ਵਹੁਟੀ ਦੇ ਭਰਾ ਸੰਭਾ ਜੀ ਦਾ ਅਧਿਕਾਰ ਸੀ। ਉਹਨੇ ਸ਼ਿਵਾ ਜੀ ਦਾ ਕਿਸੇ ਕਿਸਮ ਦਾ ਹੱਕ ਮੰਨਣ ਤੋਂ ਇਨਕਾਰ ਕਰ ਦਿੱਤਾ। ਇੱਕ ਦਿਨ ਸਵੇਰ ਸਾਰ ਜਦੋਂ ਉਹ ਸੁੱਤਾ ਹੀ ਪਿਆ ਸੀ ਤਾਂ ਸ਼ਿਵਾ ਜੀ ਨੇ ਉਹਨੂੰ ਅਚਨਚੇਤ ਆ ਦਬੋਚਿਆ ਤੇ ਉਹਦੇ ਨੌਕਰਾਂ ਨੂੰ ਆਪਣੀ ਫੌਜ ਵਿੱਚ ਭਰਤੀ ਕਰਕੇ ਉਹਨੂੰ ਆਪਣੇ ਪਿਤਾ ਸ਼ਾਹ ਜੀ ਵੱਲ ਭੇਜ ਦਿੱਤਾ। ਹੁਣ ਸ਼ਿਵਾ ਜੀ ਦਾ ਸਾਰੇ ਇਲਾਕੇ 'ਤੇ ਚੰਗਾ ਦਬਦਬਾ ਹੋ ਗਿਆ ਤੇ ਉਹਨੇ ਇੱਕ ਮੁਸਲਮਾਨ ਕਿਲੇਦਾਰ ਨੂੰ ਵੱਡੀ ਦੇ ਕੇ ਕੋਂਡਨਾ ਦਾ ਕਿਲ੍ਹਾ ਵੀ ਆਪਣੇ ਕਿਲੇ ਕਬਜ਼ੇ ਵਿੱਚ ਕਰ ਲਿਆ। ਇਸ ਕਿਲੇ ਦਾ ਨਾਂ ਸ਼ਿਵਾ ਜੀ ਨੇ ਸਿੰਘਗੜ੍ਹ ਰੱਖਿਆ। ਪਰ ਇਹਨਾਂ ਸਭ ਕਿਲਿਆਂ ਵਿੱਚ ਮਜ਼ਬੂਤ ਕਿਲ੍ਹਾ ਅਜੇ ਉਹਨੇ ਕਾਬੂ ਕਰਨਾ ਸੀ ਇਹ ਪੁਰੰਦਰ ਦਾ ਕਿਲ੍ਹਾ ਸੀ। ਇਸ ਕਿਲੇ ਦੇ ਹਾਕਮ ਨੀਲਕੰਠ ਨਾਇਕ ਦੀ ਮੌਤ ਹੋ ਚੁੱਕੀ ਸੀ ਤੇ ਉਹਦੇ ਪੁੱਤਰਾਂ ਵਿੱਚ ਜ਼ਗੀਰ ਬਾਰੇ ਝਗੜਾ ਪਿਆ ਹੋਇਆ ਸੀ। ਸਭ ਤੋਂ ਵੱਡਾ ਲੜਕਾ ਸਾਰੀ ਜਾਇਦਾਦ ਦਾ ਮਾਲਕ ਬਣਨਾ ਚਾਹੁੰਦਾ ਸੀ। ਉਹਦੇ ਛੋਟੇ ਭਰਾਵਾਂ ਨੇ ਬੀਜਾਪੁਰ ਦੇ ਬਾਦਸ਼ਾਹ ਨੂੰ ਉਹਦੇ ਵਿਰੁੱਧ ਅਰਜ਼ੀ ਲਿਖੀ, ਪਰ ਉੱਥੋਂ ਕੋਈ ਜਵਾਬ ਨਾ ਆਇਆ। ਇਸ ਬਾਰੇ ਜਦ ਸ਼ਿਵਾ ਜੀ ਨੂੰ ਪਤਾ ਲੱਗਾ ਤਾਂ ਉਹਨੇ ਤਿੰਨਾਂ ਭਰਾਵਾਂ ਵਿੱਚ ਫੈਸਲਾ ਕਰਾਉਣ ਲਈ ਆਪਣੇ ਆਪ ਨੂੰ ਸਾਲਸ ਦੇ ਤੌਰ 'ਤੇ ਪੇਸ਼ ਕੀਤਾ। ਉਹ ਰੋਜ਼ ਦੇ ਬਖੇੜਿਆਂ ਤੋਂ ਇਤਨਾ ਸੱਤੇ ਹੋਏ ਸਨ ਕਿ ਉਹਨਾਂ ਨੇ ਇਹ ਗੱਲ ਮੰਨ ਲਈ। ਬਰਸਾਤੀ ਮੌਸਮ ਹੋਣ ਕਰਕੇ ਉੱਥੇ ਛੱਤਾਂ ਦੀ ਮੁਰੰਮਤ ਲਈ ਘਾਹ ਦੀ ਲੋੜ ਪੈਂਦੀ ਹੈ। ਮਜ਼ਦੂਰ ਲੋਕ ਘਾਹ ਦੀਆਂ ਪੰਡਾਂ ਸਿਰ 'ਤੇ ਚੁੱਕੀ ਕਿਲਿਆਂ ਵਿੱਚ ਵੇਚਣ ਲਈ ਜਾਂਦੇ ਹੁੰਦੇ ਸਨ। ਸੋ ਸ਼ਿਵਾ ਜੀ ਨੇ ਆਪਣੇ ਸਾਰੇ ਜਵਾਨਾਂ ਨੂੰ ਸਿਰਾਂ 'ਤੇ ਘਾਹ ਦੀਆਂ ਪੰਡਾਂ ਵਿੱਚ ਹਥਿਆਰ ਲੁਕਾ ਕੇ ਕਿਲੇ ਵੱਲ ਭੇਜ ਦਿੱਤਾ। ਪਹਿਰੇਦਾਰਾਂ ਨੇ ਬਗੈਰ ਕਿਸੇ ਕਿਸਮ ਦਾ ਸ਼ੱਕ ਕੀਤੇ ਉਹਨਾਂ ਨੂੰ ਅੰਦਰ ਆਉਣ ਦੀ ਆਗਿਆ ਦੇ ਦਿੱਤੀ। ਸ਼ਿਵਾ ਜੀ ਦੇ ਸਨਮਾਨ ਵਿੱਚ ਤਿੰਨ ਭਰਾਵਾਂ ਨੇ ਇੱਕ ਮਹਿਫਿਲ ਕੀਤੀ ਤੇ ਖੂਬ ਸ਼ਰਾਬ ਉਡਾਈ। ਦੋਵੇਂ ਛੋਟੇ ਭਰਾਵਾਂ ਨੇ ਆਪਣੇ ਵੱਡੇ ਭਰਾ ਨੂੰ ਸ਼ਰਾਬ ਦੀ ਬੇਹੋਸ਼ੀ ਵਿੱਚ ਬੰਨ੍ਹ ਕੇ ਇੱਕ ਕਮਰੇ ਵਿੱਚ ਡੱਕ ਦਿੱਤਾ ਤੇ ਸ਼ਿਵਾ ਜੀ ਨੂੰ ਫੈਸਲਾ ਦੇਣ ਲਈ ਕਿਹਾ। ਸ਼ਿਵਾ ਜੀ ਨੇ ਸਮਾਂ ਟਪਾਉਣ ਲਈ ਬਹਾਨਾ ਬਣਾਇਆ ਕਿ ਉਹਨੂੰ ਵਿਚਾਰਨ ਲਈ ਕੁਝ ਵਕਤ ਚਾਹੀਦਾ ਹੈ। ਉਹਨੇ ਦੋਵਾਂ ਭਰਾਵਾਂ ਨੂੰ ਅਗਲੇ ਦਿਨ ਸਵੇਰੇ ਕਿਲੇ ਤੋਂ ਬਾਹਰ ਨਦੀ ਵਿੱਚ ਨਹਾਉਣ ਲਈ ਦਾਵਤ ਦਿੱਤੀ। ਸ਼ਿਵਾ ਜੀ ਅਤੇ ਉਹ ਦੋਵੇਂ ਭਰਾ ਖੂਬ ਮੌਜ ਵਿੱਚ ਨਹਾਉਂਦੇ ਰਹੇ। ਆਖਰ ਨਹਾ ਧੋ ਕੇ ਉਹ ਕਿਲੇ ਵੱਲ ਵਾਪਸ ਮੁੜ ਪਏ। ਤੁਰੇ ਆਉਂਦਿਆਂ ਹੀ ਜਦ ਉਹਨਾਂ ਦੀ ਨਜ਼ਰ ਕਿਲੇ ਵੱਲ ਪਈ ਤਾਂ ਕੀ ਵੇਖਦੇ ਹਨ ਕਿ ਉੱਥੇ ਬੀਜਾਪੁਰ ਦੇ ਝੰਡੇ ਦੀ ਥਾਂ ਕੇਸਰੀ ਝੰਡਾ ਲੱਗਿਆ ਹੋਇਆ ਹੈ ਤੇ ਅਜੀਬ ਕਿਸਮ ਦੇ ਸਿਪਾਹੀ ਬੂਹੇ 'ਤੇ ਖੜੇ ਹਨ। ਉਹਨਾਂ ਨੂੰ ਹੈਰਾਨੀ ਵਿੱਚ ਵੇਖ ਕੇ ਸ਼ਿਵਾ ਜੀ ਨੇ ਦੱਸਿਆ ਕਿ ਇਹ ਸਿਪਾਹੀ ਉਹਦੇ ਹਨ। ਜਦੋਂ ਗੁੱਸੇ ਵਿੱਚ ਸ਼ਿਵਾ ਜੀ ਨੂੰ ਊਂਟ ਪਟਾਂਗ ਬੋਲਣ ਲੱਗੇ ਤਾਂ ਉਹਨੇ ਕਿਹਾ ਕਿ ਉਹ ਆਪਣੇ ਵੱਡੇ ਭਰਾ ਨਾਲ ਭੈੜੇ ਵਤੀਰੇ ਕਾਰਨ ਉਹ ਇਸ ਜਾਇਦਾਦ ਤੋਂ ਆਪਣਾ ਹੱਕ ਖੁਆ ਬੈਠੇ ਹਨ। ਫਿਰ ਉਹਨੇ ਤਿੰਨਾਂ ਭਰਾਵਾਂ ਨੂੰ ਉੱਥੋਂ ਕਿਤੇ ਦੂਰ ਨਿੱਕੀਆਂ ਨਿੱਕੀਆਂ ਜਗੀਰਾਂ ਦੇ ਦਿੱਤੀਆਂ ਜਿਹੜੀਆਂ ਉਹਨਾਂ ਸੜਦੇ ਪੁੱਜਦਿਆਂ ਨੇ ਲੈਣੀਆਂ ਪ੍ਰਵਾਨ ਕਰ ਲਈਆਂ। ਇਸ ਤਰ੍ਹਾਂ ਸ਼ਿਵਾ ਜੀ ਨੇ ਆਖਰੀ ਤੇ ਸਭ ਤੋਂ ਮਜ਼ਬੂਤ ਕਿਲੇ ਨੂੰ ਵੀ ਕਾਬੂ ਕਰ ਲਿਆ। ਬੀਜਾਪੁਰ ਨਾਲ ਜੰਗ। ਸ਼ਿਵਾ ਜੀ ਨੇ ਆਪਣਾ ਖਜ਼ਾਨਾ ਭਰਨ ਲਈ ਇੱਕ ਨਵਾਂ ਉਪਾਅ ਸੋਚਿਆ। ਉਹਨੂੰ ਸੂਹ ਮਿਲੀ ਕਿ ਕਲਿਆਣ ਦਾ ਹਾਕਮ ਮਾਮਲਾ ਉਗਰਾ ਕੇ ਬੀਜਾਪੁਰ ਭੇਜ ਰਿਹਾ ਹੈ। ਕਲਿਆਣ ਪੁਨੇ ਤੋਂ ਉੱਤਰ ਪੱਛਮ ਵੱਲ ਹੈ ਤੇ ਉੱਥੋਂ 100 ਕੁ ਮੀਲ ਦੀ ਵਿੱਥ 'ਤੇ ਹੈ। ਬੀਜਾਪੁਰ ਨੂੰ ਭੇਜੇ ਜਾਣ ਵਾਲੇ ਖਜ਼ਾਨੇ ਨਾਲ ਬਹੁਤੀ ਫੌਜ ਨਹੀਂ ਸੀ ਹੁੰਦੀ ਕਿਉਂਕਿ ਰਾਹ ਵਿੱਚ ਕਿਸੇ ਕਿਸਮ ਦਾ ਖਤਰਾ ਨਹੀਂ ਸੀ ਹੁੰਦਾ। ਜਦੋਂ ਖਜ਼ਾਨੇ ਨਾਲ ਲੱਦੀਆਂ ਹੋਈਆਂ ਗੱਡੀਆਂ ਪਹਾੜੀ ਰਸਤਿਆਂ ਵਿੱਚੋਂ ਲੰਘ ਰਹੀਆਂ ਸਨ ਤਾਂ ਸ਼ਿਵਾ ਜੀ 394 ਘੋੜਸਵਾਰਾਂ ਨਾਲ ਅਚਾਨਕ ਉੱਥੇ ਟੁੱਟ ਪਿਆ। ਖਜ਼ਾਨੇ ਦੇ ਰੱਖਿਅਕ ਵੇ ਕੁਝ ਘਬਰਾ ਗਏ। ਫਿਰ ਵੀ ਉਹ ਜਾਨ ਤੋੜ ਕੇ ਲੜੇ, ਪਰ ਸ਼ਿਵਾ ਜੀ ਨੇ ਸਿਪਾਹੀਆਂ ਸਾਹਮਣੇ ਉਹ ਬਹੁਤਾ ਚਿਰ ਅੜ ਨਾ ਸਕੇ। ਕੁਝ ਤਾਂ ਮਾਰੇ ਗਏ, ਕੁਝ ਜਾਨ ਬਚਾ ਕੇ ਨੱਸ ਗਏ। ਸ਼ਿਵਾ ਜੀ ਨੇ ਉਹ ਸਾਰਾ ਖਜ਼ਾਨਾ ਕਾਬੂ ਕਰ ਲਿਆ। ਇਸ ਘਟਨਾ ਤੋਂ 2-3 ਦਿਨ ਪਿੱਛੋਂ ਸ਼ਿਵਾ ਜੀ ਨੇ ਇੱਕ ਤਕੜਾ ਫੌਜੀ ਦਸਤਾ ਕਲਿਆਣ ਸ਼ਹਿਰ 'ਤੇ ਹਮਲਾ ਕਰਨ ਲਈ ਭੇਜ ਦਿੱਤਾ। ਦੁਪਹਿਰ ਦਾ ਵੇਲਾ ਸੀ। ਗਰਮੀ ਦੇ ਕਾਰਨ ਲੋਕ ਘਰੋਂ ਘਰੀ ਬੈਠੇ ਆਰਾਮ ਕਰ ਰਹੇ ਸਨ। ਮਰਹੱਟਿਆਂ ਨੇ ਦੱਬੇ ਪੈਰ ਮਹਲ ਨੂੰ ਜਾ ਘੇਰਿਆ ਤੇ ਸੁੱਤੇ ਪਏ ਹਾਕਮ ਨੂੰ ਕੈਦ ਕਰਕੇ ਬੀਜਾਪੁਰ ਵੱਲ ਭੇਜ ਦਿੱਤਾ। ਅਗਲੇ ਦਿਨ ਜਦੋਂ ਸ਼ਿਵਾ ਜੀ ਉੱਥੇ ਪਹੁੰਚਿਆ ਤਾਂ ਹਾਕਮ ਦੀ ਨੂੰਹ ਨੇ, ਜਿਸ ਦੀ ਸੁੰਦਰਤਾ ਦੀ ਤਾਕ ਦੂਰ ਦੂਰ ਤੱਕ ਬੈਠੀ ਹੋਈ ਸੀ, ਸ਼ਿਵਾ ਜੀ ਸਾਹਮਣੇ ਪੇਸ਼ ਕੀਤਾ ਗਿਆ। ਸ਼ਿਵਾ ਜੀ, ਜੋ ਆਪ ਵੀ ਘੱਟ ਸੁੰਦਰ ਨਹੀਂ ਸੀ, ਉਹਦੇ ਸਨਮਾਨ ਲਈ ਉੱਠਿਆ ਤੇ ਮੁਸਕਰਾ ਕੇ ਕਹਿਣ ਲੱਗਾ, ਜੇ ਮੇਰੀ ਮਾਤਾ ਸੁੰਦਰਤਾ ਵਿੱਚ ਤੇਰੀ ਪਾਸਕੂ ਵੀ ਹੁੰਦੀ ਤਾਂ ਮੈਂ ਇਤਨਾ ਬਦਸੂਰਤ ਨਾ ਹੁੰਦਾ। ਫਿਰ ਬਹੁਤ ਸਾਰੇ ਤੋਹਫੇ ਦੇ ਕੇ ਸ਼ਿਵਾ ਜੀ ਨੇ ਉਹਨੂੰ ਉਹਦੇ ਪੇਕੇ ਘਰ ਭਜਵਾ ਦਿੱਤਾ। ਬੀਜਾਪੁਰ ਦੇ ਬਾਦਸ਼ਾਹ ਨੂੰ ਜਦ ਸ਼ਿਵਾ ਜੀ ਦੀਆਂ ਇਹਨਾਂ ਕਾਰਵਾਈਆਂ ਬਾਰੇ ਪਤਾ ਲੱਗਾ ਤਾਂ ਉਹਨੂੰ ਅੱਗ ਲੱਗ ਗਈ। ਸ਼ਿਵਾ ਜੀ ਦਾ ਪਿਤਾ ਸ਼ਾਹ ਜੀ ਉਹਦੇ ਦਰਬਾਰ ਵਿੱਚ ਇੱਕ ਵੱਡਾ ਅਫਸਰ ਸੀ, ਸੋ ਉਹਨੇ ਸ਼ਾਹ ਜੀ ਨੂੰ ਬੁਲਾ ਕੇ ਕਿਹਾ ਕਿ ਉਹ ਸ਼ਿਵਾ ਜੀ ਨੂੰ ਕੁਝ ਮੱਤ ਦੇਵੇ ਤੇ ਇਹਨਾਂ ਕਰਤੂਤਾਂ ਤੋਂ ਬਾਜ਼ ਆਉਣ ਲਈ ਕਹੇ। ਨਾਲ ਹੀ ਬਾਦਸ਼ਾਹ ਨੇ ਸ਼ਿਵਾ ਜੀ ਨੂੰ ਆਪਣੇ ਵੱਲੋਂ ਵੀ ਇੱਕ ਸਖਤ ਚਿੱਠੀ ਲਿਖੀ ਕਿ ਉਹ ਜਵਾਬਦੇਹੀ ਲਈ ਫੌਰਨ ਰਾਜ ਦਰਬਾਰ ਵਿੱਚ ਹਾਜ਼ਰ ਹੋਏ। ਸ਼ਿਵਾ ਜੀ ਨੇ ਬੀਜਾਪੁਰ ਤੋਂ ਜਾਣ ਤੋਂ ਨਾ ਕਰ ਦਿੱਤੀ ਤੇ ਆਪਣੇ ਪਿਤਾ ਨੂੰ ਲਿਖਿਆ ਕਿ ਉਹ ਹੁਣ ਬੱਚਾ ਨਹੀਂ ਤੇ ਉਹ ਆਪਣੇ ਕੀਤੇ ਭਲੇ ਬੁਰੇ ਲਈ ਪੂਰਾ ਜ਼ਿੰਮੇਵਾਰ ਹੈ। ਸ਼ਾਹ ਜੀ ਦੇ ਵੈਰੀਆਂ ਨੇ ਬਾਦਸ਼ਾਹ ਨੂੰ ਗਲਤਫਹਿਮੀ ਪਾ ਦਿੱਤੀ ਕਿ ਸ਼ਿਵਾ ਜੀ ਦੀ ਬਗਾਵਤ ਵਿੱਚ ਸ਼ਾਹ ਜੀ ਦਾ ਹੱਥ ਹੈ। ਇਸ 'ਤੇ ਬਾਦਸ਼ਾਹ ਨੇ ਸ਼ਾਹ ਜੀ ਨੂੰ ਕੈਦ ਕਰ ਲਿਆ ਤੇ ਹੁਕਮ ਦਿੱਤਾ ਕਿ ਉਹ ਉਹਨਾਂ ਇੱਟਾਂ ਵਿੱਚ ਚਿਣਵਾ ਦਿੱਤਾ ਜਾਏ।
ਉਧਰ ਜਦੋਂ ਸ਼ਿਵਾਜੀ ਨੂੰ ਪਤਾ ਲੱਗਾ ਕਿ ਉਹਦੇ ਪਿਤਾ ਨਾਲ ਕੀ ਸਲੂਕ ਹੋ ਰਿਹਾ ਹੈ ਤਾਂ ਉਹਨੇ ਆਪਣੇ ਪਿਤਾ ਤੇ ਬਣੀ ਇਸ ਵਿਪਤਾ ਨੂੰ ਟਾਲਣ ਲਈ ਝੱਟਪਟ ਇੱਕ ਵਿਉਂਤ ਸੋਚੀ। ਉਹਨੇ ਆਪਣੀ ਖਾਸ ਦੂਤ ਨੂੰ ਮੁਗਲ ਸ਼ਹਿਨਸ਼ਾਹ ਸ਼ਾਹਜਹਾਨ ਵੱਲ ਇਹ ਕਹਾ ਕੇ ਭੇਜਿਆ ਕਿ ਸ਼ਿਵਾਜੀ ਸ਼ਹਿਨਸ਼ਾਹ ਦੀ ਰਈਅਤ ਬਣਨ ਦਾ ਮਾਣ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਆਪਣੀ ਵਫਾਦਾਰੀ ਦਾ ਸਬੂਤ ਦੇਣ ਲਈ ਆਪਣੇ ਕਬਜ਼ੇ ਵਿੱਚ ਬੀਜਾਪੁਰ ਦੇ ਸਭ ਸਰਹੱਦੀ ਕਿਲੇ ਮੁਗਲ ਹਕੂਮਤ ਦੇ ਹਵਾਲੇ ਕਰਨਾ ਚਾਹੁੰਦਾ ਹੈ। ਮੁਗਲ ਸ਼ਹਿਨਸ਼ਾਹ ਸ਼ਿਵਾਜੀ ਦੀ ਚਾਲ ਵਿੱਚ ਫਸ ਗਿਆ ਤੇ ਕਿਲੇ ਹਾਸਲ ਕਰਨ ਦੇ ਲਾਲਚ ਵਿੱਚ ਉਹਨੇ ਸ਼ਿਵਾਜੀ ਨੂੰ ਖੁਸ਼ ਕਰਨ ਲਈ ਉਹਦੇ ਪਿਤਾ ਨੂੰ ਦਿੱਲੀ ਦਰਬਾਰ ਦਾ ਇੱਕ ਸਰਦਾਰ ਨਿਯਤ ਕਰਕੇ ਉਹਨੂੰ ਇਸ ਨਵੀਂ ਪਦਵੀ ਦੇ ਯੋਗ ਸਰੂਪਾ ਭੇਜਿਆ। ਜਦੋਂ ਮੁਗਲ ਦਰਬਾਰ ਵੱਲੋਂ ਭੇਜਿਆ ਹੋਇਆ ਸਰੂਪਾ ਤੇ ਫਰਮਾਨ ਬੀਜਾਪੁਰ ਪਹੁੰਚਿਆ ਤਾਂ ਬੀਜਾਪੁਰ ਦਾ ਬਾਦਸ਼ਾਹ ਡਰ ਗਿਆ। ਉਹਨੇ ਸੋਚਿਆ ਕਿ ਜੇ ਸ਼ਾਹ ਜੀ ਨੂੰ ਨੀਹਾਂ ਵਿੱਚ ਚਿਣਵਾ ਕੇ ਮਾਰ ਦਿੱਤਾ ਗਿਆ ਤਾਂ ਕਿਤੇ ਸ਼ਾਹਜਹਾਨ ਸ਼ਿਵਾਜੀ ਦੀ ਚਾਲ ਵਿੱਚ ਫਸ ਗਿਆ ਤੇ ਕਿਲੇ ਦਾ ਦਰਬਾਰ ਇੱਕ ਸਰਦਾਰ ਨਿਯਤ ਕਰਕੇ ਉਸਨੂੰ ਪਦਵੀ ਦੇ ਲਈ ਯੋਗ ਸਰੂਪਾ ਭੇਜਿਆ। ਜਦੋਂ ਮੁਗਲ ਦਰਬਾਰ ਵੱਲੋਂ ਭੇਜਿਆ ਹੋਇਆ ਇਹ ਸਰੂਪਾ ਅਤੇ ਫਰਮਾਨ ਬੀਜਾਪੁਰ ਪਹੁੰਚਿਆ ਤਾਂ ਬੀਜਾਪੁਰ ਦਾ ਬਾਦਸ਼ਾਹ ਡਰ ਗਿਆ। ਉਹਨੇ ਸੋਚਿਆ ਕਿ ਜੇ ਸ਼ਾਹ ਜੀ ਨੂੰ ਨੀਹਾਂ ਵਿੱਚ ਚਿਣਵਾ ਕੇ ਮਾਰ ਦਿੱਤਾ ਗਿਆ ਤਾਂ ਕਿਤੇ ਸ਼ਹਿਨਸ਼ਾਹ ਦਾ ਸਾਰਾ ਗੁੱਸਾ ਉਹਦੇ ਤੇ ਨਾ ਵਰ ਪਵੇ ਕਿ ਉਹਨੇ ਸ਼ਹਿਨਸ਼ਾਹ ਵੱਲੋਂ ਨਿਯਤ ਕੀਤੇ ਅਫਸਰ ਨੂੰ ਜਾਨੋਂ ਮਾਰ ਕੇ ਸ਼ਹਿਨਸ਼ਾਹ ਦਾ ਅਪਮਾਨ ਕੀਤਾ ਹੈ। ਇਸ ਲਈ ਉਹਨੇ ਸ਼ਾਹ ਜੀ ਨੂੰ ਛੱਡ ਦਿੱਤਾ। ਇਸ ਤਰ੍ਹਾਂ ਸ਼ਿਵਾਜੀ ਦੀ ਚਾਲ ਸਫਲ ਹੋ ਗਈ। ਉਹਨਾਂ ਦਿਨਾਂ ਵਿੱਚ ਹੀ ਬੀਜਾਪੁਰ ਦੇ ਬਾਦਸ਼ਾਹ ਦੀ ਅਚਾਨਕ ਮੌਤ ਹੋ ਗਈ ਤੇ ਉਹਦਾ ਪੁੱਤਰ ਰਾਜਗੱਦੀ ਤੇ ਬੈਠ ਗਿਆ। ਉਸ ਵਕਤ ਮੁਗਲ ਬਾਦਸ਼ਾਹ ਸ਼ਾਹਜਹਾਨ ਦਾ ਲੜਕਾ ਔਰੰਗਜ਼ੇਬ ਬੀਜਾਪੁਰ ਨਾਲ ਲੱਗਦੇ ਦੱਖਣੀ ਇਲਾਕੇ ਦਾ ਵੱਡਾ ਮੁਗਲ ਹਾਕਮ ਸੀ। ਉਹਨੇ ਇਸ ਮੌਕੇ ਤੋਂ ਪੂਰਾ ਲਾਭ ਉਠਾਉਣ ਲਈ ਆਪਣੇ ਪਿਤਾ ਤੋਂ ਆਗਿਆ ਲੈ ਕੇ ਬੀਜਾਪੁਰ ਨੂੰ ਘੇਰ ਲਿਆ। ਬੀਜਾਪੁਰ ਦਾ ਨਵਾਂ ਬਾਦਸ਼ਾਹ ਬਹੁਤ ਪਰੇਸ਼ਾਨ ਹੋਇਆ, ਪਰ ਉਹਦੀ ਕਿਸਮਤ ਚੰਗੀ ਸੀ। ਉਹਦਾ ਇਸ ਵਿਪਤਾ ਤੋਂ ਜਲਦੀ ਹੀ ਛੁਟਕਾਰਾ ਹੋ ਗਿਆ। ਸ਼ਾਹਜਹਾਂ ਅਚਾਨਕ ਬਿਮਾਰ ਪੈ ਗਿਆ ਤੇ ਔਰੰਗਜ਼ੇਬ ਨੂੰ ਘੇਰਾ ਚੁੱਕ ਕੇ ਫੌਜਾਂ ਸਮੇਤ ਤਖਤ ਨੂੰ ਕਾਬੂ ਕਰਨ ਲਈ ਦੌੜਨਾ ਪਿਆ। ਉਹ ਆਪਣੇ ਤਿੰਨਾਂ ਭਰਾਵਾਂ ਨੂੰ ਮਾਰਨ ਵਿੱਚ ਕਾਮਯਾਬ ਹੋ ਗਿਆ। ਉਹਨੇ ਆਪਣੇ ਬਿਮਾਰ ਪਿਤਾ ਨੂੰ ਕੈਦ ਕਰ ਲਿਆ ਤੇ ਆਪ ਸਾਰੇ ਮੁਗਲ ਰਾਜ ਦਾ ਸ਼ਹਿਨਸ਼ਾਹ ਬਣ ਗਿਆ। ਔਰੰਗਜ਼ੇਬ ਦੇ ਬੀਜਾਪੁਰ ਤੋਂ ਜਾਣ ਪਿੱਛੋਂ ਸ਼ਿਵਾਜੀ ਨੇ ਬੀਜਾਪੁਰ ਦੇ ਇਲਾਕਿਆਂ ਤੇ ਇੱਕੇ ਦੁੱਕੇ ਛਾਪੇ ਮਾਰ ਕੇ ਹਕੂਮਤ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਸ਼ਿਵਾਜੀ ਦਾ ਕੰਡਾ ਕੱਢਣ ਲਈ ਉਹਨੇ ਇੱਕ ਬੜਾ ਵੱਡਾ ਲਸ਼ਕਰ ਤਿਆਰ ਕੀਤਾ। ਇਸ ਦੀ ਕਮਾਨ ਲਈ ਉਸਨੇ ਇੱਕ ਜਰਨੈਲ ਅਫਜ਼ਲ ਖਾਂ, ਜੋ ਸ਼ਰੀਕਾਂ ਵਿੱਚੋਂ ਬਾਦਸ਼ਾਹ ਦਾ ਮਾਮਾ ਲੱਗਦਾ ਸੀ, ਆਪਣੇ ਆਪ ਨੂੰ ਪੇਸ਼ ਕੀਤਾ। ਅਫਜ਼ਲ ਖਾਂ ਕੱਦ ਕਾਠ ਦਾ ਬੜਾ ਲੰਮਾ ਚੌੜਾ ਜਵਾਨ ਸੀ ਤੇ ਇਹਦੀ ਤਾਕਤ ਦੀਆਂ ਧੁੰਮਾਂ ਸਾਰੇ ਪਾਸੇ ਪਈਆਂ ਹੋਈਆਂ ਸਨ। ਫੌਜ ਦੀ ਕਮਾਨ ਸੰਭਾਲਣ ਲੱਗਿਆ ਇਹਨੇ ਸ਼ੇਖੀ ਮਾਰੀ ਸੀ ਕਿ ਉਹ ਜਾਂਦਿਆਂ ਹੀ ਸ਼ਿਵਾਜੀ ਨੂੰ ਪਿੰਜਰੇ ਵਿੱਚ ਬੰਦ ਕਰਕੇ ਲੈ ਆਏਗਾ। ਉਹਨੇ ਚੱਬਦੇ ਹੀ ਲਸ਼ਕਰ ਲੈ ਕੇ ਸ਼ਿਵਾਜੀ ਤੇ ਚੜ੍ਹਾਈ ਕਰ ਦਿੱਤੀ ਤੇ ਸ਼ਿਵਾਜੀ ਨੂੰ ਪਿਛਾਂਹ ਧਿੱਕਦਾ ਗਿਆ। ਰਾਹ ਵਿੱਚ ਵਾਈ ਨਾਮ ਅਸਥਾਨ ਤੇ ਪਹੁੰਚ ਕੇ ਉਹ ਇੱਕ ਪਿੰਜਰਾ ਬਣਵਾਉਣ ਵਿੱਚ ਰੁੱਝ ਗਿਆ, ਜਿਸ ਵਿੱਚ ਉਸਨੇ ਸ਼ਿਵਾਜੀ ਨੂੰ ਕੈਦ ਕਰਕੇ ਬੀਜਾਪੁਰ ਵਿੱਚ ਲਿਆਉਣਾ ਚਾਹੁੰਦਾ ਸੀ। ਨਾਲ ਹੀ ਇੱਥੋਂ ਉਹਨੇ ਆਪਣੇ ਇੱਕ ਦੂਤ ਰਾਹੀਂ ਸ਼ਿਵਾਜੀ ਨੂੰ ਸੁਨੇਹਾ ਭੇਜਿਆ ਕਿ ਉਹ ਉਹਦੇ ਨਾਲ ਮੁਲਾਕਾਤ ਕਰਨੀ ਚਾਹੁੰਦਾ ਹੈ। ਸ਼ਿਵਾਜੀ ਵਰਗਾ ਚੁਕੰਨਾ ਨੇਤਾ ਅਜਿਹੀਆਂ ਚਾਲਾਂ ਵਿੱਚ ਫਸਣ ਵਾਲਾ ਨਹੀਂ ਸੀ। ਜਦੋਂ ਅਫਜ਼ਲ ਖਾਂ ਦਾ ਦੂਤ ਕ੍ਰਿਸ਼ਨ ਜੀ ਭਾਸਕਰ ਸ਼ਿਵਾਜੀ ਕੋਲ ਆਇਆ ਤਾਂ ਅੱਧੀ ਰਾਤ ਵੇਲੇ ਸ਼ਿਵਾਜੀ ਕਿਸੇ ਨੂੰ ਵੀ ਪਤਾ ਲੱਗੇ ਬਿਨਾਂ ਉਹਦੇ ਤੰਬੂ ਵਿੱਚ ਗਿਆ ਤੇ ਉਹਨੇ ਹਿੰਦੂ ਧਰਮ ਦਾ ਵਾਸਤਾ ਪਾਉਂਦਿਆਂ ਆਖਿਆ ਕਿ ਸੱਚ ਦੱਸਣ ਨੂੰ ਕਿਹਾ ਕਿ ਵਾਸਤਵ ਵਿੱਚ ਅਫਜ਼ਲ ਖਾਂ ਚਾਹੁੰਦਾ ਕੀ ਹੈ। ਪਹਿਲਾਂ ਤਾਂ ਕ੍ਰਿਸ਼ਨ ਜੀ ਸ਼ਿਵਾਜੀ ਨੂੰ ਟਾਲਦਾ ਰਿਹਾ, ਪਰ ਸ਼ਿਵਾਜੀ ਦੇ ਕੜੀ ਮੁੜੀ ਜ਼ੋਰ ਦੇਣ ਤੇ ਉਹਨੇ ਦੱਸਿਆ ਕਿ ਅਫਜ਼ਲ ਖਾਂ ਅਸਲ ਵਿੱਚ ਉਹਨੂੰ ਧੋਖਾ ਦੇ ਕੇ ਫੜਨਾ ਚਾਹੁੰਦਾ ਹੈ। ਸ਼ਿਵਾਜੀ ਨੇ ਵਾਪਸ ਆ ਕੇ ਆਪਣੇ ਇੱਕ ਅਫਸਰ ਪੰਤ ਜੀ ਗੋਪੀਨਾਥ ਨੂੰ ਅਫਜ਼ਲ ਖਾਂ ਕੋਲ ਇਹ ਸੁਨੇਹਾ ਦੇ ਕੇ ਭੇਜਿਆ ਕਿ ਸ਼ਿਵਾਜੀ ਉਹਨੂੰ ਮਿਲਣ ਨੂੰ ਤਿਆਰ ਹੈ, ਪਰ ਉਹਨੂੰ ਕੁਝ ਸਮਾਂ ਦਿੱਤਾ ਜਾਏ ਜਿਸ ਵਿੱਚ ਉਹ ਅਫਜ਼ਲ ਖਾਂ ਅਤੇ ਉਹਦੇ ਅਫਸਰਾਂ ਦੇ ਯੋਗ ਸਵਾਗਤ ਦੀ ਤਿਆਰੀ ਕਰ ਸਕੇ। ਅਫਜ਼ਲ ਖਾਨ ਨੇ ਇਹ ਗੱਲ ਖੁਸ਼ੀ ਨਾਲ ਸਵੀਕਾਰ ਕਰ ਲਈ ਅਤੇ ਮੁਲਾਕਾਤ ਦਾ ਦਿਨ ਨਿਯਤ ਕਰਕੇ ਸ਼ਿਵਾਜੀ ਨੂੰ ਇਤਲਾਹ ਭੇਜ ਦਿੱਤੀ। ਸ਼ਿਵਾਜੀ ਨੇ ਅਫਜ਼ਲ ਖਾਨ ਨੂੰ ਮਿਲਣ ਲਈ ਪ੍ਰਤਾਪਗੜ੍ਹ ਦੇ ਕੋਲ ਹੀ ਇੱਕ ਥਾਂ ਚੁਣੀ ਤੇ ਉੱਥੋਂ ਤੱਕ ਪਹੁੰਚਣ ਵਾਲਾ ਸਾਰਾ ਰਸਤਾ ਸਾਫ਼ ਕਰਵਾ ਦਿੱਤਾ। ਅਫਜ਼ਲ ਖਾਨ ਦੇ ਸਵਾਗਤ ਲਈ ਇੱਕ ਬਹੁਮੁੱਲਾ ਸ਼ਾਮਿਆਨਾ ਲਗਵਾਇਆ ਗਿਆ, ਜਿਸ ਨੂੰ ਪੂਰੀ ਠਾਠ ਬਾਠ ਨਾਲ ਸਜਾਇਆ ਗਿਆ। ਨਾਲ ਹੀ ਉਹਨੇ ਤਾਨਾ ਜੀ ਅਤੇ ਇੱਕ ਦੋ ਹੋਰ ਅਫਸਰਾਂ ਨਾਲ ਸਲਾਹ ਕਰਕੇ ਆਪਣੀਆਂ ਫੌਜਾਂ ਨੂੰ ਆਲੇ ਦੁਆਲੇ ਦੇ ਸੰਘਲੇ ਜੰਗਾਂ ਵਿੱਚ ਲੁਕੋ ਦਿੱਤਾ ਤੇ ਉਹਨਾਂ ਨੂੰ ਹਦਾਇਤ ਕੀਤੀ ਕਿ ਸ਼ਿਵਾਜੀ ਦੇ ਸੰਖ ਦੀ ਆਵਾਜ਼ ਸੁਣਦਿਆਂ ਹੀ ਅਫਜ਼ਲ ਖਾਨ ਦੀ ਫੌਜ ਤੇ ਟੁੱਟ ਪੈਣ। ਇਹ ਪ੍ਰਬੰਧ ਕਰਕੇ ਸ਼ਿਵਾਜੀ ਨੇ ਇੱਕ ਸਭਾ ਨਿਯਤ ਕੀਤੀ ਜਿਹੜੀ ਉਹਦੇ ਮਾਰੇ ਜਾਣ ਦੀ ਹਾਲਤ ਵਿੱਚ ਰਾਜ ਦਾ ਕੰਮ ਚਲਾਏ ਤੇ ਉਹਨੇ ਆਪਣੇ ਬਚਾ ਲਈ ਕੱਪੜਿਆਂ ਦੇ ਥੱਲੇ ਲੋਹੇ ਦੀ ਸੰਜੋਗ ਅਤੇ ਸਿਰ ਤੇ ਪੱਗ ਦੇ ਥੱਲੇ ਇੱਕ ਲੋਹੇ ਦੀ ਟੋਪੀ ਪਾ ਲਈ। ਉਹਨੇ ਆਪਣੇ ਸੱਜੇ ਹੱਥ ਵਿੱਚ ਇੱਕ ਤਿੱਖਾ ਜਿਹਾ ਖੰਜਰ ਲੁਕਾ ਲਿਆ ਤੇ ਖੱਬੇ ਹੱਥ ਤੇ ਬਾਗ ਨਖ ਵਾਲਾ ਇੱਕ ਸ਼ਸਤਰ ਚੜਾ ਲਿਆ। ਮੁਲਾਕਾਤ ਤੋਂ ਪਹਿਲੀ ਰਾਤ ਉਹ ਦੇਵੀ ਭਵਾਨੀ ਦੀ ਉਪਾਸਨਾ ਕਰਦਾ ਰਿਹਾ ਤੇ ਆਪਣੀ ਸਫਲਤਾ ਲਈ ਅਰਦਾਸ ਕਰਕੇ ਆਪਣੀ ਮਾਤਾ ਪਾਸੋਂ ਅਸੀਸਾਂ ਲੈ ਕੇ ਉਹ ਸਵੇਰ ਮੁਲਾਕਾਤ ਅਸਥਾਨ ਵੱਲ ਤੁਰ ਪਿਆ। ਐਨ ਠੀਕ ਸਮੇਂ ਤੇ ਸ਼ਿਵਾਜੀ ਆਪਣੇ 3 ਹੋਰ ਸਾਥੀਆਂ ਸਮੇਤ
ਪਹਾੜੀ ਤੋਂ ਥੱਲੇ ਉਤਰਿਆ ਤੇ ਮੁਲਾਕਾਤ ਲਈ ਲਗਾਏ ਗਏ ਸ਼ਾਮਿਆਨੇ ਵੱਲ ਵਧਿਆ। ਉਧਰ ਅਫਜ਼ਲ ਖਾਨ ਵੀ ਆਪਣੀ ਪਾਲਕੀ ਵਿੱਚ ਉੱਥੇ ਪਹੁੰਚ ਗਿਆ। ਉਸ ਨਾਲ 3 ਜਣੇ ਸਨ, ਜਿਨ੍ਹਾਂ ਵਿੱਚੋਂ ਇੱਕ ਬੜਾ ਪ੍ਰਸਿੱਧ ਤੇਗਜ਼ਨ ਸੈਯਦ ਬੰਦਾ ਵੀ ਸੀ। ਪਰ ਸ਼ਿਵਾਜੀ ਨੇ ਇਹ ਕਹਿ ਭੇਜਿਆ ਕਿ ਪੁਰਅਮਨ ਮੁਲਾਕਾਤ ਵਿੱਚ ਸੈਯਦ ਬੰਦਾ ਵਰਗੇ ਯੋਧੇ ਦੀ ਕੀ ਲੋੜ ਹੈ, ਤੇ ਜੇ ਅਫਜ਼ਲ ਖਾਨ ਉਸ ਨੂੰ ਵਾਪਸ ਭੇਜ ਦੇਵੇ ਤਾਂ ਸ਼ਿਵਾਜੀ ਵੀ ਆਪਣਾ ਇੱਕ ਸਾਥੀ ਵਾਪਸ ਕਰ ਦੇਵੇਗਾ। ਅਫਜ਼ਲ ਖਾਨ ਇਹ ਗੱਲ ਝੱਟ ਮੰਨ ਗਿਆ। ਇਸ ਲਈ ਸ਼ਿਵਾਜੀ ਆਪਣੇ 2 ਸਾਥੀਆਂ ਨਾਲ ਸ਼ਾਮਿਆਨੇ ਵਿੱਚ ਦਾਖਲ ਹੋਇਆ। ਸ਼ਿਵਾਜੀ ਦੇ ਅੰਦਰ ਆਉਂਦਿਆਂ ਹੀ ਅਫਜ਼ਲ ਖਾਨ ਨੇ ਝਗੜਾ ਖੜਾ ਕਰਨ ਦੀ ਨੀਅਤ ਨਾਲ ਸ਼ਿਵਾਜੀ ਨੂੰ ਪੁੱਛਿਆ ਕਿ ਇੱਕ ਮਾਮੂਲੀ ਜਿਹੇ ਜ਼ਿੰਮੇਦਾਰ ਕੋਲ ਇਸ ਤਰ੍ਹਾਂ ਦੀਆਂ ਕੀਮਤੀ ਚੀਜ਼ਾਂ ਕਿੱਥੋਂ ਆਈਆਂ। ਸ਼ਿਵਾਜੀ ਨੇ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਕਿ ਇੱਕ ਰਸੋਈਏ ਦੇ ਪੁੱਤਰ ਨੂੰ ਇਹਨਾਂ ਗੱਲਾਂ ਨਾਲ ਕੀ ਵਾਸਤਾ ਹੈ। ਇਸ 'ਤੇ ਅਫਜ਼ਲ ਖਾਨ ਨੇ ਸ਼ਿਵਾਜੀ ਨੂੰ ਜੱਫਾ ਮਾਰ ਕੇ ਜ਼ੋਰ ਦੀ ਧੌਣ ਨੂੰ ਕੁੱਟਿਆ। ਉਹਦਾ ਖਿਆਲ ਸੀ ਕਿ ਇਸ ਤਰ੍ਹਾਂ ਉਹ ਸ਼ਿਵਾਜੀ ਦੀ ਗਰਦਨ ਮਰੋੜ ਸੁੱਟੇਗਾ। ਜਦੋਂ ਸ਼ਿਵਾਜੀ ਨੇ ਆਪਣੇ ਆਪ ਨੂੰ ਅਫਜ਼ਲ ਖਾਨ ਦੇ ਸਕੰਜੇ ਵਿੱਚ ਇਸ ਤਰ੍ਹਾਂ ਜਕੜਿਆ ਵੇਖਿਆ ਤਾਂ ਇੱਕ ਵਾਰ ਉਹਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ। ਪਰ ਫਿਰ ਅਚਾਨਕ ਉਹਨੇ ਹੋਸ਼ ਸੰਭਾਲੀ ਤੇ ਫੁਰਤੀ ਨਾਲ ਆਪਣੇ ਖੱਬੇ ਹੱਥ ਨੂੰ ਛੁਡਾ ਕੇ ਬਾਗ ਨੱਕ ਅਫਜ਼ਲ ਖਾਨ ਦੀ ਪਿੱਠ ਵਿੱਚ ਖੋਪ ਦਿੱਤਾ। ਇਸ ਨਾਲ ਅਫਜ਼ਲ ਖਾਨ ਜੱਫਾ ਕੁਝ ਢਿੱਲਾ ਹੋਇਆ ਤਾਂ ਸ਼ਿਵਾਜੀ ਨੇ ਸੱਜੇ ਹੱਥ ਨਾਲ ਖੰਜਰ ਦਾ ਵਾਰ ਕੀਤਾ। ਇਸ 'ਤੇ ਅਫਜ਼ਲ ਖਾਨ ਨੇ ਪਿਛਾਂਹ ਹਟ ਕੇ ਸ਼ਿਵਾਜੀ ਦੇ ਸਿਰ 'ਤੇ ਤਲਵਾਰ ਦਾ ਇੱਕ ਭਰਵਾਂ ਵਾਰ ਕੀਤਾ। ਉਹਦੀ ਤਲਵਾਰ ਪੱਗ ਨੂੰ ਚੀਰਦੀ ਹੋਈ ਲੋਹੇ ਦੀ ਟੋਪੀ ਵਿੱਚ ਜਾ ਖੁੱਭੀ, ਪਰ ਸ਼ਿਵਾਜੀ ਦੇ ਸਿਰ 'ਤੇ ਮਾਮੂਲੀ ਜਿਹੀ ਝਰੀਟ ਹੀ ਆਈ। ਇਤਨੇ ਵਿੱਚ ਸ਼ਿਵਾਜੀ ਨੇ ਆਪਣੇ ਕੋਲ ਖੜੇ ਸਾਥੀ ਕੋਲੋਂ ਤਲਵਾਰ ਖੋਹ ਕੇ ਅਫਜ਼ਲ 'ਤੇ ਐਸਾ ਵਾਰ ਕੀਤਾ ਕਿ ਅਫਜ਼ਲ ਖਾਨ ਦਾ ਖੱਬਾ ਮੋਢਾ ਹੀ ਨਾਲੋਂ ਲੈ ਗਿਆ। ਅਫਜ਼ਲ ਖਾਨ ਥੱਲੇ ਡਿੱਗ ਪਿਆ। ਉਹਨੇ ਮਦਦ ਲਈ ਰੌਲਾ ਪਾ ਦਿੱਤਾ। ਸੈਯਦ ਬੰਦਾ ਤੇ ਉਹਦੇ ਦੂਜੇ ਸਾਥੀ ਭੱਜੇ ਆਏ ਤੇ ਉਹ ਫੱਟੜ ਹੋਏ ਖਾਨ ਨੂੰ ਛੇਤੀ ਨਾਲ ਪਾਲਕੀ ਵਿੱਚ ਲੱਦ ਕੇ ਆਪਣੇ ਅੱਡੇ ਵੱਲ ਨੱਠ ਉੱਠੇ। ਪਰ ਸੰਭਾਜੀ ਕਾਵਾਜੀ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਪਾਲਕੀ ਚੁੱਕੀ ਜਾਂਦਿਆਂ ਦੀਆਂ ਲੱਤਾਂ 'ਤੇ ਤਲਵਾਰਾਂ ਮਾਰ ਕੇ ਉਹਨਾਂ ਨੂੰ ਨਕਾਰਾ ਕਰ ਦਿੱਤਾ। ਫਿਰ ਫੁਰਤੀ ਨਾਲ ਤਲਵਾਰ ਦੇ ਵਾਰ ਨਾਲ ਅਫਜ਼ਲ ਖਾਨ ਦਾ ਸਿਰ ਲਾ ਦਿੱਤਾ। ਸ਼ਿਵਾਜੀ ਨੇ ਦੋਹਾਂ ਸਰਦਾਰਾਂ ਦੇ ਸੈਯਦ ਬੰਦੇ ਨੂੰ ਵੀ ਉੱਥੋਂ ਹੀ ਮਾਰ ਸੁੱਟਿਆ ਤੇ ਅਫਜ਼ਲ ਖਾਨ ਦਾ ਇੱਕ ਸਿਰ ਚੁੱਕ ਕੇ ਸ਼ਿਵਾਜੀ ਦੇ ਅੱਗੇ ਲਿਆ ਰੱਖਿਆ। ਸ਼ਿਵਾਜੀ ਨੇ ਝਟਪਟ ਆਪਣਾ ਸੰਖ ਵਜਾਇਆ, ਜਿਸ 'ਤੇ ਲੁਕੀਆਂ ਹੋਈਆਂ ਮਰਹੱਟਾ ਫੌਜਾਂ ਅਫਜ਼ਲ ਖਾਨ ਦੀ ਫੌਜ 'ਤੇ ਟੁੱਟ ਪਈਆਂ ਤੇ ਉਹਨਾਂ ਨੇ ਵੇਖਦੇ ਹੀ ਵੇਖਦੇ ਮੁਸਲਮਾਨੀ ਫੌਜ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਇਸ ਲੜਾਈ ਵਿੱਚ ਬਹੁਤ ਸਾਰਾ ਖਜ਼ਾਨਾ ਅਤੇ ਲੜਾਈ ਦਾ ਸਮਾਨ ਸ਼ਿਵਾਜੀ ਦੇ ਹੱਥ ਲੱਗਾ, ਜਿਸ ਤੋਂ ਜੋ ਸ਼ਿਵਾਜੀ ਨੇ ਆਪਣੇ ਫੌਜੀਆਂ ਨੂੰ ਬਹੁਤ ਸਾਰਾ ਇਨਾਮ ਵੰਡਿਆ। ਸ਼ਿਵਾਜੀ ਅਫਜ਼ਲ ਖਾਨ ਦਾ ਲਹੂ ਨਾਲ ਲਿਬੜਿਆ ਹੋਇਆ ਸਿਰ ਲੈ ਕੇ ਆਪਣੀ ਮਾਤਾ ਜੀਜਾਬਾਈ ਪਾਸ ਗਿਆ ਤੇ ਉਹਦੇ ਚਰਨਾਂ 'ਤੇ ਮੱਥਾ ਟੇਕਿਆ। ਜੀਜਾਬਾਈ ਸ਼ਿਵਾਜੀ ਦੀ ਜਿੱਤ 'ਤੇ ਬੜੀ ਖੁਸ਼ ਹੋਈ। ਉਹ ਇਹ ਸਾਰਾ ਨਜ਼ਾਰਾ ਪਹਿਲਾਂ ਹੀ ਪ੍ਰਤਾਪਗੜ੍ਹ ਦੇ ਕਿਲੇ ਤੋਂ ਵੇਖਦੀ ਰਹੀ ਸੀ। ਜਿਸ ਥਾਂ 'ਤੇ ਅਫਜ਼ਲ ਖਾਨ ਡਿੱਗਾ ਸੀ, ਉਸੇ ਥਾਂ 'ਤੇ ਉਹਦੇ ਸਿਰ ਨੂੰ ਦਬਾ ਕੇ ਉਸ ਉੱਪਰ ਇੱਕ ਮੁਨਾਰਾ ਬਣਾ ਦਿੱਤਾ ਗਿਆ। ਇਸ ਮੁਨਾਰੇ ਨੂੰ ਅਫਜ਼ਲ ਖਾਨ ਦਾ ਮੁਨਾਰਾ ਕਹਿੰਦੇ ਹਨ। ਅਫਜ਼ਲ ਖਾਨ ਦੀ ਤਲਵਾਰ ਅੱਜ ਕੱਲ੍ਹ ਵੀ 17 ਦੇ ਮਰਹੱਟਾ ਸਰਦਾਰਾਂ ਪਾਸ ਹੈ। ਬੀਜਾਪੁਰ ਨਾਲ ਸੰਧੀ। ਜਦੋਂ ਅਫਜ਼ਲ ਖਾਨ ਦੀ ਮੌਤ ਅਤੇ ਫੌਜ ਦੇ ਬੁਰੇ ਹਾਲ ਦੀ ਖਬਰ ਬੀਜਾਪੁਰ ਪਹੁੰਚੀ ਤਾਂ ਉੱਥੇ ਹਰ ਥਾਂ ਸੋਗ ਵਰਤ ਗਿਆ। ਅਗਾਂਹ ਨੂੰ ਵਧਦੇ ਹੋਏ ਸ਼ਿਵਾਜੀ ਨੇ ਬੀਜਾਪੁਰ ਦੇ ਕਈ ਹੋਰ ਕਿਲਿਆਂ 'ਤੇ ਵੀ ਕਬਜ਼ਾ ਕਰ ਲਿਆ। ਬੀਜਾਪੁਰ ਦੇ ਬਾਦਸ਼ਾਹ ਨੇ ਇੱਕ ਵਾਰ ਫੇਰ ਆਪਣੇ ਰਾਜ ਦੀ ਸਾਰੀ ਫੌਜ ਨੂੰ ਸ਼ਿਵਾਜੀ ਦੇ ਵਿਰੁੱਧ ਭੇਜਿਆ। ਇਸ ਵਾਰ ਫੌਜ ਦੀ ਕਮਾਨ ਇੱਕ ਹਬਸ਼ੀ ਜਰਨੈਲ ਸਿੱਦੀ ਜੌਹਰ ਨੂੰ ਦਿੱਤੀ ਗਈ ਤੇ ਉਹਦੇ ਮਾਤਹਿਤ ਅਫਜ਼ਲ ਖਾਨ ਦੇ ਪੁੱਤਰ ਫਜ਼ਲ ਮੁਹੰਮਦ ਨੂੰ ਭੇਜਿਆ ਗਿਆ। ਸਿੱਦੀ ਜੌਹਰ ਨੇ ਸ਼ਿਵਾਜੀ ਨੂੰ ਪਨਹਾਲ ਦੇ ਕਿਲੇ ਵਿੱਚ ਘੇਰ ਲਿਆ। ਇੱਥੇ ਸ਼ਿਵਾਜੀ ਬੜੀ ਕੜਕੀ ਵਿੱਚ ਫਸ ਗਿਆ, ਪਰ ਉਹਨੇ ਇੱਕ ਵਾਰ ਫਿਰ ਹਿੰਮਤ ਅਤੇ ਹੌਸਲੇ ਤੋਂ ਕੰਮ ਲਿਆ। ਉਹਨੇ ਸਿੱਦੀ ਜੌਹਰ ਨਾਲ ਮੁਲਾਕਾਤ ਕੀਤੀ, ਕਿਲੇ ਨੂੰ ਉਹਦੇ ਹਵਾਲੇ ਕਰ ਦੇਣ ਬਾਰੇ ਗੱਲਬਾਤ ਕੀਤੀ। ਜਦੋਂ ਸਿੱਦੀ ਜੌਹਰ ਦੇ ਸੈਨਿਕਾਂ ਨੂੰ ਕਿਲੇ ਦੇ ਹਥਿਆਰ ਸੁੱਟ ਦੇਣ ਦਾ ਪਤਾ ਲੱਗਾ ਤਾਂ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਖੂਬ ਜਸ਼ਨ ਮਨਾਉਣ ਲੱਗ ਪਏ। ਸ਼ਿਵਾਜੀ ਮੌਕੇ ਦੀ ਤਾੜ ਵਿੱਚ ਸੀ। ਉਹ ਰਾਤੋਂ ਰਾਤ ਆਪਣੇ ਕੁਝ ਚੁਣੇ ਹੋਏ ਸਾਥੀਆਂ ਸਮੇਤ ਕਿਲੇ ਦੇ ਕਠਨ ਪਹਾੜੀ ਰਸਤਿਓਂ ਨਿਕਲ ਕੇ ਆਪਣੇ ਕਿਲੇ ਵਿਸ਼ਾਲਗੜ੍ਹ ਨੂੰ ਚਲਾ ਗਿਆ। ਅਜੇ ਲੋੜ ਨਹੀਂ ਸੀ ਲੱਗੀ ਜਦੋਂ ਸਿੱਦੀ ਜੌਹਰ ਨੂੰ ਸ਼ਿਵਾਜੀ ਦੇ ਨਿਕਲ ਜਾਣ ਦਾ ਪਤਾ ਲੱਗ ਗਿਆ। ਉਹਨੇ ਫੌਰਨ ਫਜ਼ਲ ਮੁਹੰਮਦ ਨੂੰ ਆਪਣਾ ਸਾਰਾ ਰਿਸਾਲਾ ਦੇ ਕੇ ਸ਼ਿਵਾਜੀ ਦਾ ਪਿੱਛਾ ਕਰਨ ਲਈ ਭੇਜਿਆ। ਸ਼ਿਵਾਜੀ ਅਜੇ ਵਿਸ਼ਾਲਗੜ੍ਹ ਤੋਂ ਲਗਭਗ 6 ਮੀਲ ਦੂਰ ਸੀ ਜਦੋਂ ਉਹਨੂੰ ਪਿੱਛਾ ਕਰ ਰਹੀ ਬੀਜਾਪੁਰੀ ਫੌਜ ਦਿਸ ਪਈ। ਸ਼ਿਵਾਜੀ ਆਪਣੇ ਇੱਕ ਬਹਾਦਰ ਯੋਧੇ ਬਾਜੀ ਦੇਸ਼ਪਾਂਡੇ ਨੂੰ ਵੈਰੀ ਦੀ ਫੌਜ ਦੇ ਰੋਕਣ ਦਾ ਕੰਮ ਸੌਂਪ ਕੇ ਆਪ ਵਿਸ਼ਾਲਗੜ੍ਹ ਵੱਲ ਵਧਿਆ। ਉਹਨੇ ਬਾਜੀ ਦੇਸ਼ਪਾਂਡੇ ਨੂੰ ਹਦਾਇਤ ਕੀਤੀ ਕਿ ਜਿੰਨਾ ਚਿਰ ਉਹ ਵਿਸ਼ਾਲਗੜ੍ਹ ਤੋਂ ਤੋਪ ਚੱਲਣ ਦੀ ਆਵਾਜ਼ ਨਾ ਸੁਣੇ ਉਹ ਉੱਥੇ ਹੀ ਡਟਿਆ ਰਹੇ। ਬੀਜਾਪੁਰੀ ਫੌਜ ਨੇ ਬੜੇ ਜ਼ੋਰ ਦਾ ਹੱਲਾ ਬੋਲਿਆ, ਪਰ ਮਰਹੱਟਿਆਂ ਨੇ ਉਹਨਾਂ ਨੂੰ ਪਿੱਛੇ ਧੱਕ ਦਿੱਤਾ। ਇਸੇ ਤਰ੍ਹਾਂ ਮਰਹੱਟੇ ਉਨਾਂ ਚਿਰ ਜਾਨ ਤੋੜ ਕੇ ਲੜਦੇ ਰਹੇ ਜਿੰਨਾ ਚਿਰ ਉਹਨਾਂ ਨੂੰ ਵਿਸ਼ਾਲਗੜ੍ਹ ਤੋਂ ਤੋਪ ਦੇ ਚੱਲਣ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਅੰਤ ਨੂੰ ਜਦ ਤੋਪ ਚੱਲਣ ਦੀ ਆਵਾਜ਼ ਆਈ ਤਾਂ ਬਾਜੀ ਦੇਸ਼ਪਾਂਡੇ ਬੁਰੀ ਤਰ੍ਹਾਂ ਫੱਟੜ ਹੋ ਚੁੱਕਾ ਸੀ ਤੇ ਅੰਤਲੇ ਸਵਾਸ ਲੈ ਰਿਹਾ ਸੀ। ਉਹਦੇ ਸਾਥੀਆਂ ਨੇ ਲੜਾਈ ਬੰਦ ਕਰ ਦਿੱਤੀ ਤੇ ਆਪਣੇ ਪਿਆਰੇ ਨੇਤਾ ਦੀ ਲਾਸ਼ ਚੁੱਕ ਕੇ ਉਹ ਵੀ ਵਿਸ਼ਾਲਗੜ੍ਹ ਪਹੁੰਚ ਗਏ, ਜਿੱਥੇ ਉਹਨਾਂ ਨੂੰ ਘੇਰਨਾ ਬੜਾ ਔਖਾ ਸੀ। ਸਿੱਦੀ ਜੌਹਰ ਦੀ ਅਸਫਲਤਾ ਤੇ ਬੀਜਾਪੁਰ ਦੇ ਬਾਦਸ਼ਾਹ ਨੇ ਉਹਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ।
ਉਹਨੇ ਬਾਦਸ਼ਾਹ ਦੇ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਇਸ ਤਰ੍ਹਾਂ ਬਗਾਵਤ ਨੂੰ ਦਬਾਉਣ ਲਈ ਫਿਰ ਲਗਭਗ ਸਾਰੀ ਬੀਜਾਪੁਰੀ ਫੌਜ ਭੇਜਣੀ ਪਈ। ਸ਼ਿਵਾਜੀ ਨੇ ਇਸ ਮੌਕੇ ਤੋਂ ਫਾਇਦਾ ਉਠਾਇਆ ਅਤੇ ਆਸ-ਪਾਸ ਦੇ ਹੋਰ ਇਲਾਕਿਆਂ 'ਤੇ ਵੀ ਆਪਣਾ ਅਧਿਕਾਰ ਜਮਾ ਲਿਆ। ਬੀਜਾਪੁਰ ਦੇ ਬਾਦਸ਼ਾਹ ਦੀ ਬੜੀ ਦੁਰਦਸ਼ਾ ਸੀ। ਉਹਨੇ ਸ਼ਿਵਾਜੀ ਨਾਲ ਸੁਲਾਹ ਕਰਨੀ ਚਾਹੀ। ਉੱਧਰ ਸ਼ਿਵਾਜੀ ਵੀ ਅਮਨ ਚਾਹੁੰਦਾ ਸੀ, ਕਿਉਂਕਿ ਉਹਦਾ ਵੱਡਾ ਮਨੋਰਥ ਮਰਹੱਟਾ ਕੌਮ ਨੂੰ ਗੁਲਾਮੀ ਤੋਂ ਆਜ਼ਾਦ ਕਰਾਉਣਾ ਸੀ। ਬੀਜਾਪੁਰ ਦੇ ਬਾਦਸ਼ਾਹ ਨੇ ਸ਼ਿਵਾਜੀ ਨਾਲ ਸੁਲਾਹ ਕਰਨ ਲਈ ਗੱਲਬਾਤ ਕਰਨ ਲਈ ਉਹਦੇ ਪਿਤਾ ਸ਼ਾਹ ਜੀ ਨੂੰ ਚੁਣਿਆ। ਸ਼ਾਹ ਜੀ ਬੜੀ ਠਾਠ ਬਾਠ ਨਾਲ ਬੀਜਾਪੁਰ ਤੋਂ ਚੱਲਿਆ। ਸ਼ਿਵਾਜੀ ਉਹਨੂੰ ਜੇਜੂਰੀ ਨਾਮੀ ਥਾਂ 'ਤੇ ਮਿਲਿਆ। ਸ਼ਿਵਾਜੀ ਨੇ ਆਪਣੇ ਪਿਤਾ ਦੇ ਚਰਨਾਂ 'ਤੇ ਡੰਡੌਤ ਕੀਤੀ ਅਤੇ ਨੰਗੇ ਪੈਰ ਉਹਦੀ ਪਾਲਕੀ ਦੇ ਨਾਲ ਆਇਆ। ਉਹਦਾ ਪਿਤਾ ਬੜਾ ਪ੍ਰਸੰਨ ਹੋਇਆ। ਉਹਨੇ ਆਪਣੇ ਪੁੱਤਰ ਦੇ ਕੰਮ ਨੂੰ ਸਲਾਹਿਆ ਅਤੇ ਉਹਨੂੰ ਪ੍ਰੇਰਿਆ ਕਿ ਉਹ ਆਪਣੀ ਕੌਮ ਅਤੇ ਦੇਸ਼ ਦੀ ਇਸ ਸੇਵਾ ਨੂੰ ਜਾਰੀ ਰੱਖੇ। ਪੂਨੇ ਪਹੁੰਚ ਕੇ ਸ਼ਿਵਾਜੀ ਨੇ ਆਪਣੇ ਪਿਤਾ ਦੀ ਬੜੀ ਟਹਿਲ ਸੇਵਾ ਕੀਤੀ। ਸ਼ਾਹ ਜੀ ਨੇ ਬੀਜਾਪੁਰ ਵੱਲੋਂ ਸ਼ਿਵਾਜੀ ਨਾਲ ਜਿਹੜੀ ਸੰਧੀ ਕੀਤੀ, ਉਸ ਵਿੱਚ ਨਾ ਕੇਵਲ ਸ਼ਿਵਾਜੀ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਗਈਆਂ, ਬਲਕਿ ਸ਼ਿਵਾਜੀ ਦੀ ਆਜ਼ਾਦੀ ਨੂੰ ਪੂਰੀ ਤਰ੍ਹਾਂ ਸਵੀਕਾਰ ਕਰ ਲਿਆ ਗਿਆ। ਸ਼ਾਹ ਜੀ ਦੇ ਕਹਿਣ 'ਤੇ ਸ਼ਿਵਾਜੀ ਨੇ ਇੱਕ ਉੱਚੀ ਅਤੇ ਦੁਰਗਮ ਪਹਾੜੀ 'ਤੇ ਇੱਕ ਕਿਲ੍ਹਾ ਬਣਵਾਇਆ, ਜਿਸ ਦਾ ਨਾਂ ਉਸਨੇ ਰਾਏਗੜ੍ਹ ਰੱਖਿਆ। ਸ਼ਿਵਾਜੀ ਨੂੰ ਪੱਕਾ ਯਕੀਨ ਸੀ ਕਿ ਇਸ ਕਿਲ੍ਹੇ ਦੇ ਅੰਦਰ ਬੂਹੇ ਤੋਂ ਸਿਵਾ ਹੋਰ ਕਿਸੇ ਰਾਹ ਦਾ ਕੋਈ ਵੀ ਅੰਦਰ ਨਹੀਂ ਆ ਸਕਦਾ। ਪਰ ਇੱਕ ਵਾਰ ਇੱਕ ਗਵਾਲਨ, ਜਿਸ ਦਾ ਨਾਂ ਹੀਰਾ ਕਾਨੀ ਸੀ, ਕਿਲ੍ਹੇ ਦੇ ਅੰਦਰ ਦੁੱਧ ਵੇਚਦਿਆਂ ਚਿਰ ਹੋ ਗਿਆ। ਦਰਵਾਜ਼ੇ ਦੇ ਪਹਿਰੇਦਾਰਾਂ ਨੇ ਉਹਨੂੰ ਬਾਹਰ ਜਾਣ ਦੀ ਆਗਿਆ ਨਾ ਦਿੱਤੀ, ਪਰ ਉਹ ਆਪਣੇ ਬੱਚੇ ਨੂੰ ਕਿਲ੍ਹਿਓਂ ਬਾਹਰ ਇੱਕ ਪਿੰਡ ਵਿੱਚ ਆਪਣੀ ਸੱਸ ਕੋਲ ਛੱਡ ਕੇ ਆਈ ਹੋਈ ਸੀ। ਸੱਸ ਤੋਂ ਡਰਦੀ ਮਾਰੀ ਕਿਸੇ ਔਕੜ ਦੀ ਵੀ ਪਰਵਾਹ ਨਾ ਕਰਦਿਆਂ ਹੋਇਆਂ ਉਹ ਇੱਕ ਪਾਸਿਓਂ ਕੰਧ ਨੂੰ ਟੱਪ ਕੇ ਥੱਲੇ ਉਤਰ ਗਈ ਅਤੇ ਸੁੱਖ ਸਾਂਦ ਵੇਲੇ ਸਿਰ ਘਰ ਅੱਪੜ ਗਈ। ਜਦੋਂ ਸ਼ਿਵਾਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨੇ ਇਸ ਥਾਂ 'ਤੇ ਇੱਕ ਮੁਨਾਰਾ ਬਣਵਾਇਆ, ਜਿਸ ਦਾ ਨਾਂ ਉਹਨੇ ਉਸ ਬਹਾਦਰ ਗਵਾਲਰ ਦੇ ਨਾਂ 'ਤੇ ਹੀਰਾ ਕਾਨੀ ਮੁਨਾਰਾ ਰੱਖਿਆ। ਜਦੋਂ ਇਸ ਕਿਲ੍ਹੇ ਦੀ ਮਜ਼ਬੂਤੀ ਅਤੇ ਹਿਫਾਜ਼ਤ ਬਾਰੇ ਸ਼ਿਵਾਜੀ ਨੂੰ ਪੱਕਾ ਯਕੀਨ ਹੋ ਗਿਆ ਤਾਂ ਉਹਨਾਂ ਨੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ ਅਤੇ ਆਪਣਾ ਸਾਰਾ ਖਜ਼ਾਨਾ ਅਤੇ ਸਰਕਾਰੀ ਕਾਗਜ਼ ਪੱਤਰ ਇੱਥੇ ਹੀ ਰੱਖੇ। ਸ਼ਾਹ ਜੀ ਬੜੇ ਪਿਆਰ ਨਾਲ ਸ਼ਿਵਾਜੀ ਪਾਸ ਰਿਹਾ। ਕੁਝ ਦਿਨਾਂ ਪਿੱਛੋਂ ਸ਼ਿਵਾਜੀ ਨੇ ਉਹਨੂੰ ਬਹੁਤ ਸਾਰੇ ਤੋਹਫਿਆਂ ਅਤੇ ਕੀਮਤੀ ਚੀਜ਼ਾਂ ਨਾਲ ਬੀਜਾਪੁਰ ਵਾਪਸ ਭੇਜਿਆ। ਮੁਗਲਾਂ ਨਾਲ ਜੰਗ। ਬੀਜਾਪੁਰ ਨਾਲ ਸੰਧੀ ਹੋ ਜਾਣ ਪਿੱਛੋਂ ਸ਼ਿਵਾਜੀ ਨੇ ਮੁਗਲ ਰਾਜ ਦੇ ਇਲਾਕੇ ਵਿੱਚ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ 'ਤੇ ਔਰੰਗਜ਼ੇਬ ਨੇ ਆਪਣੇ ਮਾਮੇ ਸ਼ਾਇਸਤਾ ਖਾਨ ਨੂੰ, ਜਿਹੜਾ ਉਸ ਸਮੇਂ ਦੱਖਣ ਦਾ ਹਾਕਮ ਸੀ, ਸ਼ਿਵਾਜੀ ਦੇ ਵਿਰੁੱਧ ਸਖਤ ਕਾਰਵਾਈ ਲਈ ਹੁਕਮ ਦਿੱਤਾ। ਸ਼ਾਇਸਤਾ ਖਾਨ ਨੇ ਸ਼ਿਵਾਜੀ ਨੂੰ ਪਿਛਾਂਹ ਧੱਕ ਦਿੱਤਾ। ਸ਼ਿਵਾਜੀ ਪੂਨੇ ਨੂੰ ਛੱਡ ਕੇ ਪਹਿਲਾਂ ਆਪਣੇ ਕਿਲ੍ਹੇ ਸਿੰਘਗੜ੍ਹ ਵਿੱਚ ਅਤੇ ਫਿਰ ਸਿੰਘਗੜ੍ਹ ਤੋਂ ਰਾਜਗੜ੍ਹ ਚਲਾ ਗਿਆ। ਸ਼ਾਇਸਤਾ ਖਾਨ ਨੇ ਪੂਨੇ 'ਤੇ ਕਬਜ਼ਾ ਕਰ ਲਿਆ ਅਤੇ ਰਹਿਣ ਲਈ ਉਹ ਇੱਕ ਮਹਲ ਚੁਣਿਆ, ਜਿਸ ਵਿੱਚ ਸ਼ਿਵਾਜੀ ਪਲਿਆ ਪੋਸਿਆ ਅਤੇ ਵੱਡਾ ਹੋਇਆ ਸੀ। ਅਪ੍ਰੈਲ 1663 ਵਿੱਚ ਇੱਕ ਦਿਨ ਇੱਕ ਪੂਨਾ ਨਿਵਾਸੀ ਨੇ ਸ਼ਹਿਰ ਦੇ ਕੋਤਵਾਲ ਤੋਂ ਆਗਿਆ ਮੰਗੀ ਕਿ ਉਹਦੀ ਲੜਕੀ ਦਾ ਵਿਆਹ ਹੈ, ਇਸ ਲਈ ਬਾਹਰੋਂ ਜੰਝ ਨੂੰ ਨਗਰ ਵਿੱਚ ਆਉਣ ਦਿੱਤਾ ਜਾਵੇ। ਆਗਿਆ ਮਿਲਣ 'ਤੇ ਸ਼ਿਵਾਜੀ ਆਪਣੇ ਸਾਥੀਆਂ ਤਾਨਾ ਜੀ, ਯੇਸਾ ਜੀ ਅਤੇ ਕੁਝ ਹੋਰ ਚੁਣੇ ਹੋਏ ਬਹਾਦਰ ਯੋਧਿਆਂ ਨਾਲ ਜਾਂਝੀਆਂ ਦਾ ਭੇਸ ਵਟਾ ਕੇ ਪੂਨੇ ਵਿੱਚ ਦਾਖਲ ਹੋਇਆ। ਲਾੜੇ ਅਤੇ ਜੰਝ ਦੇ ਨਾਲ ਸ਼ਿਵਾਜੀ ਆਪ ਤਾਂ ਢੋਲ ਵਜਾ ਰਿਹਾ ਸੀ ਅਤੇ ਉਹਦੇ ਬਾਕੀ ਸਾਥੀਆਂ ਵਿੱਚ ਕੋਈ ਤੂਤੀ ਵਜਾ ਰਿਹਾ ਸੀ ਅਤੇ ਕੋਈ ਵਾਜਾ। ਇਹਨਾਂ ਦੇ ਮਗਰ ਹੀ ਕੁਝ ਮਰਹੱਟੇ ਘੋੜਸਵਾਰ ਮੁਗਲ ਫੌਜੀਆਂ ਦੇ ਭੇਸ ਵਿੱਚ ਆਪਣੇ ਕੁਝ ਮਰਹੱਟੇ ਸਾਥੀਆਂ ਨੂੰ, ਜਿਨ੍ਹਾਂ ਦੀਆਂ ਮੁਸ਼ਕਾਂ ਬੰਨੀਆਂ ਹੋਈਆਂ ਸਨ, ਕੁੱਟਦੇ ਹੋਏ ਅੰਦਰ ਆਏ। ਪਹਿਰੇਦਾਰਾਂ ਨੇ ਉਹਨਾਂ ਨੂੰ ਆਪਣੇ ਹੀ ਫੌਜੀ ਸਮਝ ਕੇ ਅੰਦਰ ਲੰਘ ਜਾਣ ਦਿੱਤਾ। ਜਦੋਂ ਰਾਤ ਪਈ ਤਾਂ ਸਾਰੇ ਜਣੇ ਇਕੱਠੇ ਹੋਏ। ਤਾਨਾ ਜੀ, ਯੇਸ਼ਾ ਜੀ ਅਤੇ 20 ਕੁ ਹੋਰ ਬਹਾਦਰਾਂ ਨੂੰ ਆਪਣੇ ਨਾਲ ਸ਼ਿਵਾਜੀ ਆਪਣੇ ਘਰ ਲੈ ਗਿਆ। ਦਰਵਾਜ਼ੇ ਅੱਗੇ ਚੰਗਾ ਕਰੜਾ ਪਹਿਰਾ ਵੇਖ ਕੇ ਉਹ ਪਿਛਵਾੜੇ ਵੱਲੋਂ ਰਸੋਈ ਰਾਹੀਂ ਦਾਖਲ ਹੋਇਆ। ਕੁਝ ਰਸੋਈ ਅਜੇ ਰਸੋਈ ਵਿੱਚ ਹੀ ਕੰਮ ਕਰ ਰਹੇ ਸਨ ਅਤੇ ਕੋਈ ਸੁੱਤੇ ਪਏ ਸਨ। ਸ਼ਿਵਾਜੀ ਦੇ ਸਾਥੀਆਂ ਨੇ ਜਾਗਦੇ ਰਸੋਈਆਂ ਨੂੰ ਇੱਦਾਂ ਅੱਧ ਦਬੋਚਿਆ ਕਿ ਉਹਨਾਂ ਦੀ ਆਵਾਜ਼ ਤੱਕ ਨਾ ਨਿਕਲਣ ਦਿੱਤੀ। ਉਹਨਾਂ ਨੂੰ ਫਿਰ ਉਸ ਕਮਰੇ ਵਿੱਚ ਜਾਣ ਲਈ, ਜਿੱਥੇ ਸ਼ਾਇਸਤਾ ਖਾਨ ਸੁੱਤਾ ਹੋਇਆ ਸੀ, ਕੰਧ ਵਿੱਚੋਂ ਸੰਨ ਲਾਉਣੀ ਪਈ। ਅਜੀਬ ਜਿਹਾ ਖੜਾਕ ਸੁਣ ਕੇ ਇੱਕ ਅੱਧਾ ਜਣਾ ਜਿਹੜਾ ਜਾਗਦਾ ਪਿਆ ਸੀ ਚੁਕੰਨਾ ਹੋ ਗਿਆ, ਪਰ ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਇਹ ਗੱਲ ਕੀ ਹੈ, ਕਿਉਂਕਿ ਕਿਸੇ ਵੈਰੀ ਦਾ ਉਸ ਅੰਦਰ ਕਮਰੇ ਤੱਕ ਆ ਸਕਣਾ ਉਸਦੇ ਚਿੱਤ ਚੇਤੇ ਵੀ ਨਹੀਂ ਸੀ। ਅਚਾਨਕ ਅੰਦਰੋਂ ਤਲਵਾਰਾਂ ਦੇ ਚੱਲਣ ਅਤੇ ਚੀਕ ਚਿਹਾੜੇ ਦੀ ਆਵਾਜ਼ ਆਈ। ਸ਼ਾਇਸਤਾ ਖਾਨ ਦਾ ਲੜਕਾ ਆਪਣੇ ਪਿਓ ਵੱਲ ਭੱਜਾ ਆਇਆ। ਹਨੇਰੇ ਵਿੱਚ ਕਈ ਆਦਮੀ ਅਤੇ ਔਰਤਾਂ ਮਾਰੀਆਂ ਗਈਆਂ। ਸ਼ਾਇਸਤਾ ਖਾਨ ਦਾ ਪੁੱਤਰ ਵੀ ਮਾਰਿਆ ਗਿਆ, ਪਰ ਸ਼ਾਇਸਤਾ ਖਾਨ ਜਾਨ ਬਚਾ ਕੇ ਕਮਰੇ ਵਿੱਚੋਂ ਨਿਕਲ ਗਿਆ। ਉਹਦਾ ਸਿਰਫ ਇੱਕ ਹੱਥ ਦਾ ਅੰਗੂਠਾ ਹੀ ਕੱਟਿਆ ਗਿਆ। ਜਦੋਂ ਸ਼ਿਵਾਜੀ ਨੇ ਵੇਖਿਆ ਕਿ ਮੁਗਲ ਫੌਜ ਚੌਕੰਨੀ ਹੋ ਗਈ ਹੈ ਤਾਂ ਉਹ ਆਪਣੇ ਸਾਰੇ ਸਾਥੀਆਂ ਨਾਲ ਉੱਥੋਂ ਨਿਕਲ ਗਿਆ। ਸ਼ਿਵਾਜੀ ਨੇ ਰਾਹ ਵਿੱਚ ਥਾਂ 'ਤੇ ਆਪਣੇ ਸਿਪਾਹੀ ਖੜੇ ਕਰ ਦਿੱਤੇ ਤਾਂ ਜੋ ਉਹ ਕੋਈ ਰੁਕਾਵਟ ਨਾ ਪਾਉਣ ਅਤੇ ਨਾ ਹੀ ਕੋਈ ਆਸਾਨੀ ਨਾਲ ਉਹਨਾਂ ਦਾ ਪਿੱਛਾ ਕਰ ਸਕੇ। ਦਿਨ ਚੜ੍ਹਨ 'ਤੇ ਸਾਰੇ ਹਾਹਾਕਾਰ ਮੱਚ ਗਈ। ਕਿਸੇ ਨੂੰ ਇਹ ਸਮਝ ਨਹੀਂ ਸੀ ਆਉਂਦੀ ਕਿ ਇਹ ਪਾਣਾ ਕੀ ਵਰਤਿਆ ਹੈ। ਸ਼ਾਇਸਤਾ ਖਾਨ ਨੇ ਝਟਪਟ ਫੌਜ ਇਕੱਠੀ ਕਰਕੇ ਸ਼ਿਵਾਜੀ ਦਾ ਪਿੱਛਾ ਕੀਤਾ, ਪਰ ਸ਼ਿਵਾਜੀ ਨੇ ਕਿੱਥੋਂ ਕਾਬੂ ਆਉਣਾ ਸੀ। ਉਹ ਆਪਣੇ ਕਿਲ੍ਹੇ ਸਿੰਘਗੜ੍ਹ ਵਿੱਚ ਪਹੁੰਚ ਚੁੱਕਾ ਸੀ। ਸ਼ਾਇਸਤਾ ਖਾਨ ਨੇ ਕਿਲ੍ਹੇ ਦਾ ਘੇਰਾ ਕੱਤ ਲਿਆ,
ਪਰ ਉਹਨੇ ਸ਼ਰਮਿੰਦੇ ਹੋਏ ਨੇ ਪੂਰੀ ਤਿਆਰੀ ਕੀਤੇ ਬਿਨਾਂ ਹੀ ਮੂੰਹ ਰੱਖਣ ਲਈ ਭੱਜ ਨੱਸ ਕੀਤੀ। ਉਹਨੂੰ ਜ਼ਰਾ ਵੀ ਸਫਲਤਾ ਨਾ ਮਿਲੀ, ਸਗੋਂ ਉਹਦੇ ਬਹੁਤ ਸਾਰੇ ਫੌਜੀ ਮਾਰੇ ਗਏ ਅਤੇ ਉਹਦੀ ਸਵਾਰੀ ਵਾਲਾ ਹਾਥੀ ਵੀ ਤੋਪ ਦਾ ਗੋਲਾ ਵੱਜਣ ਨਾਲ ਮਾਰਿਆ ਗਿਆ। ਉੱਤੋਂ ਵਰਖਾ ਰੁੱਤ ਸ਼ੁਰੂ ਹੋਣ ਵਾਲੀ ਸੀ। ਸ਼ਾਇਸਤਾ ਖਾਨ ਦਾ ਬੁਰਾ ਹਾਲ ਹੋਇਆ ਅਤੇ ਉਹ ਡਿੱਗਦਾ ਟਹਿੰਦਾ ਬਚੀ ਖੁਚੀ ਫੌਜ ਨਾਲ ਪੂਨੇ ਆਇਆ। ਆਉਂਦਿਆਂ ਹੀ ਉਹਨੇ ਆਪਣੇ ਛੋਟੇ ਹਾਕਮ ਜਸਵੰਤ ਸਿੰਘ ਨਾਲ ਝਗੜ ਪਿਆ ਅਤੇ ਉੱਥੇ ਸ਼ਹਿਨਸ਼ਾਹ ਨੂੰ ਇੱਕ ਖੱਤ ਲਿਖਿਆ, ਜਿਸ ਵਿੱਚ ਉਸਨੇ ਸਾਰਾ ਦੋਸ਼ ਜਸਵੰਤ ਸਿੰਘ 'ਤੇ ਥੱਪਿਆ। ਆਪ ਉਹ ਪੂਨੇ ਨੂੰ ਛੱਡ ਕੇ ਔਰੰਗਾਬਾਦ ਆ ਗਿਆ। ਉਹਦੇ ਮਗਰ ਹੀ ਜਸਵੰਤ ਸਿੰਘ ਵੀ ਪੂਨੇ ਤੋਂ ਚਲਾ ਗਿਆ, ਪਰ ਇਸ ਹਾਰ ਵਿੱਚ ਸ਼ਹਿਨਸ਼ਾਹ ਨੇ ਬਹੁਤਾ ਕਸੂਰ ਸ਼ਾਇਸਤਾ ਖਾਨ ਦਾ ਸਮਝਿਆ ਅਤੇ ਗੁੱਸੇ ਵਿੱਚ ਉਹਨੂੰ ਦੂਰ ਬੰਗਾਲ ਵੱਲ ਘੱਲ ਦਿੱਤਾ। ਸ਼ਾਇਸਤਾ ਖਾਨ ਦੀ ਥਾਂ ਫਿਰ ਔਰੰਗਜ਼ੇਬ ਨੇ ਆਪਣਾ ਲੜਕਾ ਮੁਅੱਜ਼ਮ ਭੇਜਿਆ, ਪਰ ਉਹ ਅਤੇ ਜਸਵੰਤ ਸਿੰਘ ਦੋਵੇਂ ਸ਼ਿਵਾਜੀ ਦੇ ਹਮਲਿਆਂ ਤੋਂ ਡਰਦੇ ਸਨ, ਇਸ ਲਈ ਉਹਨਾਂ ਸ਼ਿਵਾਜੀ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ। ਸ਼ਿਵਾਜੀ ਨੂੰ ਲੁੱਟਮਾਰ ਕਰਨ ਦਾ ਫਿਰ ਮੌਕਾ ਮਿਲ ਗਿਆ। ਉਹਦਾ ਖਜ਼ਾਨਾ ਖਾਲੀ ਹੋ ਚੁੱਕਾ ਸੀ, ਸੋ ਉਹਨੇ ਸੂਰਤ ਦੀ ਬੰਦਰਗਾਹ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਮੁਗਲ ਰਾਜ ਦੀ ਇਸ ਵੱਡੀ ਬੰਦਰਗਾਹ ਨੂੰ ਖੂਬ ਲੁੱਟਿਆ। ਇੱਥੇ ਦੂਰ ਦੇਸ਼ਾਂ ਤੋਂ ਵਪਾਰੀ ਆਉਂਦੇ ਸਨ ਅਤੇ ਲੋਕ ਬੜੇ ਮਾਲਦਾਰ ਸਨ। ਸ਼ਿਵਾਜੀ ਦੀ ਲੁੱਟ ਵੇਲੇ ਇੱਥੋਂ ਦਾ ਹਾਕਮ ਕਿਲੇ ਵਿੱਚ ਜਾ ਲੁਕਿਆ ਅਤੇ ਬਚਾਅ ਦਾ ਕੋਈ ਪ੍ਰਬੰਧ ਨਾ ਕਰ ਸਕਿਆ, ਸਗੋਂ ਕਿਲੇ 'ਤੇ ਚਲਾਈਆਂ ਗਈਆਂ ਤੋਪਾਂ ਨਾਲ ਕਈ ਸ਼ਹਿਰੀ ਹੀ ਮਾਰੇ ਗਏ। ਕੁਝ ਅੰਗਰੇਜ਼ ਅਤੇ ਫਰਾਂਸੀਸੀ ਕਾਰਖਾਨੇਦਾਰ ਆਪਣਾ ਬਚਾਅ ਕਰਦੇ ਰਹੇ। ਸ਼ਿਵਾਜੀ ਨੇ ਸੂਰਤ ਵਿੱਚੋਂ ਕਈ ਲੱਖਾਂ ਰੁਪਇਆਂ ਦਾ ਮਾਲ ਲੁੱਟਿਆ। ਜਦੋਂ ਮਰਹੱਟਿਆਂ ਨੂੰ ਮੁਗਲ ਫੌਜ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਸਾਰਾ ਮਾਲ ਮੱਤਾ ਲੈ ਕੇ ਬਿਜਲੀ ਦੀ ਤੇਜ਼ੀ ਨਾਲ ਰਾਏਗੜ੍ਹ ਪਹੁੰਚ ਗਏ। ਜਦੋਂ ਸ਼ਿਵਾਜੀ ਸੂਰਤ ਦੀ ਲੁੱਟ ਤੋਂ ਵਾਪਸ ਆਇਆ ਤਾਂ ਉਹਨੂੰ ਖਬਰ ਮਿਲੀ ਕਿ ਉਹਦਾ ਪਿਤਾ ਸ਼ਾਹ ਜੀ ਸ਼ਿਕਾਰ ਖੇਡਦਾ ਮਰ ਗਿਆ ਹੈ। ਉਹਨੂੰ ਅਤੇ ਜੀਜਾ ਬਾਈ ਨੂੰ ਇਸ 'ਤੇ ਬੜਾ ਦੁੱਖ ਹੋਇਆ। ਸ਼ਾਹ ਜੀ ਦੀ ਮੌਤ ਨਾਲ ਸ਼ਿਵਾਜੀ ਦੀ ਬੀਜਾਪੁਰ ਨਾਲ ਸੰਧੀ ਵੀ ਖਤਮ ਹੋ ਗਈ। ਸ਼ਿਵਾਜੀ ਨੇ ਬੀਜਾਪੁਰ ਦੇ ਇਲਾਕੇ ਨੂੰ ਵੀ ਫਿਰ ਲੁੱਟਣਾ ਸ਼ੁਰੂ ਕਰ ਦਿੱਤਾ। ਉਹਨੇ ਇੱਕ ਵਾਰ ਫਿਰ ਬੀਜਾਪੁਰ ਦੀ ਫੌਜ ਨੂੰ ਹਾਰ ਦਿੱਤੀ। ਔਰੰਗਜ਼ੇਬ ਦੱਖਣ ਤੋਂ ਆਈਆਂ ਭੈੜੀਆਂ ਖਬਰਾਂ ਤੋਂ ਬੜਾ ਦੁਖੀ ਸੀ। ਉਹਨੇ ਬੜੇ ਸੋਚ ਵਿਚਾਰ ਪਿੱਛੋਂ ਜਸਵੰਤ ਸਿੰਘ ਨੂੰ ਦੱਖਣ ਤੋਂ ਵਾਪਸ ਬੁਲਾ ਲਿਆ ਅਤੇ ਉਹਦੀ ਥਾਂ ਰਾਜਾ ਜੈ ਸਿੰਘ ਨੂੰ ਭੇਜ ਦਿੱਤਾ। ਉਹਦੀ ਸਹਾਇਤਾ ਲਈ ਇੱਕ ਹੋਰ ਲੰਮਾ ਚੌੜਾ ਅਫਗਾਨ ਜਰਨੈਲ ਦਲੇਰ ਖਾਂ ਘੱਲਿਆ। ਰਾਜਾ ਜੈ ਸਿੰਘ ਨੇ ਦੱਖਣ ਪਹੁੰਚ ਕੇ ਸ਼ਿਵਾਜੀ ਦੇ ਕਿਲਿਆਂ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਇਹ ਪਹਿਲਾ ਮੁਗਲ ਜਰਨੈਲ ਸੀ ਜਿਸ ਨੇ ਤਾੜ ਲਿਆ ਕਿ ਸ਼ਿਵਾਜੀ ਦੀ ਸਾਰੀ ਤਾਕਤ ਦਾ ਕਾਰਨ ਉਹਦੇ ਮਜ਼ਬੂਤ ਕਿਲੇ ਹਨ ਅਤੇ ਜੇ ਕਿਲੇ ਕਾਬੂ ਕਰ ਲਏ ਜਾਣ ਤਾਂ ਸ਼ਿਵਾਜੀ ਨਿਹੱਥਾ ਹੋ ਜਾਵੇਗਾ। ਸੋ ਉਹਨੇ ਦਲੇਰ ਖਾਂ ਨੂੰ ਪੁਰੰਦਰ ਦੇ ਕਿਲੇ ਨੂੰ ਘੇਰੇ ਵਿੱਚ ਲੈ ਜਾਣ ਲਈ ਹੁਕਮ ਦਿੱਤਾ ਅਤੇ ਆਪ ਉਹਨੇ ਸਿੰਘਗੜ੍ਹ ਦੀ ਨਾਕਾਬੰਦੀ ਕਰ ਦਿੱਤੀ। ਪੁਰੰਦਰ ਦਾ ਕਿਲੇਦਾਰ ਮੁਰਾਰ ਨਾਮੀ ਇੱਕ ਬਹਾਦਰ ਯੋਧਾ ਸੀ। ਉਹਨੇ ਦਲੇਰ ਖਾਂ ਦਾ ਬੜਾ ਡਟ ਕੇ ਟਾਕਰਾ ਕੀਤਾ, ਪਰ ਕੁਝ ਦਿਨਾਂ ਦੀ ਸਖਤ ਲੜਾਈ ਅਤੇ ਤੋਪਖਾਨੇ ਦੀ ਗੋਲਾਬਾਰੀ ਪਿੱਛੋਂ ਕਿਲੇ ਦੇ ਬਾਹਰਲੇ ਮੋਰਚੇ ਦਲੇਰ ਖਾਂ ਦੇ ਹੱਥ ਆ ਗਏ। ਫਿਰ ਵੀ ਮੁਰਾਰ ਨੇ ਹਿੰਮਤ ਨਾ ਛੱਡੀ ਅਤੇ ਖੂਬ ਅੜਿਆ ਰਿਹਾ। ਉਧਰ ਸ਼ਿਵਾਜੀ ਨੇ ਜਦੋਂ ਵੇਖਿਆ ਕਿ ਉਹਦੇ ਦੋ ਵੱਡੇ ਕਿਲੇ ਉਹਦੇ ਹੱਥੋਂ ਨਿਕਲ ਰਹੇ ਹਨ ਤਾਂ ਉਹਨੇ ਜੈ ਸਿੰਘ ਵੱਲ ਸੁਲ੍ਹਾ ਲਈ ਆਪਣਾ ਇੱਕ ਦੂਤ ਭੇਜਿਆ। ਜੈ ਸਿੰਘ ਨੇ ਉੱਤਰ ਦਿੱਤਾ ਕਿ ਸ਼ਿਵਾਜੀ ਉਹਨੂੰ ਆਪ ਆ ਕੇ ਮਿਲੇ। ਸੋ ਸ਼ਿਵਾਜੀ ਆਪਣੇ 1000 ਰਸਾਲੇ ਨਾਲ ਜੈ ਸਿੰਘ ਨੂੰ ਮਿਲਣ ਲਈ ਆਇਆ। ਜੈ ਸਿੰਘ ਨੇ ਸ਼ਿਵਾਜੀ ਦਾ ਬੜਾ ਸਨਮਾਨ ਕੀਤਾ, ਉਹਨੂੰ ਗੱਲ ਨਾਲ ਲਾਇਆ ਅਤੇ ਆਪਣੇ ਪਾਸ ਬਿਠਾਇਆ। ਜੈ ਸਿੰਘ ਸ਼ਿਵਾਜੀ ਦਾ ਸਜੀਲਾਪਨ ਅਤੇ ਚਿਹਰੇ ਦੀ ਚਮਕ ਵੇਖ ਕੇ ਮੋਹਿਤ ਹੋ ਗਿਆ ਅਤੇ ਉਹਨੇ ਸ਼ਿਵਾਜੀ ਦੀ ਬਹਾਦਰੀ ਦੀ ਬੜੀ ਦਾਤ ਦਿੱਤੀ। ਜਿੱਥੇ ਦੋਵੇਂ ਬੈਠੇ ਸਨ ਉੱਥੋਂ ਪੁਰੰਦਰ ਦੇ ਕਿਲੇ 'ਤੇ ਮੁਗਲਾਂ ਦੇ ਹਮਲੇ ਸਾਫ਼ ਦਿਖਾਈ ਦੇ ਰਹੇ ਸਨ ਅਤੇ ਫੌਜ ਦਾ ਰੌਲਾ ਵੀ ਸੁਣਾਈ ਦੇ ਰਿਹਾ ਸੀ। ਜੈ ਸਿੰਘ ਨੇ ਸ਼ਿਵਾਜੀ ਨੂੰ ਕਿਹਾ ਕਿ ਪੁਰੰਦਰ ਹੁਣ ਹਥਿਆਰ ਸੁੱਟਣ ਵਾਲਾ ਹੀ ਹੈ। ਸ਼ਿਵਾਜੀ ਨੇ ਉੱਤਰ ਦਿੱਤਾ ਕਿ ਉਹ ਕਦੀ ਵੀ ਹਥਿਆਰ ਨਹੀਂ ਸੁੱਟੇਗਾ ਅਤੇ ਆਖਰੀ ਦਮ ਤੱਕ ਲੜੇਗਾ। ਇਸ 'ਤੇ ਜੈ ਸਿੰਘ ਨੇ ਸ਼ਿਵਾਜੀ ਨੂੰ ਕਿਹਾ ਕਿ ਇਸ ਹਾਲਤ ਵਿੱਚ ਜਦੋਂ ਕਿ ਮੁਗਲ ਫੌਜ ਕਿਲੇ ਵਿੱਚ ਦਾਖਲ ਹੋਣ ਵਾਲੀ ਹੈ, ਲੜਾਈ ਜਾਰੀ ਰੱਖਣਾ ਨਿਰਾ ਖੂਨ ਖਰਾਬਾ ਹੀ ਹੈ। ਇਸ ਲਈ ਉਹ ਕਿਲੇਦਾਰ ਨੂੰ ਹਥਿਆਰ ਸੁੱਟਣ ਲਈ ਖੱਤ ਲਿਖ ਭੇਜੇ। ਜਦੋਂ ਸ਼ਿਵਾਜੀ ਦਾ ਖੱਤ ਕਿਲੇਦਾਰ ਨੂੰ ਮਿਲਿਆ ਤਾਂ ਉਹਨੇ ਕਿਹਾ ਕਿ ਸ਼ਿਵਾਜੀ ਕਦੀ ਇਹੋ ਜਿਹਾ ਹੁਕਮ ਨਹੀਂ ਦੇ ਸਕਦਾ ਅਤੇ ਉਹਨੇ ਲੜਾਈ ਬੰਦ ਕਰਨ ਤੋਂ ਨਾ ਕਰ ਦਿੱਤੀ। ਇਸ 'ਤੇ ਸ਼ਿਵਾਜੀ ਨੇ ਦੂਸਰਾ ਖੱਤ ਘੱਲਿਆ। ਜੈ ਸਿੰਘ ਨੇ ਵੀ ਦਲੇਰ ਖਾਂ ਵੱਲ ਸੁਨੇਹਾ ਭੇਜਿਆ ਕਿ ਉਹ ਸ਼ਿਵਾਜੀ ਨੂੰ ਆ ਕੇ ਮਿਲੇ ਅਤੇ ਲੜਾਈ ਬੰਦ ਕਰ ਦੇਵੇ। ਜਦੋਂ ਇਹ ਖਬਰ ਦਲੇਰ ਖਾਂ ਨੂੰ ਮਿਲੀ ਤਾਂ ਉਹਨੂੰ ਬੜਾ ਗੁੱਸਾ ਚੜ੍ਹਿਆ। ਉਹ ਅੱਗੇ ਹੀ ਬੜਾ ਸੱਤਿਆ ਬੈਠਾ ਸੀ, ਕਿਉਂਕਿ ਮਰਹੱਟਿਆਂ ਨੇ ਉਹਦਾ ਬੜਾ ਸਖਤ ਮੁਕਾਬਲਾ ਕੀਤਾ ਸੀ ਅਤੇ ਉਹਦੀ ਫੌਜ ਨੂੰ ਬੜਾ ਨੁਕਸਾਨ ਪਹੁੰਚਾਇਆ ਸੀ। ਹੁਣ ਜਦੋਂ ਜਿੱਤ ਦਾ ਸਿਹਰਾ ਉਹਨੂੰ ਪੈਣ ਹੀ ਵਾਲਾ ਸੀ ਤਾਂ ਉਹਨੂੰ ਲੜਾਈ ਬੰਦ ਕਰਨ ਅਤੇ ਸ਼ਿਵਾਜੀ ਨੂੰ ਮਿਲਣ ਲਈ ਕਿਹਾ ਗਿਆ। ਉਹਨੇ ਗੁੱਸੇ ਵਿੱਚ ਆ ਕੇ ਆਪਣਾ ਕੁੱਲਾ ਵਗਾਹ ਮਾਰਿਆ ਅਤੇ ਹੱਥਾਂ 'ਤੇ ਚੱਕ ਵੱਢੇ। ਪਹਿਲਾਂ ਤਾਂ ਉਹਨੇ ਸ਼ਿਵਾਜੀ ਨੂੰ ਮਿਲਣ ਤੋਂ ਇਨਕਾਰ ਕੀਤਾ, ਪਰ ਮਜਬੂਰਨ ਜਦੋਂ ਉਹ ਸ਼ਿਵਾਜੀ ਨੂੰ ਮਿਲਿਆ ਤਾਂ ਉਹਦਾ ਸਾਰਾ ਗੁੱਸਾ ਠੰਡਾ ਹੋ ਗਿਆ। ਉਹ ਸ਼ਿਵਾਜੀ ਦੀ ਸ਼ਖਸੀਅਤ ਤੋਂ ਬੜਾ ਪ੍ਰਭਾਵਿਤ ਹੋਇਆ। ਉਹ ਸ਼ਿਵਾਜੀ ਦਾ ਮਿੱਤਰ ਬਣ ਗਿਆ ਅਤੇ ਉਹਨੇ ਸ਼ਿਵਾਜੀ ਨੂੰ ਇੱਕ ਸੁੰਦਰ ਤਲਵਾਰ ਭੇਟ ਕੀਤੀ। ਉਹਨੂੰ ਖੁਸ਼ ਕਰਨ ਲਈ ਸ਼ਿਵਾਜੀ ਨੇ ਵੀ ਉਹਨੂੰ ਤਲਵਾਰ ਝਟਪਟ ਆਪਣੇ ਲੱਕ ਨਾਲ ਬੰਨ੍ਹ ਲਈ। ਜੈ ਸਿੰਘ ਨੇ ਸ਼ਿਵਾਜੀ ਨਾਲ ਸੰਧੀ ਕਰ ਲਈ ਅਤੇ ਮਨਜ਼ੂਰੀ ਲਈ ਔਰੰਗਜ਼ੇਬ ਨੂੰ ਭੇਜ ਦਿੱਤੀ। ਇਸ ਸੰਧੀ ਅਨੁਸਾਰ ਸ਼ਿਵਾਜੀ ਨੇ ਆਪਣੇ ਵੱਡੇ ਸਾਰੇ ਕਿਲੇ ਮੁਗਲਾਂ ਦੇ ਹਵਾਲੇ ਕਰ ਦਿੱਤੇ ਅਤੇ ਜਿੱਤਿਆ ਹੋਇਆ ਮੁਗਲਈ ਇਲਾਕਾ ਵਾਪਸ ਕਰ ਦਿੱਤਾ। ਸ਼ਿਵਾਜੀ ਨੇ ਇਹ ਵੀ ਇਕਰਾਰ ਕੀਤਾ ਕਿ ਉਹ ਬੀਜਾਪੁਰ ਰਾਜ ਦੇ ਵਿਰੁੱਧ ਜੈ ਸਿੰਘ ਦੀ ਮਦਦ ਕਰੇਗਾ। ਇੱਕ ਹੋਰ ਸ਼ਰਤ ਅਨੁਸਾਰ ਸ਼ਿਵਾਜੀ ਦੇ ਲੜਕੇ ਸੰਭਾਜੀ ਨੂੰ ਮੁਗਲ ਫੌਜ ਵਿੱਚ 5 ਹਜ਼ਾਰੀ ਦੀ ਪਦਵੀ ਦਿੱਤੀ ਗਈ।
शिवाजी का आगरे वाल जाना। औरंगजेब ने यह संधि मंजूर तो कर ली, पर वह सहजे किते किसी ते विश्वास करने वाला बंदा नहीं सी। उन्हें शिवाजी नूं आगरे दरबार विच हाज़र होने लई कहा ते यह विश्वास दिवाया कि उन्होंने सही सलामत उत्थों वापस आउण दिता जावेगा। शिवाजी तड़ गया ताकि एक बार आगरे जाके उहदा वापस आना औखा है, पर वह कर भी कुछ नहीं सकता। सो उन्हें बड़ी सोच विचार पिछों आगरे जाने की तैयारी कर ली। उन्हें अपनी माँ जीजाबाई नूं अपने राज की प्रबंधक स्थापित करके तो उसकी सहायता लिए कुछ उगे सियाणियां की सभा बना दी ते आप अपने लड़के संभाजी और 4000 फौज नाल लैके आगरे वाल तुर पिया। जय सिंह ने अपने लड़के राम सिंह नूं शिवाजी के नाल भेजा तां जो वह आगरे पहुँच के शिवाजी का ख्याल रखे तो उन्होंने किसी किस्म की औख ना होण दे। कुछ दिनों पिछों शिवाजी आगरे पहुँच गया तो तीसरे दिन वो औरंगजेब के दरबार विच हाज़र होया। औरंगजेब ने उन्होंने अपने 5000 सरदारां विच खड़ा होण नूं कहा। शिवाजी ने यह अपना अपमान समझा तो उन्होंने इस ते बड़ा उबाल आया, क्योंकि वो अपने किन्ने ही अजिहे छोटे छोटे अफसर सन। जिस अफसर पिछे उन्होंने खड़ा किया गया, शिवाजी ने उन्होंने एक बार लड़ाई विच चंगी तरह नसल दिता सी। शिवाजी गुस्से विच आके सख्त कलामी करता रहा, पर यह दरबार विच उहदे रोले नूं वेख के बाकी दरबारी बड़े भयभीत हो गए ते राम सिंह ने बड़ी मुश्किल नाल शिवाजी का गुस्सा ठंडा किया, पर शहनशाह हमेशा वांग थल्ले धौन सुट्टी चुपचाप सुनता रहा। औरंगजेब आप चाहता सी कि शिवाजी तैश विच आके कोई अजिही हरकत करे जिस नाल उन्हें शिवाजी के कैद करने का बहाना मिल सके। दरबार की समाप्ति पिछों शिवाजी का जयपुर भवन किला विच उतारा किया गया। भवन के गिरद फौज का पहरा ला दिता गया तो पुलिस के वड्डे अफसर पौलाद खान नूं शिवाजी ते निगरानी रखने लई नियत कर दिता गया। इस घटना ते शिवाजी बड़ा दुखी होया, पर उन्हें हिम्मत ना हारी। वो जानता सी कि जे वह कैद विच पिया रहा तो वह अंत दूर नहीं। सो उन्हें एक चाल चली। उन्हें औरंगजेब नूं कह भेजा कि वह मरहट्टा फौज नूं वापस दखण वाल भेज दिता जाए, क्योंकि हुण उन्होंने वहदी लोड़ नहीं। नाल ही उन्हें अपने बाल बच्चों नूं आगरे बुला लैण दी आग्या मंगी। उन्हें कहा कि हुण उहदा आगरे रहण दा ख्याल हो गया है। औरंगजेब ये गल खुशी नाल मन गया। शिवाजी ने आगरे के सरदारां नाल अपने संबंध भी वधा लए। वो हर रोज़ मठियाइयां ते फलां दे वड्डे वड्डे टोकरे उन्हां नूं घल्लदा रहिंदा सी। वो भी शिवाजी नूं सोहणियां सोहणियां सुगातां घल्लदे रहिंदे सन। इस तरह हर रोज़ चीज़ां दे आउण जाण नाल पहरेदारां ने टोकरियां ते वहिंगी चुक्कण वालियां दी तलाशी लैणी ढिल्ली कर दित्ती। उन्हां नूं इंज लगन लग पिया कि शिवाजी हुण आगरे रह के ही खुश है। एक दिन शिवाजी अचानक बीमार पै गया। उहदे इलाज लई वैद ते हकीम आउंदे रहिंदे सन। कुछ दिनां विच उहनूं थोड़ा जिहा आराम आ गया। आराम आउण दी खुशी विच उहने अपने मित्रां विच मठियाइयां वंडियां। रब दे नां ते भी उन्हें बहुत कुछ मनसिया ते 2 घोड़े मथुरा दे श्री कृष्ण जी वाले मंदिर विच चढ़ाउण लई घल्ले। मौका तड़के एक दिन वो ते उहदा पुत्तर 2 वड्डे टोकरियां विच बैठ गए ते उहदे खास नौकरां ने कहारां दा पेस वटा के ते उन्हां दोहां नूं वहिंगियां विच चुक के कैद तो बाहर लै आंदा। उन्हां दोहां लई ਉਹੀ घोड़े खड़े सन ਜਿਹੜੇ शिवाजी ने विखावे लई मथुरा ਵੱਲ ਘੱਲੇ सन। ਉਹ ਉਹਨਾਂ ਨੇ ਸਵਾਰ ਝਟਪਟ ਹੋ ਕੇ ਮਥੁਰਾ ਜਾ ਪਹੁੰਚੇ, ਜਿੱਥੇ ਉਹਨਾਂ ਭਗਵੇਂ ਕੱਪੜੇ ਪਾ ਕੇ ਸਾਧੂਆਂ ਦਾ ਭੇਸ ਕਰ ਲਿਆ। ਉਧਰ ਕੈਦਖਾਨੇ ਵਿੱਚ शिवाजी ਦਾ ਬੜਾ ਖੈਰਖਾਰ ਨੌਕਰ ਹੀਰਾ ਜੀ ਕੰਧ ਵੱਲ ਮੂੰਹ ਕਰਕੇ शिवाजी ਦੇ ਮੰਦੇ ਤੇ ਲੇਟਿਆ ਰਿਹਾ। ਉਹਨੇ ਆਪਣਾ ਸਾਰਾ ਸਰੀਰ ਢੱਕਿਆ ਹੋਇਆ ਸੀ, ਪਰ ਆਪਣੀ ਉਹ ਬਾਂਹ ਜਿਸ ਉੱਤੇ शिवाजी ਦੀ ਸ਼ਾਹੀ ਛਾਪ ਪਾਈ ਹੋਈ ਸੀ ਨੰਗੀ ਰੱਖੀ ਸੀ, ਤਾਂ ਜੋ ਪਹਿਰੇਦਾਰਾਂ ਨੂੰ ਇਹੀ ਭੁਲੇਖਾ ਲੱਗੇ ਕਿ शिवाजी ਸੁੱਤਾ ਪਿਆ ਹੈ। शिवाजी ਨੂੰ ਲੇਟਿਆਂ ਪਿਆ ਤੇ ਰੋਜ਼ ਆ ਕੇ ਮਾਲਿਸ਼ ਕਰਨ ਵਾਲੇ ਲੜਕੇ ਨੂੰ ਮਾਲਿਸ਼ ਕਰਦਿਆਂ ਵੇਖ ਕੇ ਪਹਿਰੇਦਾਰ ਆਪਣੇ ਕੰਮਾਂ ਵਿੱਚ ਲੱਗੇ ਰਹੇ। ਥੋੜ੍ਹੇ ਸਮੇਂ ਪਿੱਛੋਂ ਹੀਰਾ ਜੀ ਅਤੇ ਲੁੜਕਾ ਵੀ ਇਹ ਕਹਿ ਕੇ ਬਾਹਰ ਚਲੇ ਗਏ ਕਿ ਉਹ शिवाजी ਲਈ ਦਵਾ ਲੈਣ ਚੱਲੇ ਹਨ। ਉੱਥੋਂ ਉਹ ਰਾਮ ਸਿੰਘ ਵੱਲ ਗਏ ਤੇ ਉਹਨੂੰ ਸਾਰੀ ਗੱਲ ਦੀ ਇਤਲਾਹ ਦੇ ਕੇ ਉਹ ਵੀ ਦੱਖਣ ਵੱਲ ਤੁਰ ਪਏ। ਜਦੋਂ शिवाजी ਵਾਲੇ ਕਮਰੇ ਵਿੱਚੋਂ ਕਿੰਨਾ ਚਿਰ ਕਿਸੇ ਕਿਸਮ ਦੀ ਆਵਾਜ਼ ਜਾਂ ਖੜਾਕ ਨਾ ਆਇਆ ਤਾਂ ਪਹਿਰੇਦਾਰਾਂ ਨੂੰ ਕੁਝ ਸ਼ੱਕ ਪੈ ਗਿਆ। ਉਹਨਾਂ ਸਾਰੇ ਕਮਰੇ ਫੋਲ ਮਾਰੇ, ਪਰ ਨਾ ਕੋਈ ਉੱਥੇ ਬੰਦਾ ਸੀ ਨਾ ਬੰਦੇ ਦੀ ਜ਼ਾਤ। बड़े हैरान होकर भज्जे भज्जे पौलाद खां को आए। शिवाजी के निकल जाने की खबर सुन के पौलाद खां का रंग उड गया तो उन्होंने हत्थां पैरां दी पै गई। जदों उन्हें डरदे मारे ने खबर औरंगजेब नूं जा दसी तो उन्हें एकदम हर पासे हुक्म भेज दिता कि शिवाजी नूं फौरन गिरफ्तार कर लिया जाए। उन्हें शिवाजी के भज जाण दा जिम्मेवार राम सिंह नूं ठहराया तो उन्होंने उहदे अहुदे तो हटा दिता। औरंगजेब ने गुस्से ते निराशता का अंदाज़ा लाना औखा है। उन्हें कुछ घड़ियां ही पहलों फैसला किया सी कि शिवाजी नूं जानों मार दिता जाए। अपने बचाव लई सोचदे होया ते पिछा करन वालियां नूं धोखा देण लई दखण वल जाण दी थां शिवाजी पूरब वल तुर पिया। मथुरा पहुँच के उन्हें अपने लड़के संभाजी नूं, जो थक के बिल्कुल चूर हो गया सी, काशी नामी एक मरहट्टा ब्राह्मण कोल छड्ड दिता। वो आप सिर मूँह मुना के ते साधुआं वाला भेस बना के अपने साथियां समेत अगांह तुर पिया, पर अपने कीमती हीरे जवाहरात उन्हें एक सोटे नूं खोखला करके उस विच लुका लए।
ਰਾਹ ਵਿੱਚੋਂ ਇੱਕ ਮੁਸਲਮਾਨ ਕੋਤਵਾਲ ਦੇ ਹੱਥ ਆ ਗਿਆ, ਪਰ ਸ਼ਿਵਾਜੀ ਨੇ ਉਹਨੂੰ ਕੁਝ ਹੀਰੇ ਜਵਾਹਰਾਤ ਦੇ ਕੇ ਚੁੱਪ ਕਰਵਾ ਦਿੱਤਾ। ਸ਼ਿਵਾਜੀ ਅੱਗੇ ਤੋਂ ਜ਼ਿਆਦਾ ਚੁਕੰਨਾ ਹੋ ਗਿਆ। ਫਿਰ ਉਹ ਬਨਾਰਸ ਪਹੁੰਚਿਆ ਤੇ ਉੱਥੋਂ ਇਲਾਹਾਬਾਦ ਤੇ ਗਿਆ ਹੁੰਦਾ ਹੋਇਆ ਉਹ ਬੰਗਾਲ ਪਹੁੰਚਿਆ। ਉੱਥੇ ਇੱਕ ਪਿੰਡ ਵਿੱਚ ਜਦੋਂ ਸਫ਼ਰ ਲਈ ਘੋੜੇ ਖਰੀਦਣ ਲੱਗਾ ਤਾਂ ਘੋੜਿਆਂ ਦੇ ਵਪਾਰੀ ਨੂੰ ਉਸ 'ਤੇ ਸ਼ੱਕ ਪੈ ਗਿਆ। ਉਹਨੂੰ ਚੁੱਪ ਕਰਾਉਣ ਲਈ ਸ਼ਿਵਾਜੀ ਨੇ ਉਹਨੂੰ ਵੀ ਕੁਝ ਮੋਹਰਾਂ ਦਿੱਤੀਆਂ, ਜਿਸ 'ਤੇ ਉਹਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ। ਸ਼ਿਵਾਜੀ ਨੇ ਉਹਨੂੰ ਆਪਣੀ ਬਾਕੀ ਸਾਰੀ ਦੌਲਤ ਦੇ ਕੇ ਪਿੱਛਾ ਛੁਡਾਇਆ ਤੇ ਇੰਦੌਰੋਂ ਹੁੰਦਾ ਹੋਇਆ ਉਹ ਪੂਨੇ ਵੱਲ ਤੁਰ ਪਿਆ। ਰਾਹ ਵਿੱਚ ਉਹ ਇੱਕ ਬਿਰਧ ਇਸਤਰੀ ਦੇ ਘਰ ਠਹਿਰਿਆ। ਜਦੋਂ ਉਹ ਖਾਣਾ ਖਾ ਰਿਹਾ ਸੀ ਤਾਂ ਗੱਲਾਂ ਵਿੱਚ ਉਹ ਬੁੱਢੀ ਕਹਿਣ ਲੱਗੀ, ਸੁਣਿਆ ਹੈ ਕਿ ਉਹ ਚੱਕਾ ਸ਼ਿਵਾਜੀ ਕੈਦ 'ਚੋਂ ਨਿਕਲ ਗਿਆ ਹੈ। ਉਹਦੇ ਲੁਟੇਰਿਆਂ ਨੇ ਅੱਗੇ ਹੀ ਸਾਨੂੰ ਲੁੱਟ ਕੇ ਬਰਬਾਦ ਕਰ ਛੱਡਿਆ ਹੈ। ਹੁਣ ਉਹਨੇ ਆ ਕੇ ਫਿਰ ਹੇਠਲੀ ਉੱਪਰ ਲੈ ਆਉਣੀ ਹੈ। ਸ਼ਿਵਾਜੀ ਨੇ ਪੁੱਛਿਆ, ਮਾਈ ਤੇਰਾ ਕਿੰਨਾ ਕੁ ਨੁਕਸਾਨ ਹੋਇਆ ਹੈ? ਉਹ ਦੱਸਣ ਤੇ ਸ਼ਿਵਾਜੀ ਨੇ ਪੁਣੇ ਪਹੁੰਚ ਕੇ ਉਸ ਬੁੱਢੀ ਨੂੰ ਉਹਦੇ ਨੁਕਸਾਨ ਤੋਂ ਦੂਣੀ ਤੀਣੀ ਰਕਮ ਭੇਜ ਦਿੱਤੀ ਤੇ ਨਾਲੇ ਪ੍ਰਾਹੁਣਚਾਰੀ ਲਈ ਉਸਦਾ ਧੰਨਵਾਦ ਕੀਤਾ। ਇਹ ਖਬਰ ਜੀਜਾਬਾਈ ਤੱਕ ਵੀ ਪਹੁੰਚ ਚੁੱਕੀ ਸੀ ਕਿ ਸ਼ਿਵਾਜੀ ਔਰੰਗਜ਼ੇਬ ਦੀ ਕੈਦ ਵਿੱਚੋਂ ਨਿਕਲ ਆਇਆ ਹੈ, ਪਰ ਇਸ ਤੋਂ ਅੱਗੋਂ ਉਹ ਸ਼ਿਵਾਜੀ ਬਾਰੇ ਕੋਈ ਖਬਰ ਨਹੀਂ ਸੀ ਮਿਲੀ। ਇੱਕ ਦਿਨ ਅਚਾਨਕ ਉਹਦੇ ਨੌਕਰ ਨੇ ਖਬਰ ਦਿੱਤੀ ਕਿ ਬਾਹਰ ਇੱਕ ਸਾਧੂ ਉਹਨੂੰ ਮਿਲਣਾ ਚਾਹੁੰਦਾ ਹੈ। ਜੀਜਾਬਾਈ ਨੇ ਬਾਹਰ ਆ ਕੇ ਸਾਧੂ ਵੱਲ ਤੱਕਿਆ ਤੇ ਨਮਸਕਾਰ ਕਰਦਿਆਂ ਪੁੱਛਿਆ, ਉਹ ਕੀ ਚਾਹੁੰਦਾ ਹੈ? ਉਹ ਸਾਧੂ ਉਹਦੇ ਚਰਨਾਂ 'ਤੇ ਡਿੱਗ ਪਿਆ ਤੇ ਕਿੰਨਾ ਚਿਰ ਉਸੇ ਹਾਲਤ ਵਿੱਚ ਪਿਆ ਰਿਹਾ। ਜਦੋਂ ਜੀਜਾਬਾਈ ਨੇ ਉਹਨੂੰ ਚੁੱਕ ਕੇ ਖੜਾ ਕੀਤਾ ਤਾਂ ਉਹਨੇ ਪਛਾਣ ਲਿਆ ਕਿ ਉਹ ਤਾਂ ਉਹਦਾ ਪੁੱਤਰ ਸ਼ਿਵਾਜੀ ਹੀ ਹੈ। ਉਹਦੀਆਂ ਅੱਖਾਂ ਭਰ ਆਈਆਂ ਤੇ ਉਹਨੇ ਸ਼ਿਵਾਜੀ ਨੂੰ ਗੱਲ ਨਾਲ ਲਾ ਲਿਆ। ਸ਼ਿਵਾਜੀ ਦੀ ਵਾਪਸੀ ਦੀ ਖਬਰ ਚਾਰੋਂ ਪਾਸੇ ਫੈਲ ਗਈ। ਲੋਕਾਂ ਵਿੱਚ ਖੁਸ਼ੀ ਦਾ ਸਮੁੰਦਰ ਠਾਠਾ ਮਾਰਨ ਲੱਗ ਪਿਆ। ਸਾਰਾ ਦਿਨ ਸਲਾਮੀ ਵਿੱਚ ਤੋਪਾਂ ਚੱਲਦੀਆਂ ਰਹੀਆਂ ਤੇ ਜੈਕਾਰੇ ਛੱਡੇ ਗਏ, ਕਿਉਂਕਿ ਲੋਕਾਂ ਨੂੰ ਉਹਨਾਂ ਦਾ ਪਿਆਰਾ ਨੇਤਾ ਮੁੜ ਮਿਲ ਗਿਆ ਸੀ। ਕਈ ਦਿਨਾਂ ਤੱਕ ਸ਼ਿਵਾਜੀ ਦੇ ਦਰਸ਼ਨਾਂ ਲਈ ਦੂਰ ਦੂਰ ਤੋਂ ਆਏ ਲੋਕਾਂ ਦਾ ਪੂਨੇ ਵਿੱਚ ਮੇਲਾ ਲੱਗਾ ਰਿਹਾ। ਸ਼ਿਵਾਜੀ ਦਾ ਕਿਲਿਆਂ 'ਤੇ ਮੁੜ ਅਧਿਕਾਰ। ਆਗਰੇ ਤੋਂ ਵਾਪਸ ਆ ਕੇ ਸ਼ਿਵਾਜੀ ਨੇ ਆਪਣੇ ਰਾਜ ਪ੍ਰਬੰਧ ਦਾ ਸੰਭਾਲ ਲਿਆ, ਪਰ ਉਹਦੇ ਵਾਪਸ ਆਉਣ ਦੀ ਖੁਸ਼ੀ ਅਜੇ ਅਧੂਰੀ ਸੀ, ਕਿਉਂਕਿ ਉਹ ਆਪਣੇ ਪੁੱਤਰ ਸੰਭਾਜੀ ਨੂੰ ਮਥੁਰਾ ਵਿੱਚ ਛੱਡ ਆਇਆ ਸੀ। ਸ਼ਿਵਾਜੀ ਨੇ ਸੰਭਾਜੀ ਨੂੰ ਪੁੱਲੇ ਬਣਾਉਣ ਦਾ ਪ੍ਰਬੰਧ ਕੀਤਾ। ਬ੍ਰਾਹਮਣ ਕਾਂਸ਼ੀ ਜਿਸ ਕੋਲ ਸ਼ਿਵਾਜੀ ਉਹਨੂੰ ਛੱਡ ਆਇਆ ਸੀ, ਉਹਨੂੰ ਨਾਲ ਲੈ ਕੇ ਪੂਨੇ ਵੱਲ ਤੁਰ ਪਿਆ। ਜਦੋਂ ਦੋਵੇਂ ਉਜੈਨ ਪਹੁੰਚੇ ਤਾਂ ਉੱਥੇ ਇੱਕ ਮੁਸਲਮਾਨ ਅਫਸਰ ਨੂੰ ਸੰਭਾਜੀ 'ਤੇ ਸ਼ੱਕ ਪੈ ਗਿਆ। ਉਸਨੇ ਉਸ ਬ੍ਰਾਹਮਣ ਨੂੰ ਪੁੱਛਿਆ ਕਿ ਉਹਦੇ ਨਾਲ ਉਹ ਲੜਕਾ ਕੌਣ ਹੈ। ਬ੍ਰਾਹਮਣ ਨੇ ਦੱਸਿਆ ਕਿ ਉਹ ਉਹਦਾ ਪੁੱਤਰ ਹੈ। ਉਹ ਆਪਣੇ ਸਾਰੇ ਪਰਿਵਾਰ ਨਾਲ ਯਾਤਰਾ ਲਈ ਇਲਾਹਾਬਾਦ ਗਿਆ ਸੀ, ਜਿੱਥੇ ਉਹਦੀ ਮਾਂ ਤੇ ਵਹੁਟੀ ਮਰ ਗਏ ਸਨ ਤੇ ਹੁਣ ਉਹ ਦੋਵੇਂ ਪਿਓ ਪੁੱਤਰ ਵਾਪਸ ਆਪਣੇ ਪਿੰਡ ਜਾ ਰਹੇ ਹਨ। ਉਸ ਮੁਸਲਮਾਨ ਅਫਸਰ ਨੇ ਕਿਹਾ ਕਿ ਜੇ ਉਹ ਪਿਓ ਪੁੱਤਰ ਹਨ ਤਾਂ ਦੋਵੇਂ ਇੱਕੋ ਥਾਲੀ ਵਿੱਚ ਖਾਣ, ਕਿਉਂਕਿ ਬ੍ਰਾਹਮਣ ਕਿਸੇ ਵੀ ਦੂਸਰੀ ਜਾਤੀ ਵਾਲੇ ਨਾਲ ਇਕੱਠਿਆਂ ਨਹੀਂ ਖਾ ਸਕਦਾ। ਪੰਡਤ ਕਾਸ਼ੀ ਨੇ ਝੱਟ ਉੱਤਰ ਦਿੱਤਾ ਕਿ ਉਹ ਤਾਂ ਅੱਗੇ ਹੀ ਇਕੱਠਿਆਂ ਖਾਂਦੇ ਹਨ। ਸੋ ਉਹਨਾਂ ਦੋਹਾਂ ਨੂੰ ਇਕੱਠਿਆਂ ਖਾਂਦਿਆਂ ਵੇਖ ਕੇ ਉਸ ਅਫਸਰ ਦਾ ਸ਼ੱਕ ਦੂਰ ਹੋ ਗਿਆ ਤੇ ਉਹਨਾਂ ਦੋਹਾਂ ਨੂੰ ਜਾਣ ਦਿੱਤਾ। ਇਸ ਘਟਨਾ ਤੋਂ ਪਿੱਛੋਂ ਸੰਭਾਜੀ ਅਤੇ ਪੰਡਤ ਕਾਸ਼ੀ ਛੇਤੀ ਹੀ ਰਾਏਗੜ੍ਹ ਪਹੁੰਚ ਗਏ। ਸ਼ਿਵਾਜੀ ਸੰਭਾਜੀ ਨੂੰ ਮਿਲ ਕੇ ਬੜਾ ਖੁਸ਼ ਹੋਇਆ ਤੇ ਉਹਨੇ ਕਾਸ਼ੀ ਨੂੰ ਬੜਾ ਇਨਾਮ ਦਿੱਤਾ। ਔਰੰਗਜ਼ੇਬ ਨੂੰ ਸ਼ੱਕ ਸੀ ਕਿ ਸ਼ਿਵਾਜੀ ਰਾਮ ਸਿੰਘ ਦੀ ਮਦਦ ਨਾਲ ਕੈਦ ਵਿੱਚੋਂ ਨਿਕਲਿਆ ਹੈ, ਸੋ ਉਹਨੂੰ ਉਹਦੀ ਪਦਵੀ ਤੋਂ ਬਰਖਾਸਤ ਕਰਨ ਦੇ ਨਾਲ ਹੀ ਉਹਦੇ ਪਿਤਾ ਜੈ ਸਿੰਘ ਨੂੰ ਵੀ ਉਹਨੇ ਦੱਖਣ ਤੋਂ ਵਾਪਸ ਬੁਲਾ ਲਿਆ। ਉਹਦੀ ਥਾਂ ਆਪਣੇ ਲੜਕੇ ਮੁਅੱਜ਼ਮ ਨੂੰ ਨਿਯਤ ਕੀਤਾ ਤੇ ਉਹਦੀ ਸਹਾਇਤਾ ਲਈ ਔਰੰਗਜ਼ੇਬ ਨੇ ਜੋਧਪੁਰ ਦੇ ਰਾਜੇ ਜਸਵੰਤ ਸਿੰਘ ਨੂੰ ਉਹਦੇ ਨਾਲ ਭੇਜ ਦਿੱਤਾ। ਮੁਅੱਜ਼ਮ ਐਸ਼ਪ੍ਰਸਤ ਆਦਮੀ ਸੀ। ਉਹਨੇ ਸ਼ਿਵਾਜੀ ਨਾਲ ਸੰਧੀ ਕਰ ਲਈ, ਜਿਸ ਨਾਲ ਸ਼ਿਵਾਜੀ ਨੂੰ ਸਿੰਘਗੜ੍ਹ ਤੇ ਪੁਰੰਦਰ ਦੇ ਕਿਲ੍ਹਿਆਂ ਤੋਂ ਸਿਵਾ ਬਾਕੀ ਸਾਰੇ ਕਿਲ੍ਹੇ ਵਾਪਸ ਕਰ ਦਿੱਤੇ ਗਏ। ਉਹਨਾਂ 2 ਕਿਲ੍ਹਿਆਂ ਦੀ ਥਾਂ ਉਹਨੂੰ ਬਰਾਰ ਵਿੱਚ ਇੱਕ ਜ਼ਗੀਰ ਦੇ ਦਿੱਤੀ ਗਈ। ਇਸ ਦੇ ਬਦਲੇ ਵਿੱਚ ਸ਼ਿਵਾਜੀ ਨੇ ਮੁਗਲ ਫੌਜੀ ਸਹਾਇਤਾ ਵਜੋਂ ਆਪਣਾ ਸ਼ਾਨਦਾਰ ਰਿਸਾਲਾ ਪ੍ਰਤਾਪ ਰਾਓ ਗੁੱਜਰ ਦੀ ਕਮਾਨ ਹੇਠ ਖੱਲਿਆ, ਜਿਸ ਦਾ ਖਰਚ ਮੁਗਲਾਂ ਦੇ ਜ਼ਿੰਮੇ ਸੀ। ਪਰ ਔਰੰਗਜ਼ੇਬ ਦੀ ਆਦਤ ਸੀ ਕਿ ਜਦ ਕਦੇ ਵੀ ਉਹ ਕਿਸੇ ਨਾਲ ਸੰਧੀ ਕਰਦਾ ਸੀ, ਝੱਟ ਉਹਨੂੰ ਆਪਣੇ ਲਾਭ ਦੀ ਖਾਤਰ ਤੋੜ ਦੇਣ ਵਿੱਚ ਰੁੱਝ ਜਾਂਦਾ ਸੀ। ਔਰੰਗਜ਼ੇਬ ਨੇ ਮੁਅੱਜ਼ਮ ਨੂੰ ਲਿਖਿਆ ਕਿ ਉਹ ਸ਼ਿਵਾਜੀ ਅਤੇ ਪ੍ਰਤਾਪ ਰਾਓ ਗੁੱਜਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਭੇਜ ਦੇਵੇ, ਪਰ ਆਪਣੇ ਜਸੂਸਾਂ ਰਾਹੀਂ ਮੁਅੱਜ਼ਮ ਨੂੰ ਇਸ ਚਿੱਠੀ ਦਾ ਪਹਿਲਾਂ ਹੀ ਪਤਾ ਲੱਗ ਗਿਆ। ਉਹਨੇ ਪ੍ਰਤਾਪ ਰਾਓ ਗੁੱਜਰ ਅਤੇ ਸ਼ਿਵਾਜੀ ਦੇ ਰਾਜਪੂਤ ਨੀਰਾ ਜੀ ਨੂੰ ਸਾਰੇ ਰਿਸਾਲੇ ਸਮੇਤ ਸ਼ਾਹੀ ਫਰਮਾਨ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਭੇਜ ਦਿੱਤਾ। ਜਦੋਂ 1-2 ਦਿਨਾਂ ਪਿੱਛੋਂ ਔਰੰਗਜ਼ੇਬ ਦੀ ਚਿੱਠੀ ਆਈ ਤਾਂ ਉਹਨੇ ਪੂਰੀ ਸੱਚਾਈ ਨਾਲ ਉੱਤਰ ਦਿੱਤਾ ਕਿ ਉਹਦੇ ਪਾਸ ਕੋਈ ਵੀ ਮਰਹੱਟਾ ਨਹੀਂ ਰਿਹਾ। ਸਿੰਘਗੜ੍ਹ ਅਤੇ ਪੁਰੰਦਰ ਦੋਵੇਂ ਵੱਡੇ ਕਿਲ੍ਹੇ ਅਜੇ ਮੁਗਲਾਂ ਦੇ ਅਧਿਕਾਰ ਹੇਠ ਸਨ। ਕਿਹਾ ਜਾਂਦਾ ਹੈ ਕਿ ਇੱਕ ਦਿਨ ਫਰਵਰੀ ਦੇ ਮਹੀਨੇ ਜੀਜਾਬਾਈ ਨੇ ਪ੍ਰਤਾਪਗੜ੍ਹ ਤੋਂ ਬਾਹਰ ਨਜ਼ਰ ਫੇਰੀ ਤਾਂ ਉਹਨੂੰ ਦੂਰ ਧੁੰਦ ਵਿੱਚ ਸਿੰਘਗੜ੍ਹ ਦਾ ਕਿਲ੍ਹਾ ਨਜ਼ਰੀ ਪਿਆ। ਉਹਨੇ ਫੌਰਨ ਸ਼ਿਵਾਜੀ ਨੂੰ ਸੱਦ ਭੇਜਿਆ ਤੇ ਆਪਣੇ ਨਾਲ ਸ਼ਤਰੰਜ ਦੀ ਬਾਜੀ ਖੇਡਣ ਨੂੰ ਕਿਹਾ। ਸ਼ਿਵਾਜੀ ਹੈਰਾਨ ਸੀ, ਪਰ ਉਹਨੇ ਆਪਣੀ ਮਾਤਾ ਨਾਲ ਇੱਕ ਬਾਜੀ ਲਾਈ ਜਿਸ ਵਿੱਚ ਉਹ ਹਾਰ ਗਿਆ। ਇਸ ਤੇ ਜੀਜਾਬਾਈ ਨੇ ਕਿਹਾ ਕਿ ਇਸ ਹਾਰ ਦੇ ਡੰਨ ਵਿੱਚ ਸ਼ਿਵਾਜੀ ਨੂੰ ਮੁਗਲਾਂ ਕੋਲੋਂ ਸਿੰਘਗੜ੍ਹ ਦਾ ਕਿਲ੍ਹਾ ਖੋਹ ਕੇ ਜੀਜਾਬਾਈ ਨੂੰ ਦੇਣਾ ਪਵੇਗਾ। ਸ਼ਿਵਾਜੀ ਨੇ ਕਿਹਾ ਕਿ ਇਹ ਕੰਮ ਕਠਿਨ ਹੈ, ਪਰ ਉਹਦੀ ਮਾਤਾ ਇਸ ਮੰਗ 'ਤੇ ਅੜੀ ਰਹੀ। ਸ਼ਿਵਾਜੀ ਨੇ ਤਾਨਾ ਜੀ ਨੂੰ ਉਹਦੇ ਪਿੰਡੋਂ ਬੁਲਾ ਭੇਜਿਆ। ਤਾਨਾ ਜੀ ਆਪਣੇ ਲੜਕੇ ਦੀ ਸ਼ਾਦੀ ਵਿੱਚ ਰੁੱਝਾ ਹੋਇਆ ਸੀ, ਪਰ ਸ਼ਿਵਾਜੀ ਦਾ ਸੱਦਾ ਮਿਲਦਿਆਂ ਹੀ ਉਹ ਇਹ ਕੰਮ ਕਿਲ੍ਹੇ ਵਿੱਚ ਹੀ ਛੱਡ ਕੇ
ਪਰ ਚੱਟ ਪ੍ਰਤਾਪਗੜ੍ਹ ਨੂੰ ਤੁਰ ਪਿਆ। ਉੱਥੇ ਪਹੁੰਚ ਕੇ ਉਹਨੂੰ ਪਤਾ ਲੱਗਾ ਕਿ ਉਹਨੂੰ ਕਿਉਂ ਬੁਲਾਇਆ ਗਿਆ ਹੈ। ਪਹਿਲਾਂ ਤਾਂ ਉਹਨੇ ਕਿਹਾ ਕਿ ਖੜੇ ਪੈਰ ਕਿਲ੍ਹਾ ਲੈਣਾ ਮੁਸ਼ਕਿਲ ਹੈ, ਕਿਉਂਕਿ ਇਸ ਲਈ ਪੂਰੀ ਤਿਆਰੀ ਕਰਨ ਦੀ ਲੋੜ ਹੈ। ਪਰ ਜੀਜਾਬਾਈ ਦੇ ਜ਼ੋਰ ਦੇਣ 'ਤੇ ਉਹਨੇ ਕਮਰ ਕੱਸੇ ਕਰ ਲਈ। ਉਹ ਆਪਣੇ ਭਰਾ ਸੂਰਿਆ ਜੀ ਅਤੇ ਕੁਝ ਹੋਰ ਚੁਣੇ ਹੋਏ ਬਹਾਦਰਾਂ ਨੂੰ ਨਾਲ ਲੈ ਕੇ ਇੱਕ ਦਿਨ ਅੱਧੀ ਰਾਤ ਵੇਲੇ ਸਿੰਘਗੜ੍ਹ ਨੂੰ ਤੁਰ ਪਿਆ ਅਤੇ ਕਿਲ੍ਹੇ ਤੋਂ ਥੋੜ੍ਹੀ ਦੂਰ ਜੰਗਲ ਵਿੱਚ ਆਪਣੇ ਸਾਥੀਆਂ ਨੂੰ ਛੱਡ ਕੇ ਅਤੇ ਆਪ ਭੇਸ ਵਟਾ ਕੇ ਕਿਲ੍ਹੇ ਦੇ ਥੱਲੇ ਦੀਆਂ ਚੌਂਕੀਆਂ ਤੱਕ ਪਹੁੰਚ ਗਿਆ। ਉੱਥੇ ਕੌਲੀ ਜਾਤ ਦੇ ਲੋਕ ਰਹਿੰਦੇ ਸਨ। ਪਹਿਲਾਂ ਤਾਂ ਉਹਨੇ ਉਹਨਾਂ ਨੂੰ ਦੱਸਿਆ ਕਿ ਉਹਨੂੰ ਜੰਗਲ ਵਿੱਚ ਸ਼ੇਰ ਮਿਲ ਪਿਆ ਸੀ ਅਤੇ ਉਹ ਰਸਤਾ ਭੁੱਲ ਕੇ ਉੱਥੇ ਆ ਪਹੁੰਚਿਆ ਹੈ। ਫਿਰ ਤਾਨਾ ਜੀ ਨੇ ਉਹਨੂੰ ਬਣਾਉਟੀ ਗਹਿਣਿਆਂ ਆਦਿ ਕੁਝ ਸੁਗਾਤਾਂ ਦਿੱਤੀਆਂ। ਜਦੋਂ ਉਹ ਕਾਫੀ ਖੁਸ਼ ਹੋ ਗਏ ਤਾਂ ਤਾਨਾ ਜੀ ਨੇ ਦੱਸ ਦਿੱਤਾ ਕਿ ਉਹ ਸ਼ਿਵਾ ਜੀ ਦਾ ਇੱਕ ਵੱਡਾ ਅਫਸਰ ਹੈ। ਉਹਨੇ ਕਈਆਂ ਤੋਂ ਕਿਲ੍ਹੇ ਬਾਰੇ ਗੱਲਾਂ ਪੁੱਛੀਆਂ। ਪਹਿਲਾਂ ਤਾਂ ਉਹ ਟਾਲ ਮਟੋਲ ਕਰਦੇ ਰਹੇ ਅਤੇ ਉਹਨਾਂ ਦੇ ਕਿਲ੍ਹੇ ਦੇ ਹਾਕਮ ਉੱਤੇ ਉਹਦੇ ਪਾਣ ਅਤੇ ਉਹਦੇ ਜਵਾਨਾਂ ਦੀ ਬਹਾਦਰੀ ਵੱਲੋਂ ਬੜਾ ਵਧਾ ਚੜ੍ਹਾ ਕੇ ਦੱਸਿਆ। ਤਾਨਾ ਜੀ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣਦਾ ਰਿਹਾ। ਫਿਰ ਉਹਨਾਂ ਨੇ ਦੱਸਿਆ ਕਿ ਕਿਲ੍ਹੇ 'ਤੇ ਚੜ੍ਹਨ ਲਈ ਇੱਕੋ ਇੱਕ ਰਸਤਾ ਹੈ। ਇਹੀ ਤਾਨਾ ਜੀ ਜਾਣਨਾ ਚਾਹੁੰਦਾ ਸੀ। ਸੋ ਰਾਤ ਪੈਣ 'ਤੇ ਉਹ ਆਪਣੇ ਸਾਥੀਆਂ ਨਾਲ ਉੱਥੇ ਪਹੁੰਚ ਗਿਆ। ਉਹਨਾਂ ਦਿਨਾਂ ਵਿੱਚ ਕਿਲ੍ਹੇ ਦੀ ਕੰਧ 'ਤੇ ਚੜ੍ਹਨ ਲਈ ਕਈ ਇੱਕ ਕਿਸਮ ਦੇ ਪਹਾੜੀ ਕਿਰਲੇ, ਜਿਨ੍ਹਾਂ ਨੂੰ ਗੋਹਾਂ ਕਹਿੰਦੇ ਹਨ, ਪਾਲੇ 'ਤੇ ਸਿਖਾਏ ਜਾਂਦੇ ਸਨ। ਗੋਹ ਦੇ ਨਾਲ ਰੱਸੇ ਦੀ ਪੌੜੀ ਬੰਨ੍ਹ ਦਿੱਤੀ ਜਾਂਦੀ ਸੀ ਅਤੇ ਉਹ ਕੰਧ ਦੇ ਉੱਪਰ ਪਹੁੰਚ ਕੇ ਐਸਾ ਜੰਮ ਕੇ ਬਹਿ ਜਾਂਦੀ ਸੀ ਕਿ ਇੱਕ ਹਲਕਾ ਫੁਲਕਾ ਆਦਮੀ ਆਸਾਨੀ ਨਾਲ ਉਸ ਉੱਪਰ ਚੜ੍ਹ ਕੇ ਪੌੜੀ ਨੂੰ ਮਜ਼ਬੂਤੀ ਨਾਲ ਬੰਨ੍ਹ ਸਕਦਾ ਸੀ। ਤਾਨਾ ਜੀ ਕੋਲ ਯਸ਼ਵੰਤ ਨਾਂ ਵਾਲੀ ਗੋਹ ਸੀ। ਇਸ ਗੋਹ ਨੂੰ ਕੰਧ ਦੇ ਪਾਸ ਲਿਆਂਦਾ ਗਿਆ। ਉਹ ਅੱਧ ਵਿਚਾਲਿਓਂ ਹੀ ਵਾਪਸ ਮੁੜ ਗਈ। ਇਸ ਨੂੰ ਤਾਨਾ ਜੀ ਦੇ ਸਾਥੀਆਂ ਨੇ ਬਦਸ਼ਗਨੀ ਸਮਝਿਆ ਅਤੇ ਕਿਹਾ ਕਿ ਕਿਲ੍ਹੇ 'ਤੇ ਚੜ੍ਹਾਈ ਕਿਸੇ ਹੋਰ ਦਿਨ ਪਤੇ ਪਾ ਦਿੱਤੀ ਜਾਏ। ਪਰ ਤਾਨਾ ਜੀ ਨਾ ਮੰਨਿਆ ਅਤੇ ਉਹਨੇ ਜਸ਼ਵੰਤ ਨੂੰ ਝਿੜਕ ਦਿੰਦਿਆਂ ਕਿਹਾ ਕਿ ਜੇ ਤੂੰ ਉੱਪਰ ਨਾ ਚੜ੍ਹੀ ਤਾਂ ਮੈਂ ਤੇਰੇ ਡੱਕਰੇ ਕਰ ਦਿਆਂਗਾ। ਇਸ ਝਿੜਕ ਤੋਂ ਡਰਦੀ ਮਾਰੀ ਝਟਪਟ ਉੱਪਰ ਜਾ ਚੜ੍ਹੀ। ਜਦੋਂ ਪੌੜੀ ਮਜ਼ਬੂਤ ਕਰ ਲਈ ਗਈ ਤਾਂ ਸਭ ਤੋਂ ਅੱਗੇ ਤਾਨਾ ਜੀ ਆਪ ਚੜ੍ਹਿਆ। ਜਦੋਂ ਕਿਲ੍ਹੇ ਦੀ ਕੰਧ 'ਤੇ ਪਹੁੰਚਿਆ ਤਾਂ ਉਹਨੂੰ ਹਨੇਰੇ ਵਿੱਚ ਪਹਿਰੇਦਾਰ ਨੇ ਵੇਖ ਲਿਆ। ਉਹ ਝੱਟ ਤਾਨਾ ਜੀ ਵੱਲ ਲਪਕਿਆ। ਤਾਨਾ ਜੀ ਨੇ ਉਹਦੇ ਵਾਲਾਂ ਦਾ ਸਫਾਇਆ ਕਰ ਦਿੱਤਾ, ਪਰ ਨਾਲ ਉਹ ਆਪ ਵੀ ਜ਼ਖਮੀ ਹੋ ਕੇ ਕਿਲ੍ਹੇ ਦੀ ਕੰਧ ਤੋਂ ਥੱਲੇ ਡਿੱਗ ਪਿਆ। ਪਰ ਹੁਣ ਤਾਨਾ ਜੀ ਦੇ ਆਦਮੀ ਉੱਪਰ ਚੜ੍ਹ ਚੁੱਕੇ ਸਨ। ਉਹਨਾਂ ਨੇ ਕਿਲ੍ਹੇ ਦੀ ਸੁੱਤੀ ਪਈ ਮੁਗਲ ਫੌਜ ਨੂੰ ਜਾ ਘੇਰਿਆ ਅਤੇ ਦਿਨ ਚੜ੍ਹਦੇ ਤੱਕ ਸਾਰੇ ਕਿਲ੍ਹੇ 'ਤੇ ਆਪਣਾ ਅਧਿਕਾਰ ਜਮਾ ਲਿਆ। ਤਾਨਾ ਜੀ ਦੀ ਇਸ ਬਹਾਦਰੀ ਦਾ ਜਸ ਇੱਕ ਕਵਿਤਾ ਵਿੱਚ ਗਾਇਆ ਹੈ, ਜਿਸ ਨੂੰ ਮਰਹੱਟੇ ਅੱਜ ਤੱਕ ਫਖਰ ਨਾਲ ਪੜ੍ਹਦੇ ਹਨ। ਜਦੋਂ ਸ਼ਿਵਾ ਜੀ ਨੂੰ ਕਿਲ੍ਹੇ 'ਤੇ ਕਬਜ਼ਾ ਕਰ ਲੈਣ ਅਤੇ ਤਾਨਾ ਜੀ ਦੇ ਮਾਰੇ ਜਾਣ ਦਾ ਪਤਾ ਲੱਗਾ ਤਾਂ ਉਹਨੇ ਬੜੇ ਦੁੱਖ ਵਿੱਚ ਕਿਹਾ, ਗੜ੍ਹ ਤਾਂ ਹੱਥ ਆ ਗਿਆ ਹੈ, ਪਰ ਸਿੰਘ ਹੱਥੋਂ ਚਲਾ ਗਿਆ ਹੈ। ਕੁਝ ਦਿਨਾਂ ਪਿੱਛੋਂ ਤਾਨਾ ਜੀ ਦੇ ਭਰਾ ਸੂਰਿਆ ਜੀ ਨੇ ਪੁਰੰਦਰ ਦਾ ਕਿਲ੍ਹਾ ਵੀ ਮੁਗਲਾਂ ਤੋਂ ਖੋਹ ਲਿਆ। ਕਿਲ੍ਹਿਆਂ 'ਤੇ ਪੂਰਾ ਅਧਿਕਾਰ ਕਰ ਲੈਣ ਪਿੱਛੋਂ ਸ਼ਿਵਾ ਜੀ ਨੇ ਜੰਜੀਰਾ ਨਾਮੀ ਟਾਪੂ 'ਤੇ ਕਬਜ਼ਾ ਕਰਨ ਦਾ ਫਿਰ ਯਤਨ ਕੀਤਾ, ਪਰ ਮੁਗਲ ਫੌਜ ਦੀ ਵੇਲੇ ਸਿਰ ਮਦਦ ਜਾਣ ਦੀ ਪਹੁੰਚ ਕਾਰਨ ਉਹ ਇਸ ਕੰਮ ਵਿੱਚ ਸਫਲ ਨਾ ਹੋ ਸਕਿਆ। ਸ਼ਿਵਾ ਜੀ ਨੇ ਮੁਗਲਾਂ ਤੋਂ ਇਸ ਦਾ ਬਦਲਾ ਲੈਣ ਲਈ ਸੂਰਤ ਦੀ ਬੰਦਰਗਾਹ ਨੂੰ ਇੱਕ ਵਾਰ ਫਿਰ ਲੁੱਟਿਆ। ਭਾਵੇਂ ਸ਼ਿਵਾ ਜੀ ਨੇ ਸੂਰਤ ਨੂੰ ਇੱਕ ਵਾਰ ਪਹਿਲਾਂ ਵੀ ਲੁੱਟਿਆ ਸੀ, ਪਰ ਮੁਗਲਾਂ ਨੇ ਸ਼ਹਿਰ ਦੇ ਬਚਾਅ ਲਈ ਕੁਝ ਨਹੀਂ ਸੀ ਕੀਤਾ। ਸ਼ਿਵਾ ਜੀ ਲੁੱਟ ਦਾ ਸਾਰਾ ਸਮਾਨ ਘੋੜਿਆਂ 'ਤੇ ਲੱਦ ਕੇ ਰਾਏਗੜ੍ਹ ਲੈ ਗਿਆ। ਮੁਗਲ ਰਸਾਲੇ ਦੀ ਇੱਕ ਟੁਕੜੀ ਅਤੇ ਦਾਊਦ ਖਾਂ ਦੀ ਕਮਾਨ ਹੇਠ ਸ਼ਿਵਾ ਜੀ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮਰਹੱਟਿਆਂ ਨੇ ਉਹਦੀ ਫੌਜ ਦਾ ਸਫਾਇਆ ਕਰ ਦਿੱਤਾ ਅਤੇ ਸ਼ਿਵਾ ਜੀ ਬੇਰੋਕ ਟੋਕ ਰਾਏਗੜ੍ਹ ਪਹੁੰਚ ਗਿਆ। ਸੂਰਤ ਦੀ ਇਸ ਲੁੱਟ ਨਾਲ ਸ਼ਿਵਾ ਜੀ ਕੋਲ ਕਾਫੀ ਖਜ਼ਾਨਾ ਇਕੱਠਾ ਹੋ ਗਿਆ ਅਤੇ ਉਹਨੇ ਹੋਰ 30,000 ਰਸਾਲਾ ਖੜਾ ਕਰ ਲਿਆ। ਔਰੰਗਜ਼ੇਬ ਨੇ ਜਦੋਂ ਇਸ ਬੁਰੀ ਹਾਲਤ ਵੱਲੋਂ ਸੁਣਿਆ ਤਾਂ ਉਹ ਬੜਾ ਦੁਖੀ ਹੋਇਆ। ਉਹਨੇ ਜਸਵੰਤ ਸਿੰਘ ਨੂੰ ਵਾਪਸ ਬੁਲਾ ਲਿਆ ਅਤੇ ਉਹਦੀ ਥਾਂ ਇੱਕ ਪੁਰਾਣੇ ਜਰਨੈਲ ਮੁਹਾਬਤ ਖਾਨ ਨੂੰ ਭੇਜਿਆ। ਮੁਹਾਬਤ ਖਾਨ ਨੇ ਆਉਂਦਿਆਂ ਹੀ ਮਰਹੱਟਿਆਂ ਦਾ ਕੁਝ ਇਲਾਕਾ ਜਿੱਤ ਲਿਆ ਅਤੇ ਸਲਹੇਰ ਨੂੰ ਘੇਰੇ ਵਿੱਚ ਲੈ ਲਿਆ। ਸ਼ਿਵਾ ਜੀ ਨੇ ਮੋਰੇ ਪਿੰਗਲੇ ਅਤੇ ਪ੍ਰਤਾਪ ਰਾਓ ਗੁੱਜਰ ਨੂੰ ਸਲਹੇਰ ਦੀ ਮਦਦ ਲਈ ਘੱਲਿਆ। ਮੁਹਾਬਤ ਖਾਨ ਨੇ ਆਪਣੀ ਫੌਜ ਇਖਲਾਸ ਖਾਨ ਦੀ ਕਮਾਨ ਹੇਠ ਇਹਨਾਂ ਦੋਹਾਂ ਦੀ ਸਿਰਕੋਬੀ ਲਈ ਘੱਲੀ, ਪਰ ਮੋਰੋ ਪਿੰਗਲੇ ਅਤੇ ਪ੍ਰਤਾਪ ਰਾਓ ਗੁੱਜਰ ਨੇ ਮੁਗਲ ਫੌਜਾਂ ਦੇ ਆਹੂ ਲਾ ਸੁੱਟੇ। ਸਿਰਫ 2,000 ਮੁਗਲ ਸੈਨਿਕ ਹੀ ਬਚ ਕੇ ਨਿਕਲ ਸਕੇ ਅਤੇ ਲਗਭਗ 20,000 ਮੁਗਲ ਫੌਜੀ ਜਾਂ ਤਾਂ ਮਾਰੇ ਗਏ ਜਾਂ ਉਹਨਾਂ ਹਥਿਆਰ ਸੁੱਟ ਦਿੱਤੇ। ਇਸ ਹਾਰ ਨੇ ਮੁਹਾਬਤ ਖਾਨ ਦਾ ਲੱਕ ਤੋੜ ਸੁੱਟਿਆ ਅਤੇ ਬਚੇ ਖੁਚੇ ਸਿਪਾਹੀਆਂ ਨਾਲ ਔਰੰਗਾਬਾਦ ਚਲਾ ਗਿਆ। ਸਲਹੇਰ ਦੀ ਹਾਰ ਸੁਣ ਕੇ ਔਰੰਗਜ਼ੇਬ ਦੇ ਅਫਸੋਸ ਦੀ ਹੱਦ ਨਾ ਰਹੀ। ਉਹਨੂੰ ਯਕੀਨ ਹੋ ਗਿਆ ਕਿ ਸਭ ਕੁਝ ਉਹਦੇ ਨਿਕੰਮੇ ਅਫਸਰਾਂ ਕਰਕੇ ਹੋ ਰਿਹਾ ਹੈ। ਸੋ ਉਹਨੇ ਫੌਰਨ ਮੁਹਾਬਤ ਖਾਂ ਅਤੇ ਸ਼ਹਿਜ਼ਾਦਾ ਮੁਅੱਜ਼ਮ ਨੂੰ ਵਾਪਸ ਬੁਲਾ ਲਿਆ ਅਤੇ ਉਹਨਾਂ ਦੀ ਥਾਂ ਖਾਨ ਜਹਾਨ ਬਹਾਦਰ ਅਤੇ ਦਲੇਰ ਖਾਂ ਨੂੰ ਭੇਜਿਆ, ਪਰ ਇਹ ਦੋਵੇਂ ਹੀ ਮਰਹੱਟਿਆਂ ਦੇ ਵਿਰੁੱਧ ਕੁਝ ਨਾ ਕਰ ਸਕੇ। ਜਦੋਂ ਸ਼ਿਵਾ ਜੀ ਨੇ ਵੇਖਿਆ ਕਿ ਮੁਗਲਾਂ ਤੋਂ ਉਹਨਾਂ ਕਿਸੇ ਵੱਡੇ ਹਮਲੇ ਦਾ ਡਰ ਨਹੀਂ, ਉਹਨੇ ਇੱਕ ਤਕੜੀ ਫੌਜ ਨਾਲ ਗੋਲਕੰਡਾ ਦੀ ਰਾਜਧਾਨੀ ਹੈਦਰਾਬਾਦ 'ਤੇ ਚੜ੍ਹਾਈ ਕਰ ਦਿੱਤੀ। ਉਸ ਵੇਲੇ ਗੋਲਕੰਡੇ ਦੀ ਫੌਜ ਦਾ ਵੱਡਾ ਹਿੱਸਾ ਫਰਾਂਸੀਸੀਆਂ ਦੇ ਵਿਰੁੱਧ ਲੜਾਈ ਲਈ ਰਾਜਧਾਨੀ ਤੋਂ ਦੂਰ ਗਿਆ ਹੋਇਆ ਸੀ। ਸ਼ਿਵਾ ਜੀ ਦੀ ਫੌਜ ਨੂੰ ਅਚਾਨਕ ਆਪਣੀ ਰਾਜਧਾਨੀ ਦੇ ਕੋਲ ਵੇਖ ਕੇ ਗੋਲਕੰਡੇ ਦੇ ਬਾਦਸ਼ਾਹ ਨੂੰ ਮਜਬੂਰਨ ਸੁਲ੍ਹਾ ਕਰਨੀ ਪਈ ਅਤੇ ਇੱਕ ਬੜੀ ਵੱਡੀ ਰਕਮ ਸ਼ਿਵਾ ਜੀ ਨੂੰ ਦੇਣੀ ਪਈ। ਸ਼ਿਵਾ ਜੀ ਇਹ ਰਕਮ ਲੈ ਕੇ ਵਾਪਸ ਰਾਏਗੜ੍ਹ ਮੁੜ ਆਇਆ। 1672 ਵਿੱਚ ਬੀਜਾਪੁਰ ਦਾ ਬਾਦਸ਼ਾਹ ਮਰ ਗਿਆ। ਇਸ 'ਤੇ ਸ਼ਿਵਾ ਜੀ ਨੇ ਬੀਜਾਪੁਰ ਦੇ ਇਲਾਕੇ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ।
ਖਾਸ ਕਰਕੇ ਹੁਬਲੀ ਦੇ ਸ਼ਹਿਰ ਨੂੰ ਦੱਬ ਕੇ ਲੁੱਟਿਆ, ਜਿੱਥੇ ਅੰਗਰੇਜ਼ਾਂ ਨੇ ਆਪਣੇ ਇਸ ਲੁੱਟਮਾਰ ਵਿੱਚੋਂ ਹੋਏ ਨੁਕਸਾਨ ਵਜੋਂ ਸ਼ਿਵਾਜੀ ਤੋਂ ਹਰਜਾਨਾ ਮੰਗਿਆ, ਪਰ ਉਹਨੇ ਸਾਫ਼ ਇਨਕਾਰ ਕਰ ਦਿੱਤਾ। ਬੀਜਾਪੁਰ ਸਰਕਾਰ ਨੇ ਆਪਣੇ ਜਰਨੈਲ ਅਬਦੁਲ ਕਰੀਮ ਨੂੰ ਇੱਕ ਮਜ਼ਬੂਤ ਫੌਜ ਦੇ ਕੇ ਮਰਹੱਟਾ ਇਲਾਕੇ 'ਤੇ ਕਬਜ਼ਾ ਕਰਨ ਲਈ ਘੱਲਿਆ, ਪਰ ਸ਼ਿਵਾਜੀ ਦੇ ਜਰਨੈਲ ਪ੍ਰਤਾਪ ਰਾਓ ਅਤੇ ਹੰਸਾ ਜੀ ਮੋਹਿਟੇ ਨੇ ਬੀਜਾਪੁਰ ਫੌਜ ਦੇ ਪਰਖੱਚੇ ਉਡਾ ਦਿੱਤੇ। ਇਸ ਲੜਾਈ ਵਿੱਚ ਸ਼ਿਵਾਜੀ ਦਾ ਬੜਾ ਬਹਾਦਰ ਜਰਨੈਲ ਪ੍ਰਤਾਪ ਰਾਏ ਮਾਰਿਆ ਗਿਆ, ਜਿਸ 'ਤੇ ਸ਼ਿਵਾਜੀ ਨੂੰ ਬੜਾ ਦੁੱਖ ਹੋਇਆ। ਸ਼ਿਵਾਜੀ ਦੀ ਤਾਜਪੋਸ਼ੀ। ਸ਼ਿਵਾਜੀ ਨੇ ਜਦੋਂ ਮਜ਼ਬੂਤੀ ਨਾਲ ਆਪਣਾ ਰਾਜ ਕਾਇਮ ਕਰ ਲਿਆ ਤਾਂ ਉਹਨੇ ਆਪਣੀ ਰਾਜਪੋਸ਼ੀ ਦੀ ਰਸਮ ਅਦਾ ਕੀਤੀ। ਇਹ ਫੈਸਲਾ ਕੀਤਾ ਗਿਆ ਕਿ ਪੁਰਾਣੇ ਹਿੰਦੂ ਮਹਾਰਾਜਿਆਂ ਵਾਂਗ ਸ਼ਿਵਾਜੀ ਦੀ ਤਾਜਪੋਸ਼ੀ ਦੀ ਵੀ ਵੈਦਿਕ ਰੀਤ ਅਨੁਸਾਰ ਹੋਵੇ। ਇਸ ਰਸਮ ਲਈ ਕਾਂਸ਼ੀ ਦੇ ਵੱਡੇ ਪੁਰੋਹਿਤ ਗੰਗਾ ਭੱਟ ਨੂੰ ਸੱਦਿਆ ਗਿਆ, ਜਿਹੜਾ ਉਹਨਾਂ ਦਿਨਾਂ ਵਿੱਚ ਗੋਦਾਵਰੀ ਦੇ ਪਾਸ ਹੀ ਠਹਿਰਿਆ ਹੋਇਆ ਸੀ। ਸ਼ਿਵਾਜੀ ਨੇ ਗੰਗਾ ਭੱਟ ਨੂੰ ਰਾਏਗੜ੍ਹ ਲਿਆਉਣ ਲਈ ਆਪਣੇ ਵੱਡੇ ਅਹਿਲਕਾਰ ਨੂੰ ਭੇਜਿਆ। ਗੰਗਾ ਭੱਟ ਨੇ ਪਹਿਲਾਂ ਤਾਂ ਇਸ ਰਸਮ ਨੂੰ ਵੈਦਿਕ ਰੀਤ ਅਨੁਸਾਰ ਕਰਨ ਤੋਂ ਨਾ ਕਰ ਦਿੱਤੀ, ਕਿਉਂਕਿ ਉਹਦੇ ਵਿਚਾਰ ਵਿੱਚ ਮਹਾਰਾਜਾ ਦੀ ਪਦਵੀ ਲਈ ਕਿਸੇ ਰਾਜਵੰਸ਼ ਵਿੱਚ ਜਨਮ ਲਿਆ ਹੋਣਾ ਜ਼ਰੂਰੀ ਸੀ। ਪਰ ਜਦੋਂ ਉਹਨੂੰ ਦੱਸਿਆ ਗਿਆ ਕਿ ਸ਼ਿਵਾਜੀ ਉਦੈਪੁਰ ਦੇ ਮਹਾਰਾਣਿਆਂ ਵਿੱਚੋਂ ਹੈ ਤਾਂ ਉਹਨੇ ਰਾਏਗੜ੍ਹ ਜਾਣਾ ਸਵੀਕਾਰ ਕਰ ਲਿਆ। ਸ਼ਿਵਾਜੀ ਆਪਣੇ ਮੰਤਰੀਆਂ ਨਾਲ ਗੰਗਾ ਭੱਟ ਦਾ ਸਵਾਗਤ ਕਰਨ ਲਈ 17 ਤੱਕ ਗਿਆ ਅਤੇ ਗੰਗਾ ਭੱਟ ਨੂੰ ਬੜੇ ਆਦਰ ਮਾਣ ਨਾਲ ਰਾਏਗੜ੍ਹ ਲਿਆਇਆ। ਤਾਜਪੋਸ਼ੀ ਲਈ ਰਾਏਗੜ੍ਹ ਵਿੱਚ ਹੁਮ-ਹੁਮਾ ਕੇ ਤਿਆਰੀਆਂ ਕੀਤੀਆਂ ਗਈਆਂ। ਬਾਹਰੋਂ ਆਏ ਲੋਕਾਂ ਦੇ ਠਹਿਰਨ ਲਈ ਕਈ ਨਵੀਆਂ ਇਮਾਰਤਾਂ ਬਣਾਈਆਂ ਗਈਆਂ। ਦਰਬਾਰ ਦੇ ਵੱਡੇ ਕਮਰੇ ਵਿੱਚ ਨਵਾਂ ਰਾਜ ਸਿੰਘਾਸਨ ਬਣਾਇਆ ਗਿਆ, ਜਿਸ ਦੇ ਆਲੇ ਦੁਆਲੇ ਬੱਬਰ ਸ਼ੇਰ ਅਤੇ ਹਾਥੀਆਂ ਦੇ ਬੁੱਤ ਸਜਾਏ ਗਏ ਅਤੇ ਇਸ ਦੇ ਪੈਰਾਂ ਵਿੱਚ 32 ਦਿਸ਼ਾਵਾਂ ਅੰਕਿਤ ਕੀਤੀਆਂ ਗਈਆਂ, ਜਿਸ ਦਾ ਅਰਥ ਇਹ ਸੀ ਕਿ ਮਰਹੱਟਾ ਰਾਜ 4 ਚੁਫੇਰੇ ਕਾਇਮ ਹੋਏਗਾ। 21 ਮਈ 1670 ਨੂੰ ਤਾਜਪੋਸ਼ੀ ਦੀ ਰਸਮ ਸ਼ੁਰੂ ਹੋਈ। ਪਹਿਲੇ 2-3 ਦਿਨ ਸ਼ਿਵਾਜੀ ਨੇ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕੀਤੀ। ਇਸ ਦੇ ਪਿੱਛੋਂ ਉਹਨੂੰ ਜਨੇਊ ਪਾਇਆ ਗਿਆ ਅਤੇ ਖੁਸ਼ਬੂਦਾਰ ਤੇਲ ਮਲਿਆ ਗਿਆ। ਇਸ ਦੇ ਬਾਅਦ ਉਹਨੇ ਆਪਣੀ ਮਾਤਾ ਅੱਗੇ ਡੰਡੌਤ ਕੀਤੀ। ਗੰਗਾ ਭੱਟ ਨੇ ਸ਼ਿਵਾਜੀ ਨੂੰ ਤਿਲਕ ਲਗਾਇਆ ਅਤੇ ਉਹਦੇ ਕੰਨ ਵਿੱਚ ਗਾਇਤਰੀ ਮੰਤਰ ਪੜ੍ਹਿਆ, ਜਿਹੜਾ ਕੇਵਲ ਰਾਜਕੁਲ ਦੇ ਤੇਜਸਵੀ ਕੁਸ਼ਤਰੀਆਂ ਨੂੰ ਹੀ ਸੁਣਾਇਆ ਜਾ ਸਕਦਾ ਸੀ। 31 ਮਈ ਨੂੰ ਸ਼ਿਵਾਜੀ ਨੇ ਗਣਪਤੀ ਦੀ ਪੂਜਾ ਕੀਤੀ ਅਤੇ ਦਿਨ ਭਰ ਵਰਤ ਰੱਖਿਆ ਅਤੇ ਜਗਰਾਤਾ ਕੱਟਿਆ ਅਤੇ ਬ੍ਰਾਹਮਣਾਂ ਨੇ ਹਵਨ ਕੀਤੇ। ਸ਼ਿਵਾਜੀ ਨੇ ਪ੍ਰਤਾਪਗੜ੍ਹ ਜਾ ਕੇ ਦੇਵੀ ਭਵਾਨੀ ਦੇ ਮੰਦਰ ਵਿੱਚ ਪੂਜਾ ਕੀਤੀ ਅਤੇ ਉੱਥੇ ਇੱਕ ਵੱਡਾ ਸਾਰਾ ਸੋਨੇ ਦਾ ਦੀਵਾ ਚੜ੍ਹਾਇਆ। 6 ਜੂਨ ਨੂੰ ਸ਼ਿਵਾਜੀ ਰਾਜ ਸਿੰਘਾਸਨ 'ਤੇ ਬੈਠਾ। ਜਦੋਂ ਰੀਤ ਅਨੁਸਾਰ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਤਾਂ ਗੰਗਾ ਭੱਟ ਸ਼ਿਵਾਜੀ ਦਾ ਹੱਥ ਫੜ ਕੇ ਉਹਨੂੰ ਦਰਬਾਰ ਦੇ ਕਮਰੇ ਵਿੱਚ ਰੱਖੇ ਗਏ ਰਾਜ ਸਿੰਘਾਸਨ ਕੋਲ ਲਿਆਇਆ। ਸ਼ਿਵਾਜੀ ਕੁਝ ਚਿਰ ਰਾਜ ਸਿੰਘਾਸਨ ਅੱਗੇ ਝੁਕਿਆ ਰਿਹਾ, ਫਿਰ ਉਹ ਉਸ 'ਤੇ ਬੈਠ ਗਿਆ। ਉਹਦੇ ਨਾਲ ਹੀ ਉਹਦੀ ਵਹੁਟੀ ਬੈਠੀ। ਉਸੇ ਵੇਲੇ ਸੰਖ ਵਜਾਏ ਗਏ, ਥਾਂ ਥਾਂ ਤੋਪਾਂ ਦੀ ਸਲਾਮੀ ਦਿੱਤੀ ਗਈ। ਤਾਜਪੋਸ਼ੀ ਦੀ ਰਸਮ ਦੇ ਪਿੱਛੋਂ ਸ਼ਿਵਾਜੀ ਨੂੰ ਸੋਨੇ ਵਿੱਚ ਤੋਲਿਆ ਗਿਆ ਅਤੇ ਉਹ ਸੋਨਾ ਬ੍ਰਾਹਮਣਾਂ ਵਿੱਚ ਵੰਡ ਦਿੱਤਾ ਗਿਆ। ਸ਼ਿਵਾਜੀ ਦੀ ਤਾਜਪੋਸ਼ੀ ਦੀ ਰਸਮ ਵੇਲੇ ਰਾਏਗੜ੍ਹ ਵਿੱਚ ਬੜੀ ਖਲਕਤ ਆਈ ਹੋਈ ਸੀ। ਇਹਨਾਂ ਵਿੱਚ ਬਾਹਰਲੇ ਮੁਲਕਾਂ ਦੇ ਰਾਜਦੂਤ ਵੀ ਸਨ। ਅੰਗਰੇਜ਼ਾਂ ਦੀ ਵੀ ਇੱਕ ਮੰਡਲੀ ਇਸ ਅਵਸਰ 'ਤੇ ਹਾਜ਼ਰ ਸੀ, ਜਿਹੜੀ ਕੁਝ ਦਿਨ ਉੱਥੇ ਰਹੀ। ਉਹਨਾਂ ਨੇ ਸ਼ਿਵਾਜੀ ਪਾਸੋਂ ਮਰਹੱਟਾ ਰਾਜ ਵਿੱਚ ਵਪਾਰ ਕਰਨ ਲਈ ਖਾਸ ਰਿਆਇਤਾਂ ਮੰਗੀਆਂ, ਜਿਹੜੀਆਂ ਸ਼ਿਵਾਜੀ ਨੇ ਮਨਜ਼ੂਰ ਕਰ ਲਈਆਂ। ਸ਼ਿਵਾਜੀ ਦੀ ਤਾਜਪੋਸ਼ੀ ਦੇ ਛੇਤੀ ਹੀ ਮਗਰੋਂ ਜੀਜਾਬਾਈ ਬਿਮਾਰ ਪੈ ਗਈ। ਜਦੋਂ ਉਹਦਾ ਤਾਪ ਬਹੁਤ ਤੇਜ਼ ਹੋ ਗਿਆ ਤਾਂ ਵੈਦਾਂ ਨੇ ਆਸ ਲਾ ਦਿੱਤੀ। ਆਪਣੀ ਬਿਮਾਰੀ ਦੇ ਚੌਥੇ ਦਿਨ ਜੀਜਾਬਾਈ ਨੇ ਆਪਣੀਆਂ ਸਾਰੀਆਂ ਚੀਜ਼ਾਂ ਅਤੇ ਧਨ ਬ੍ਰਾਹਮਣਾਂ ਵਿੱਚ ਵੰਡ ਦਿੱਤਾ ਅਤੇ ਅਗਲੇ ਹੀ ਦਿਨ ਉਹ ਚਲਾਣਾ ਕਰ ਗਈ। 1676 ਵਿੱਚ ਸ਼ਿਵਾਜੀ ਨੇ ਬੀਜਾਪੁਰ ਦੇ ਹਮੈਤੀ ਨਾਇਕ ਨਿੰਬਲਕਰ ਦੇ ਵਿਰੁੱਧ ਕਾਰਵਾਈ ਕੀਤੀ ਅਤੇ ਉਹਦੇ ਇਲਾਕੇ 'ਤੇ ਆਪਣਾ ਅਧਿਕਾਰ ਜਮਾ ਲਿਆ। ਫਿਰ ਉਹਨੇ ਐਲਾਨ ਕੀਤਾ ਕਿ ਉਹ ਦੂਰ ਦੱਖਣ ਵਿੱਚ ਤੰਜੋਰ ਜਾ ਰਿਹਾ ਹੈ, ਜਿੱਥੇ ਉਹਨੇ ਆਪਣੇ ਮਤਰੇਏ ਭਰਾ ਵਿਆਕੋਜੀ ਤੋਂ ਵਿਰਸੇ ਵਿੱਚ ਮਿਲੀ ਹੋਈ ਜਗੀਰ ਦਾ ਅੱਧ ਲੈਣਾ ਹੈ। ਸ਼ਿਵਾਜੀ ਨੇ ਇੱਕ ਵੱਡੀ ਸਾਰੀ ਫੌਜ ਤਿਆਰ ਕੀਤੀ ਅਤੇ ਦੱਖਣ ਵੱਲ ਚੜ੍ਹਾਈ ਕਰ ਦਿੱਤੀ। ਉਹਨੂੰ ਬੀਜਾਪੁਰ ਰਾਜ ਵਿੱਚੋਂ ਲੰਘਣ ਲਈ ਕੋਈ ਔਕੜ ਪੇਸ਼ ਨਾ ਆਈ। ਜਦੋਂ ਗੋਲਕੁੰਡਾ ਰਾਜ ਦੀ ਹੱਦ 'ਤੇ ਪਹੁੰਚਿਆ ਤਾਂ ਉੱਥੋਂ ਦੇ ਬਾਦਸ਼ਾਹ ਅਬੁਲ ਹਮੈਨ ਨੇ ਉਸ ਦਾ ਰਾਜਸੀ ਠਾਠ ਨਾਲ ਸਵਾਗਤ ਕੀਤਾ। ਸ਼ਿਵਾਜੀ ਇੱਥੇ ਮਹੀਨਾ ਭਰ ਠਹਿਰਿਆ। ਅਬੁਲ ਹੁਸੈਨ ਨੇ ਸ਼ਿਵਾਜੀ ਦੀ ਖਾਤਰ ਕੀਤੀ ਅਤੇ ਉਹਨੂੰ ਬੜੇ ਬੜੇ ਕੀਮਤੀ ਹੀਰੇ ਅਤੇ ਹੋਰ ਤੋਹਫੇ ਦਿੱਤੇ। ਵੱਡੀ ਦੱਖਣੀ ਮੁਹਿੰਮ ਤੇ ਸ਼ਿਵਾਜੀ ਦਾ ਦੇਹਾਂਤ। ਇੱਕ ਦਿਨ ਸ਼ਿਵਾਜੀ ਨੂੰ ਅਬੁਲ ਹੁਸੈਨ ਨੇ ਆਪਣਾ ਖਾਸ ਜੰਗੀ ਹਾਥੀ ਦਿਖਾਇਆ, ਜਿਹੜਾ ਬੜਾ ਜ਼ਬਰਦਸਤ ਸੀ। ਕੋਈ ਯੋਧਾ ਉਹਦਾ ਮੁਕਾਬਲਾ ਨਹੀਂ ਸੀ ਕਰ ਸਕਦਾ। ਅਬੁਲ ਹੁਸੈਨ ਨੇ ਸ਼ਿਵਾਜੀ ਨੂੰ ਪੁੱਛਿਆ, ਤੁਹਾਡੇ ਕੋਲ ਵੀ ਜੰਗੀ ਹਾਥੀ ਜ਼ਰੂਰ ਹੋਣੇ ਹਨ? ਸ਼ਿਵਾਜੀ ਕੋਲ ਖੜੇ ਜੇਸਾ ਜੀ ਕੰਕ ਵੱਲ ਇਸ਼ਾਰਾ ਕਰਦਿਆਂ ਉੱਤਰ ਦਿੱਤਾ, ਮੇਰੇ ਜੰਗੇ ਹਾਥੀ ਤਾਂ ਇਹ ਹਨ। ਇਸ 'ਤੇ ਅਬੁਲ ਹੁਸੈਨ ਮੁਸਕਰਾਇਆ। ਸ਼ਿਵਾਜੀ ਨੇ ਜੇਸਾ ਜੀ ਕੰਕ ਨੂੰ ਹਾਥੀ ਨਾਲ ਲੜ ਕੇ ਵਿਖਾਉਣ ਲਈ ਕਿਹਾ। ਜੇਸਾ ਜੀ ਉਸੇ ਵੇਲੇ ਤਲਵਾਰ ਸੂਤ ਕੇ ਜੰਗੀ ਹਾਥੀ ਦੇ ਸਾਹਮਣੇ ਜਾ ਖੜਾ ਹੋਇਆ। ਜਦੋਂ ਹਾਥੀ ਚਿੰਗਾੜਦਾ ਹੋਇਆ ਜੇਸਾ ਜੀ ਵੱਲ ਆਇਆ ਤਾਂ ਉਹਨੇ ਫੁਰਤੀ ਨਾਲ ਐਸਾ ਭਰਵਾਂ ਵਾਰ ਕੀਤਾ ਕਿ ਹਾਥੀ ਦੀ ਸੁੰਡ ਲਾ ਸੁੱਟੀ। ਇਸ 'ਤੇ ਹਾਥੀ ਪੀੜ ਨਾਲ ਉੱਥੋਂ ਭੱਜ ਉੱਠਿਆ। ਆਪਣੇ ਪਿਆਰੇ ਜੰਗੀ ਹਾਥੀ ਦੇ ਨੁਕਸਾਨ 'ਤੇ ਅਬੁਲ ਹੁਸੈਨ ਨੂੰ ਬੜਾ ਦੁੱਖ ਹੋਇਆ। ਅਬੁਲ ਹੁਸੈਨ ਤੋਂ ਆਗਿਆ ਲੈ ਕੇ ਉਹਨੇ ਨੇੜੇ ਤੇੜੇ ਦੇ ਮੰਦਰਾਂ ਦੀ ਯਾਤਰਾ ਕੀਤੀ। ਪਾਰਵਤਮ ਦੇ ਸ੍ਰੀ ਮਲਿਕਾਰਜੁਨ ਦੇ ਮੰਦਰ ਦੀ ਸੁੰਦਰਤਾ ਅਤੇ ਇਕਾਂਤ ਨੇ ਉਹਨੂੰ ਐਸਾ ਮੋਹ ਲਿਆ ਕਿ ਉਹ ਸਭ ਕੁਝ ਤਿਆਗਣ ਨੂੰ ਤਿਆਰ ਹੋ ਗਿਆ।
ਜਦੋਂ ਉਹਦੇ ਜਰਨੈਲਾਂ ਨੇ ਉਹਨੂੰ ਦੇਵੀ ਦੇ ਮੰਦਰ ਦੀ ਇਕਾਂਤ ਛੱਡ ਕੇ ਫੌਜ ਦੀ ਕਮਾਨ ਸੰਭਾਲਣ ਨੂੰ ਕਿਹਾ ਤਾਂ ਉਹਨੇ ਫੌਰਨ ਤਲਵਾਰ ਕੱਢ ਲਈ ਅਤੇ ਕਹਿਣ ਲੱਗਾ, ਜੇ ਤੁਸੀਂ ਮੈਨੂੰ ਦੇਵੀ ਦੇ ਚਰਨਾਂ ਵਿੱਚ ਰਹਿ ਕੇ ਜੂਨ ਨਹੀਂ ਦਿੰਦੇ ਤਾਂ ਬਿਹਤਰ ਹੈ ਕਿ ਮੈਂ ਇਹਦੇ ਚਰਨਾਂ ਵਿੱਚ ਹੀ ਮਰ ਜਾਵਾਂ। ਪਰ ਜੇਸ਼ਾ ਜੀ ਨੇ ਬੜੀ ਮੁਸ਼ਕਿਲ ਨਾਲ ਉਹਨੂੰ ਉੱਥੋਂ ਮੁੜ ਫੌਜ ਵਿੱਚ ਆਉਣ ਲਈ ਲਿਆਂਦਾ। ਦੱਖਣ ਵਿੱਚ ਜਿੱਥੇ ਵੀ ਸ਼ਿਵਾਜੀ ਗਿਆ ਉੱਥੇ ਜਿੱਤ ਪ੍ਰਾਪਤ ਹੋਈ। ਉਹਨੇ ਤੰਜੌਰ ਪਹੁੰਚ ਕੇ ਵਿਅੰਕੋਜੀ ਤੋਂ ਆਪਣੇ ਪਿਤਾ ਵਾਲੀ ਜਗੀਰ ਖੋਈ, ਪਰ ਉਹਦੇ ਗੁਜ਼ਾਰੇ ਲਈ ਕੁਝ ਹਿੱਸਾ ਉਹਦੇ ਕੋਲ ਰਹਿਣ ਦਿੱਤਾ। ਆਪਣੀ ਮੁਹਿੰਮ ਨੂੰ ਪੂਰਾ ਕਰਕੇ ਉਹ ਰਾਏਗੜ੍ਹ ਵਾਪਸ ਆ ਗਿਆ। ਔਰੰਗਜ਼ੇਬ ਖਾਨ ਜਹਾਨ ਬਹਾਦਰ 'ਤੇ ਵੀ ਬੜਾ ਨਾਰਾਜ਼ ਹੋ ਗਿਆ ਅਤੇ ਉਹਦੀ ਥਾਂ ਉਹਨੇ ਦਲੇਰ ਖਾਨ ਨੂੰ ਭੇਜਿਆ। ਦਲੇਰ ਖਾਨ ਨੇ ਬੀਜਾਪੁਰ ਨੂੰ ਘੇਰੇ ਵਿੱਚ ਲੈ ਲਿਆ, ਪਰ ਮਰਹੱਟਿਆਂ ਦੀ ਮਦਦ ਦੇ ਕਾਰਨ ਦਲੇਰ ਖਾਨ ਨੂੰ ਪਿੱਛੇ ਹਟਣਾ ਪਿਆ। ਸ਼ਿਵਾਜੀ ਦਾ ਵੱਡਾ ਲੜਕਾ ਸੰਭਾਜੀ ਨਾਰਾਜ਼ ਹੋ ਕੇ ਦਲੇਰ ਖਾਨ ਨਾਲ ਜਾ ਮਿਲਿਆ। ਦਲੇਰ ਖਾਨ ਨੇ ਸੰਭਾਜੀ ਦਾ ਸਵਾਗਤ ਕੀਤਾ ਅਤੇ ਉਹਨੂੰ ਆਪਣੀ ਫੌਜ ਵਿੱਚ 7 ਹਜ਼ਾਰੀ ਦੀ ਪਦਵੀ ਦੇ ਦਿੱਤੀ। ਦਲੇਰ ਖਾਨ ਚਾਹੁੰਦਾ ਸੀ ਕਿ ਸੰਭਾਜੀ ਨੂੰ ਸ਼ਿਵਾਜੀ ਦੇ ਵਿਰੁੱਧ ਲੜਾਇਆ ਜਾਏ, ਪਰ ਔਰੰਗਜ਼ੇਬ ਜਿਹੜਾ ਹਰ ਇੱਕ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਾ ਸੀ, ਇਹ ਨਾ ਮੰਨਿਆ। ਸਗੋਂ ਨੇ ਹੁਕਮ ਦਿੱਤਾ ਕਿ ਸੰਭਾਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਭੇਜ ਦਿੱਤਾ ਜਾਏ। ਦਲੇਰ ਖਾਨ ਨੇ ਇਸ ਤਰ੍ਹਾਂ ਵਿਸ਼ਵਾਸਘਾਤ ਕਰਨਾ ਪਸੰਦ ਨਾ ਕੀਤਾ ਅਤੇ ਉਹਨੇ ਸੰਭਾਜੀ ਨੂੰ ਉੱਥੋਂ ਭਜਾ ਦਿੱਤਾ। ਸੰਭਾਜੀ ਮੁੜ ਸ਼ਿਵਾਜੀ ਪਾਸ ਆ ਗਿਆ। ਸ਼ਿਵਾਜੀ ਨੇ ਉਹਨੂੰ ਗੱਲ ਨਾਲ ਲਾ ਲਿਆ, ਪਰ ਸੰਭਾਜੀ ਦੀ ਤਕਦੀਰ ਵਿੱਚ ਔਰੰਗਜ਼ੇਬ ਦੇ ਹੱਥੋਂ ਮਰਨਾ ਲਿਖਿਆ ਸੀ। ਸ਼ਿਵਾਜੀ ਦੇ ਦੇਹਾਂਤ ਪਿੱਛੋਂ ਸੰਭਾਜੀ ਨੂੰ ਮੁੜ ਪਕੜ ਲਿਆ ਗਿਆ ਅਤੇ ਦਿੱਲੀ ਵਿੱਚ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਸ਼ਿਵਾਜੀ ਨੂੰ ਆਪਣੇ ਲੜਕੇ ਸੰਭਾਜੀ ਦਾ ਬੜਾ ਦੁੱਖ ਸੀ। ਉਹਦੀ ਰਾਣੀ ਸੋਇਰਾਬਾਈ ਆਪਣੇ ਲੜਕੇ ਰਾਜਾ ਆਰਾਮ ਨੂੰ ਤਖਤ ਦਾ ਵਾਰਸ ਬਣਾਉਣ ਲਈ ਸ਼ਿਵਾਜੀ ਨੂੰ ਮਜਬੂਰ ਕਰਦੀ ਰਹਿੰਦੀ ਸੀ। ਇੱਕ ਵਾਰ ਤਾਂ ਸ਼ਿਵਾਜੀ ਨੇ ਇਸੇ ਵਿੱਚ ਵੀ ਭਲਾਈ ਸਮਝੀ, ਉਹ ਆਪਣੇ ਰਾਜ ਨੂੰ 2 ਹਿੱਸਿਆਂ ਵਿੱਚ ਵੰਡ ਦੇਵੇ। 28 ਮਾਰਚ 1680 ਨੂੰ ਜਦੋਂ ਉਹ ਇਸ ਹਮਲੇ ਤੋਂ ਵਾਪਸ ਆਇਆ ਤਾਂ ਉਹਦੇ ਗੋਡੇ 'ਤੇ ਸੂਜ ਪੈਣ ਲੱਗ ਪਈ। ਦਿਨ ਬ ਦਿਨ ਉਹਦੀ ਹਾਲਤ ਵਿਗੜਦੀ ਗਈ ਅਤੇ 2 ਅਪ੍ਰੈਲ 1680 ਨੂੰ ਉਹ ਸਵਰਗਵਾਸ ਹੋ ਗਿਆ। ਮਹਾਰਾਸ਼ਟਰ ਦੇ ਵਸਨੀਕਾਂ ਨੂੰ ਮਰਹੱਟੇ ਕਹਿੰਦੇ ਹਨ। ਮਹਾਰਾਸ਼ਟਰ ਦਾ ਇਲਾਕਾ ਤਿਕੋਣੀ ਸ਼ਕਲ ਦਾ ਹੈ। ਪੱਛਮੀ ਘਾਟ ਇਸ ਨੂੰ 2 ਭਾਗਾਂ ਵਿੱਚ ਵੰਡਦਾ ਹੈ। ਪੱਛਮੀ ਭਾਗ ਸਮੁੰਦਰ ਦੇ ਨਾਲ ਲੱਗਦਾ ਹੈ ਅਤੇ ਉਪਜਾਊ ਹੈ। ਪੂਰਬੀ ਭਾਗ ਜ਼ਿਆਦਾ ਬੰਜਰ ਹੈ। ਪ੍ਰਾਚੀਨ ਕਾਲ ਤੋਂ ਮਰਹੱਟਿਆਂ ਦੇ ਚਰਿੱਤਰ ਵਿੱਚ ਕੋਈ ਤਬਦੀਲੀ ਨਹੀਂ ਆਈ। 7ਵੀਂ ਸਦੀ ਦਾ ਚੀਨੀ ਯਾਤਰੂ ਇਹਨਾਂ ਬਾਰੇ ਲਿਖਦਾ ਹੈ। ਮਰਹੱਟੇ ਬੜੇ ਸਾਦਾ ਸੁਭਾਅ ਅਤੇ ਸੱਚੇ ਲੋਕ ਹਨ। ਉਹ ਕਿਸੇ ਦੀ ਕੀਤੀ ਨੂੰ ਭੁੱਲਦੇ ਨਹੀਂ। ਜੋ ਉਹਨਾਂ ਨਾਲ ਕੋਈ ਧਰੋਹ ਕਰੇ ਤਾਂ ਬਦਲਾ ਲਏ ਬਿਨਾਂ ਨਹੀਂ ਛੱਡਦੇ। ਦੁਖੀਆਂ ਦੀ ਸਹਾਇਤਾ ਕਰਦੇ ਹਨ ਅਤੇ ਸੱਚੇ ਮਿੱਤਰ ਹਨ। ਇਹ ਰੰਗ ਦੇ ਸਾਂਵਲੇ ਹੁੰਦੇ ਹਨ ਅਤੇ ਸਰੀਰ ਦੇ ਗੱਠੇ ਹੋਏ ਅਤੇ ਮਜ਼ਬੂਤ। ਇਹਨਾਂ ਦੇ ਘਰ ਬੜੇ ਸਾਫ਼ ਸੁਥਰੇ ਹੁੰਦੇ ਹਨ ਅਤੇ ਇਹ ਆਪਣੀ ਗਰੀਬੀ ਦਾ ਦੂਜਿਆਂ ਨੂੰ ਅਹਿਸਾਸ ਨਹੀਂ ਹੋਣ ਦਿੰਦੇ। ਮਰਹੱਟਾ ਔਰਤਾਂ ਸਰੀਰ ਦੀਆਂ ਸੁਡੌਲ ਹੁੰਦੀਆਂ ਹਨ। ਇਹ ਪਰਦਾ ਨਹੀਂ ਕਰਦੀਆਂ। ਇਹ ਬੜੀਆਂ ਮਿਹਨਤੀ ਅਤੇ ਦਲੇਰ ਹੁੰਦੀਆਂ ਹਨ। ਭਾਰਤ ਅਤੇ ਮੁਸਲਮਾਨੀ ਦਬਦਬੇ ਕਾਰਨ ਮਰਹੱਟਿਆਂ ਵਿੱਚ ਜਾਗ੍ਰਿਤੀ ਆ ਗਈ ਅਤੇ ਸ਼ਿਵਾਜੀ ਦੀ ਅਗਵਾਈ ਹੇਠ ਸੰਗਠਿਤ ਹੋ ਕੇ ਇਹ ਇੱਕ ਮਜ਼ਬੂਤ ਫੌਜੀ ਤਾਕਤ ਬਣ ਗਏ ਅਤੇ ਇਹਨਾਂ ਨੇ ਦੱਖਣ ਵਿੱਚ ਮੁਗਲ ਰਾਜ ਨੂੰ ਖਤਮ ਕਰ ਦਿੱਤਾ। ਸ਼ੁਭ ਇਸ਼ਾਵਾਂ। ਧੰਨਵਾਦ। ਹਰਜੀਤ ਬਮਰਾ।